ਸੰਤ ਸਿੰਘ ਸੇਖੋਂ ਦੀ ਪੁਸਤਕ ਹੈ ਤੀਜਾ ਪੈਰ। ਇਹਦੀ ਅਗਲੀ ਕਹਾਣੀ ਹੈ ਬਾਬੇ ਮਥਰੇ ਦਾ ਹੋਟਲ। ਬਾਬੇ ਮਥਰੇ ਦੀ ਰੋਟੀ ਦੀ ਹੱਟੀ ਨੂੰ ਹੋਟਲ ਨਹੀਂ ਆਖ ਸਕੀਦਾ। ਇਹਨੂੰ ਹੋਟਲ ਕਹਿਣਾ ਇਸ ਨਾਲ ਮਖੌਲ ਕਰਨਾ ਹੈ, ਤੇ ਮਖੌਲ ਜੇ ਚ ਅਸੀਂ ਇਹਨੂੰ ਹੋਟਲ ਵੀ ਆਖ ਦਿੰਦੇ ਹਾਂ। ਇਹ ਤੰਦੂਰ ਵੀ ਨਹੀਂ ਅਖਵਾ ਸਕਦਾ, ਕਿਉਂਕਿ ਬਾਬਾ ਮਥਰਾ ਰੋਟੀ ਚੁੱਲ੍ਹੇ ਤੇ ਪਕਾਉਂਦਾ ਹੈ। ਇਹਨੂੰ ਢਾਬਾ ਆਖਣਾ ਸ਼ਾਇਦ ਯੋਗ ਹੋਵੇ, ਪਰ ਢਾਬਾ ਜਿਹਾ ਸ਼ਬਦ ਨਹੀਂ ਜਿਹੜਾ ਸਾਰੇ ਪੰਜਾਬ 'ਚ ਪ੍ਰਚਲਿਤ ਹੈ। ਰੋਟੀ ਦੀ ਹੱਟੀ ਜਾਂ ਦੁਕਾਨ ਵੀ ਪੰਜਾਬ 'ਚ ਪ੍ਰਚਲਿਤ ਉਕਤੀ ਨਹੀਂ। ਮੈਂ ਇਹਨੂੰ ਹੋਟਲ ਹੀ ਆਖਦਾ, ਮਖੌਲ ਨਾਲ ਨਹੀਂ, ਸਗੋਂ ਇਸ ਲਈ ਕਿ ਢਾਬੇ ਤੋਂ ਬਿਨਾਂ ਇਹਨੂੰ ਹੋਰ ਕੋਈ ਸ਼ਬਦ ਢੁਕਦਾ ਨਹੀਂ, ਤੇ ਢਾਬਾ ਸ਼ਬਦ ਮੈਨੂੰ ਠੀਕ ਪ੍ਰਤੀਤ ਨਹੀਂ ਹੁੰਦਾ। ਨਾਲੇ ਇਹ ਮਾਲਵੇ ਦਾ ਸ਼ਬਦ ਨਹੀਂ, ਤੇ ਬਾਬੇ ਮਥਰੇ ਦਾ ਹੋਟਲ ਲੁਧਿਆਣੇ 'ਚ ਹੈ। ਇਹ ਹੋਟਲ ਲੁਧਿਆਣੇ ਦੇ ਇੱਕ ਅਜਿਹੇ ਚੌਂਕ 'ਚ ਹੈ ਜਿੱਥੇ ਆਬਾਦੀ ਹੁਣੀ ਹੋਣ ਲੱਗੀ ਹੈ। ਪੂਰਬੀ ਪੰਜਾਬ ਦੇ ਸ਼ਹਿਰਾਂ, ਖਾਸ ਕਰਕੇ ਲੁਧਿਆਣੇ ਦੀ ਵਸੋਂ ਦੇ ਵਾਧੇ ਦਾ ਵੱਡਾ ਕਾਰਨ ਸੁਤੰਤਰਤਾ ਦੀ ਪ੍ਰਾਪਤੀ ਪਿੱਛੋਂ ਲੋਕਾਂ ਦਾ ਪਾਕਿਸਤਾਨ 'ਚ ਉੱਜੜ ਕੇ ਆਉਣਾ, ਜਾਂ ਸਾਡੇ ਸੁਤੰਤਰ ਦੇਸ਼ 'ਚ ਇਹਨਾਂ 10 ਕੁ ਸਾਲਾਂ 'ਚ ਹੋਈ ਉੱਨਤੀ, ਇਹ ਕਹਿਣਾ ਕੁਝ ਔਖਾ ਜਿਹਾ ਪ੍ਰਤੀਤ ਹੁੰਦਾ ਹੈ। ਲੁਧਿਆਣੇ ਦੀ ਵਸੋਂ 1940 ਤੋਂ ਪਹਿਲਾਂ 70,000 ਦੇ ਲਗਭਗ ਸੀ, ਤੇ ਹੁਣ ਇਹ 1.5 ਲੱਖ ਤੋਂ ਉੱਪਰ ਹੋਏਗੀ। ਕਾਰਨ ਇਸ ਵਾਧੇ ਦੇ ਭਾਵੇਂ ਉਪਰੋਕਤ ਦੋਵੇਂ ਹੀ ਹਨ, ਪਰ ਲੁਧਿਆਣਾ ਵਧਿਆ ਖੂਬ ਹੈ। ਇਹ ਵਾਧਾ ਮਾਲ ਟਾਊਨ, ਭਾਰਤ ਨਗਰ, ਮਾਡਲ ਗ੍ਰਾਮ, ਗੁਰਦੇਵ ਨਗਰ ਆਦਿ ਨਵੀਆਂ ਤੇ ਸੋਹਣੀਆਂ ਬਸਤੀਆਂ ਦੇ ਰੂਪ ਵਿੱਚ ਵੀ ਹੋਇਆ, ਜੋ ਨੀਵੀਂ ਮੱਧ ਸ਼੍ਰੇਣੀ ਦੇ ਲੋਕਾਂ ਦੀਆਂ ਬਸਤੀਆਂ ਹਨ। ਮਿਲਰਗੰਜ ਦੇ ਵਸੋਂ ਵੀ ਪਹਿਲਾਂ ਨਾਲੋਂ ਬਹੁਤ ਵਧੀ ਹੈ, ਤੇ ਇਹ ਵਾਧਾ ਲੁਧਿਆਣੇ 'ਚ ਕਾਰੀਗਰੀ ਦੇ ਧੰਦੇ ਦੇ ਵਾਧੇ ਦਾ ਸੂਚਕ ਹੈ। ਪਰ ਇਹ ਵਾਧਾ ਜਵਾਹਰ ਨਗਰ ਕੈਂਪ ਦੇ ਰੂਪ 'ਚ ਕਈ ਖੋਖਿਆਂ ਦੇ ਚੌਂਕਾਂ ਤੇ ਖੋਖਾ ਮਾਰਕੀਟ ਦੇ ਰੂਪ 'ਚ ਜਿਹੜੇ ਗਰੀਬ ਸ਼ਰਨਾਰਥੀਆਂ ਆਦਿ ਦੇ ਕਾਰੋਬਾਰ ਦੀਆਂ ਥਾਵਾਂ ਹਨ ਹੋਇਆ। ਬਾਬੇ ਮਥਰੇ ਦੇ ਹੋਟਲ ਵਾਲਾ ਚੌਕ ਉਪਰੋਕਤ ਭਾਨ ਦਾ ਖੋਖਿਆਂ ਦਾ ਚੌਕ ਹੈ। ਭਾਵੇਂ ਇਹਦੇ ਇੱਕ ਪਾਸੇ ਭਾਰਤ ਨਗਰ ਦੀ ਨਵੀਂ ਬਸਤੀ, ਦੂਜੇ ਪਾਸੇ ਕੁੜੀਆਂ ਦਾ ਸ਼ਾਨਦਾਰ ਕਾਲਜ ਤੇ ਹੋਸਟਲ, ਤੀਜੇ ਨੁਕਰੇ ਇੱਕ ਹੌਜ਼ਰੀ ਦਾ ਕਾਰਖਾਨਾ, ਤੇ ਚੌਥੇ ਪਾਸੇ ਵੱਡੇ ਅਫਸਰਾਂ ਤੇ ਅਮੀਰ ਲੋਕਾਂ ਦੀਆਂ ਕੋਠੀਆਂ ਹਨ। ਇਹ ਖੋਖਿਆਂ ਦਾ ਚੌਕ ਇਸ ਲਈ, ਇਸ ਵਿਚਲੇ ਹੋਟਲ ਨੂੰ, ਚਾਹ, ਲੂਣ, ਤੇਲ ਆਦਿ ਦੀਆਂ ਦੁਕਾਨਾਂ ਨੂੰ ਇਹਨਾਂ ਆਪਣੇ ਗੁਆਂਢੀਆਂ ਦਾ ਕੋਈ ਭੌ ਨਹੀਂ। ਇਸ ਹੋਟਲ ਤੇ ਇਹਨਾਂ ਦੁਕਾਨਾਂ ਦੇ ਗਾਹਕ ਵਧੇਰੇ ਕਰਕੇ ਆਉਂਦੇ ਜਾਂਦੇ ਪੇਂਡੂ, ਹੌਜ਼ਰੀ ਦੇ ਕਾਰਖਾਨੇ ਦੇ ਮਜ਼ਦੂਰ ਤੇ ਰਿਕਸ਼ਾ ਖਿੱਚਣ ਵਾਲੇ ਗਰੀਬ ਕਿਰਤੀ ਆਦਿ ਲੋਕ ਹਨ। ਜਦੋਂ ਪਹਿਲਾਂ ਬਾਬੇ ਮਥਰੇ ਨੇ ਇੱਥੇ ਆ ਕੇ ਹੋਟਲ ਖੋਲ੍ਹਿਆ, ਤਾਂ ਇਹ ਹੋਟਲ ਤੱਕ ਹੀ ਦੁਕਾਨ ਵੀ ਨਹੀਂ ਸੀ ਲੱਗਦਾ। ਇਉਂ ਜਾਪਦਾ ਸੀ ਜਿਵੇਂ ਕਿਸੇ ਨਵੀਂ ਭਾਂਤ ਦੇ ਫਕੀਰ ਨੇ ਆ ਕੇ ਇੱਥੇ ਆਉਂਦੇ ਜਾਂਦੇ ਗਰੀਬਾਂ, ਮੁਸਾਫਰਾਂ ਤੇ ਸਾਧੂਆਂ ਲਈ ਲੰਗਰ ਖੋਲ੍ਹਿਆ। ਕਈ ਵਾਰੀ ਬਾਬਾ ਮਥਰਾ ਰੋਟੀ ਪਕਾ ਕੇ ਹੁਣ ਵੀ ਆਵਾਜ਼ ਦਿੰਦਾ, ਆਓ ਕੋਈ ਰੋਟੀ ਦੇ ਖਾਣ ਵਾਲਾ, ਚਾਹ ਦੇ ਪੀਣ ਵਾਲਾ, ਜਿਸ ਕੋਲ ਪੈਸੇ ਹਨ ਉਹ ਪੈਸੇ ਤੋਂ, ਤੇ ਜਿਸ ਕੋਲ ਨਹੀਂ ਉਹ ਐਵੇਂ ਮੁਫਤੇ। ਇਸ ਹੋਟਲ ਦਾ ਟੱਪਰ ਉਦੋਂ ਹੁਣ ਜਿਹਾ ਟੱਪਰ ਵੀ ਨਹੀਂ ਸੀ। ਹੁਣ ਤਾਂ ਇਹਨੂੰ ਢੱਕਣ ਵਾਲੀ ਇੱਕ ਚੰਗੀ ਗੁੰਦੀ ਹੋਈ ਸਿਰਕੀ ਹੈ। ਇਹਦੀਆਂ 2 ਕੰਧਾਂ ਜੀਆਂ ਵੀ ਹਨ, ਇੱਕ ਚੁੱਲ੍ਹਿਆਂ ਦੀ ਕੰਧ ਤੇ ਇੱਕ ਹੋਰ। ਇਹ ਇੱਕ ਲੋਕ ਕਾਰਜਾਂ ਦੇ ਵਿਭਾਗ ਵੱਲੋਂ ਰੱਖੇ ਹੋਏ ਕੋਲ ਤਾਰ ਦੇ ਖਾਲੀ ਢੋਲਾਂ ਦੀ ਬਣੀ ਹੋਈ, ਪਰ ਉਦੋਂ ਇਹ ਕੇਵਲ ਇੱਕ ਫਟੀ ਪੁਰਾਣੀ ਤਰਪਾਲ ਸੀ, ਜੋ ਕੁਝ 2-4 ਕੋਲ ਤਾਰ ਦੇ ਖਾਲੀ ਢੋਲਾਂ ਉੱਤੇ ਪੈ ਕੇ ਬਾਬੇ ਮਥਰੇ ਦਾ ਸਿਰ ਢੱਕਣ ਕਰ ਰਹੀ ਸੀ। ਬਾਬਾ ਮਥਰਾ ਵੀ ਉਦੋਂ ਇੱਕ ਸਾਧੂ ਜਨ ਜਿਹਾ ਪ੍ਰਤੀਤ ਹੁੰਦਾ ਸੀ, ਜੋ ਧੂਣੀ ਲਾ ਕੇ ਬਹਿ ਕੇ ਲੋਕਾਂ ਪਾਸੋਂ ਆਈਆਂ ਰੋਟੀਆਂ ਖਾਣ ਦੀ ਥਾਂ ਆਪਣੀ ਧੂਣੀ ਉੱਤੇ ਪਕਾ ਕੇ ਲੋਕਾਂ ਨੂੰ ਰੋਟੀਆਂ ਖਵਾਉਂਦਾ ਸੀ। ਇੱਕ ਅਜੀਬ ਅੰਦਾਜ਼ ਦਾ ਬੰਦਾ, ਜਿਹੜਾ ਨਾ ਸਾਧੂ, ਨਾ ਦੁਕਾਨਦਾਰ, ਨਾ ਕੋਈ ਕਾਰੀ ਵਿਹਾਰੀ ਆਦਮੀ। ਕਈ ਵਾਰੀ ਉਹ ਮੰਨਣ ਨੂੰ ਜੀ ਕਰਦਾ ਕਿ ਇਹ ਬਾਬਾ ਕੋਈ ਗੁਪਤ ਪੁਲਿਸ ਦਾ ਆਦਮੀ ਸੀ। ਪਤਾ ਨਹੀਂ ਇਸ ਚੁਰਾਹੇ 'ਚ ਕਿਹੜੇ ਘੋਰ ਅਪਰਾਧ ਜਾਂ ਖੜਯੰਤਰ ਦੀ ਸੂਹ ਲਗਾਉਣ ਲਈ ਇੱਥੇ ਭੇਖਧਾਰੀ ਬੈਠਾ ਸੀ। ਖਾਸ ਕਰਕੇ ਜਦੋਂ ਕਦੀ ਪਹਿਰੇ ਉੱਤੇ ਆਈ, ਨੇੜੇ ਦੇ 5 ਨੰਬਰ ਥਾਣੇ ਦੇ ਸਿਪਾਹੀ ਇੱਥੇ ਆ ਕੇ ਚਾਹ ਪੀਂਦੇ ਦਿਖਾਈ ਦਿੰਦੇ ਸੀ। ਕੁਝ ਵੀ ਹੋਵੇ, ਬਾਬੇ ਮਥਰੇ ਦਾ ਹੋਟਲ ਤੇ ਉਹ ਆਪ ਕੁਝ ਇਸ ਭਾਂਤ ਦੇ ਨਹੀਂ ਸਨ, ਜਿਨ੍ਹਾਂ ਪਾਸੋਂ ਇੱਕ ਚਿੱਟ ਕੱਪੜੀਆ ਆਦਮੀ ਕੋਈ ਪੁੱਛ ਦੱਸ ਕਰ ਸਕੇ ਜਾਂ ਚਾਹ ਪਾਣੀ ਪ੍ਰਾਪਤ ਕਰ ਸਕੇ। ਲੁਧਿਆਣੇ ਜਿਹੇ ਸ਼ਹਿਰ ਦੇ ਘੁੱਗੇ ਚੌਂਕ 'ਚ ਕੀਰ ਫਕੀਰ ਜਿਹਾ ਆਦਮੀ ਪਤਾ ਨਹੀਂ ਕੌਣ ਸੀ, ਕਿਸ ਤਰ੍ਹਾਂ ਦਿਨ ਕੱਟੀ ਕਰ ਰਿਹਾ ਸੀ। ਸਾਦਾ ਵਾਂਗੂ ਥੋੜ੍ਹੀ ਜਿਹੀ ਰੋਟੀ ਪਕਾ ਕੇ ਜਾਂ ਚਾਹ ਬਣਾ ਕੇ ਕਿਸ ਤਰ੍ਹਾਂ ਆਪਣਾ ਖਾਣ ਪੀਣ ਦਾ ਨਿਰਬਾਹ ਤੋਰ ਰਿਹਾ ਸੀ, ਇਹ ਉਦੋਂ ਇੱਕ ਅਚੰਭੇ ਦੀ ਗੱਲ ਜਾਪਦੀ ਸੀ। ਪਰ ਹੌਲੀ ਹੌਲੀ ਪਿਛਲੇ 2 ਸਾਲਾਂ 'ਚ ਬਾਬੇ ਮਥਰੇ ਦਾ ਇਹ ਕਾਰੋਬਾਰ ਕੁਝ ਸਥਿਰਤਾ ਪ੍ਰਾਪਤ ਕਰ ਗਿਆ। ਇਸ ਸਥਿਰਤਾ ਲਿਆਉਣ ਵਿੱਚ ਵਧੇਰਾ ਹੱਥ ਭਾਵੇਂ ਲਾਗੇ ਦੇ ਹੌਜ਼ਰੀ ਦੇ ਕਾਰਖਾਨੇ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਜਾਪਦਾ ਹੈ, ਜਿਹੜੇ ਆਪਣਾ ਚਾਹ ਪਾਣੀ ਇਹ ਤੋਂ ਉਧਾਰ ਉੱਤੇ ਵੀ ਪ੍ਰਾਪਤ ਕਰ ਸਕਦੇ ਹਨ। ਉਂਝ ਵੀ ਇਹ ਹੋਟਲ ਸ਼ਹਿਰ ਦੇ ਤੰਦੂਰਾਂ, ਢਾਬਿਆਂ ਆਦਿ ਸਭਨਾਂ ਨਾਲੋਂ ਵੱਧ ਸਸਤਾ ਹੋਏਗਾ। ਹੁਣ ਤਾਂ ਇਸ 'ਚ ਮਹਾਂਪ੍ਰਸ਼ਾਦ ਵੀ ਪੱਕਣ ਲੱਗ ਪਿਆ, ਭਾਵੇਂ ਬਹੁਤ ਥੋੜ੍ਹੀ ਮਿਤੀ ਵਿੱਚ, ਕਿਉਂਕਿ
ਕਦੀ ਕਦੀ ਕੋਈ ਨੌਜਵਾਨ ਹੌਜ਼ਰੀ ਮਜ਼ਦੂਰ ਜਾਂ ਰਿਕਸ਼ਾ ਵਾਲਾ ਮਹਾਂਪ੍ਰਸਾਦ ਖਾਣ ਨੂੰ ਵੀ ਦਿਲ ਕੱਢ ਲੈਂਦਾ ਹੈ। ਪਰ ਬਾਬਾ ਮਥੁਰਾ ਇਹਨਾਂ ਨਾਲ ਬਹੁਤਾ ਲੰਮਾ ਚੌੜਾ ਹਿਸਾਬ ਨਹੀਂ ਰੱਖਦਾ। ਇੱਕ ਤਾਂ ਉਸ ਜੇ ਸਾਧੂਆਂ ਨੂੰ ਹਿਸਾਬ ਕਿਤਾਬ ਛੂਹਦੇ ਨਹੀਂ, ਤੇ ਦੂਜੇ ਉਹਦਾ ਕਾਰੋਬਾਰ ਹਾਲੇ ਇਸ ਆਕਾਰ ਦਾ ਨਹੀਂ ਹੋਇਆ ਕਿ ਉਹ ਵਹੀ ਖਾਤਾ ਰੱਖ ਸਕੇ। ਉਹ ਆਪਣੇ ਗਾਹਕਾਂ ਨਾਲ ਰੁਪਏ ਧੇਲੀ ਦਾ ਉਧਾਰ ਕਰ ਲੈਂਦਾ ਹੈ, ਜਿਹੜਾ ਉਹ ਤੀਜੇ ਚੌਥੇ ਹੱਦ ਤੱਕ ਇੱਕ ਸਾਤੇ ਦੇ ਅੰਦਰ ਅੰਦਰ ਵਾਪਸ ਮੰਗ ਲੈਂਦਾ ਹੈ। ਜੇ ਕੋਈ ਵਾਪਸ ਨਾ ਕਰੇ ਤਾਂ ਉਹਨੂੰ ਆਏ ਗਏ ਫਕੀਰ ਮੁਸਾਫਰ ਦੇ ਖਾਤੇ 'ਚ ਪਾ ਦਿੰਦਾ ਹੈ, ਜਿਨ੍ਹਾਂ ਨੂੰ ਉਹ ਬਗੈਰ ਮੁੱਲ ਦੇ ਉਦਰ ਪੂਰਤੀ ਲਈ ਕੁਝ ਖਵਾਉਣ ਪਿਆਉਣ ਨੂੰ ਤਿਆਰ ਰਹਿੰਦਾ ਹੈ, ਤੇ ਹੁਣ ਵੀ ਕਦੀ ਸੱਦ ਮਾਰ ਦਿੰਦਾ ਹੈ। ਇੱਕ ਵਿਸ਼ੇਸ਼ ਵਸਤ ਬਾਬੇ ਮਥੁਰੇ ਦੇ ਹੋਟਲ ਦੀ ਖੱਟੀ ਲੱਸੀ ਹੈ। ਘਰਾਂ ਪਿੰਡਾਂ ਵਾਲੀ ਖੱਟੀ ਲੱਸੀ, ਜਿਸ ਚੋਂ ਮੱਖਣ ਕੱਢ ਲਿਆ ਗਿਆ ਹੁੰਦਾ ਹੈ। ਇਹ ਲੱਸੀ ਬਾਬਾ ਮਥੁਰਾ ਆਨੇ ਦਾ ਗਲਾਸ ਭਰ ਕੇ ਪਿਆਉਂਦਾ ਹੈ। ਇਹ ਵੀ ਉਹਦੀ ਸਾਧਵਤਾ ਹੈ। ਸਾਡੇ ਦੇਸ਼ ਦੇ ਅਤੀਤ ਨਾਲ ਪਿਆਰ, ਜਿਸ ਦੀ ਖੱਟੀ ਲੱਸੀ ਇੱਕ ਵਡਮੁੱਲਾ ਲੱਛਣ ਸੀ। ਇਸ ਖੱਟੀ ਲੱਸੀ ਨਾਲ ਦਾ ਮੱਖਣ ਤਾਂ ਬਾਬੇ ਮਥੁਰੇ ਪਾਸ ਠਹਿਰਨਾ ਨਹੀਂ ਸੀ ਪਾਉਂਦਾ। ਕੋਈ ਨਾ ਕੋਈ ਮੱਖਣ ਦਾ ਸ਼ੌਕੀਨ ਜਾਂ ਲੋੜਵੰਦ ਲੈਣ ਵਾਲਾ ਪਹਿਲਾਂ ਹੀ ਤਿਆਰ ਹੁੰਦਾ ਹੈ। ਸ਼ਾਇਦ ਇਸ ਮੱਖਣ ਦੇ ਸ਼ੌਕੀਨਾਂ ਜਾਂ ਲੋੜਵੰਦਾਂ ਦਾ ਸਦਕਾ ਹੀ ਬਾਬੇ ਮਥੁਰੇ ਪਾਸੇ ਖੱਟੀ ਲੱਸੀ ਤਿਆਰ ਹੋ ਜਾਂਦੀ ਹੈ। ਇਸ ਤਰ੍ਹਾਂ ਉਹ ਅਤੀਤ ਦਾ ਤੇ ਨਿੱਤ ਦਿਹਾੜੇ ਘਟ ਰਹੀ ਲੱਸੀ ਦਾ ਪਿਆਰ ਕਰਨ ਵਾਲਿਆਂ ਵੱਲ ਵੀ ਆਪਣੀ ਸ਼ਰਧਾ ਪੁਗਾ ਸਕਦਾ ਹੈ। ਇਸ ਦੁਨੀਆ 'ਚ ਪਿਆਰ, ਸ਼ਰਧਾ ਤੇ ਅਰਥ ਕੁਝ ਇਸ ਤਰ੍ਹਾਂ ਦੇ ਰਚੇ ਮਿਚੇ ਹੋਏ ਹਨ, ਜਿਵੇਂ ਪੁਰਾਣੇ ਸਮਿਆਂ 'ਚ ਕਾਮ, ਮੋਖ ਤੇ ਅਰਥ ਰਚੇ ਮਿਚੇ ਸਨ। ਕੇਵਲ ਅਸੀਂ ਅੱਜ ਕੱਲ੍ਹ ਕਾਮ ਨੂੰ ਪਿਆਰ ਤੇ ਮੋਖ ਨੂੰ ਸ਼ਰਧਾ ਆਖ ਲੈਂਦੇ ਹਾਂ। ਹੁਣ ਸਾਲ 2 ਸਾਲ ਮਿਹਨਤ ਤੋਂ ਬਾਅਦ ਮਥੁਰੇ ਦਾ ਹੋਟਲ ਇੱਕ ਚੰਗਾ ਸਫਲ ਵਿਹਾਰ ਬਣ ਗਿਆ, ਪਰ ਇਸ ਨਾਲ ਬਾਬੇ ਮਥੁਰੇ ਦੇ ਸਿਰ ਉਦਾਲੇ ਤੋਂ ਸਾਧਵਤਾ ਦਾ ਹਾਲਾ ਕੁਝ ਫਿੱਕਾ ਪੈ ਰਿਹਾ। ਹੁਣ ਉਹ ਸਧਾਰਨ ਲੋਕਾਂ ਵਾਂਗ ਇੱਕ ਪੁੱਤਾਂ ਧੀਆਂ ਦੇ ਟੱਬਰ ਵਾਲਾ ਗ੍ਰਸਤੀ ਸਿੱਧ ਹੋਣ ਲੱਗ ਪਿਆ। ਹੁਣ ਉਹਦੇ ਪਰਿਵਾਰ ਨੇ ਆ ਕੇ ਉਹਨੂੰ ਜਾਣੋ ਨਵੇਂ ਸਿਰਿਓਂ ਅਪਣਾ ਲਿਆ। ਸੱਚ ਹੈ, ਜਿਵੇਂ ਧਰਮ ਵਾਲੇ ਲੋਕ ਆਖਿਆ ਕਰਦੇ ਨੇ ਕਿ ਧਰਮੀ ਮਨੁੱਖ ਦੀਆਂ 7 ਕੁਲਾਂ ਉਹਦੇ ਨਾਲ ਤਰ ਜਾਂਦੀਆਂ ਨੇ, ਤੇ ਜੇ ਇੱਕ ਮਨੁੱਖ ਦੀ ਭਗਤੀ ਜਾਂ ਉਹਦੇ ਕਰਮ ਧਰਮ ਉਹਦੇ ਕੁੱਲ ਪਰਿਵਾਰ ਨੂੰ ਲਾਭ ਪਹੁੰਚਾ ਸਕਦਾ ਹੈ, ਤਾਂ ਉਹਦਾ ਅਰਥ ਧਰਮ ਕਿਉਂ ਨਾ ਪਹੁੰਚਾਵੇ, ਜਾਂ ਇਸ ਕਾਰਨ ਉਹਦੇ ਅਰਥ ਧਰਮ ਨੂੰ ਕਿਉਂ ਨਿੰਦਿਆ ਜਾਏ। ਪਰ ਅਸੀਂ ਇਹਨੂੰ ਨਿੰਦ ਵੀ ਦਿੰਦੇ ਹਾਂ ਲਾਭ ਪਹੁੰਚਾਉਣ ਲਈ, ਤੇ ਇਹ ਸ਼ਾਇਦ ਇਸ ਕਰਕੇ ਕਿ ਜਿੱਥੇ ਭਗਤੀ ਧਰਮ ਦਾ ਪਹੁੰਚਾਇਆ ਲਾਭ ਛੇਤੀ ਛੇਤੀ ਦਿਸਣ ਨਹੀਂ ਲੱਗਦਾ, ਅਰਥ ਧਰਮ ਦਾ ਪਹੁੰਚਾਇਆ ਲਾਭ ਦਿਸਦਾ ਹੈ। ਸਾਡੇ ਵਿੱਚੋਂ ਬਹੁਤੇ ਦਿਸਦੇ ਦੇ ਵਿਰੋਧੀ ਹਨ। ਖੈਰ, ਜੇ ਬਾਬੇ ਮਥੁਰੇ ਦੇ ਸਿਰ ਉੱਪਰਲਾ ਸਾਧਵਤਾ ਦਾ ਹਾਲਾ ਫਿੱਕਾ ਪੈ ਗਿਆ ਹੈ ਤਾਂ ਪੈ ਜਾਏ। ਹੁਣ ਉਹਦੇ ਪਰਿਵਾਰ ਦਾ ਹਾਲਾ ਚਮਕਣ ਲੱਗ ਪਿਆ। ਹੁਣ ਉਹਦਾ ਇੱਕ ਪੁੱਤਰ ਤਾਂ ਸਮਝੋ ਪੱਕਾ ਹੀ ਆ ਕੇ ਉਹਦੇ ਹੋਟਲ ਦਾ ਹਿੱਸੇਦਾਰ ਬਣ ਗਿਆ, ਤੇ ਇੱਕ ਹੋਰ ਨੌਜਵਾਨ ਪੁੱਤਰ ਜਾਂ ਪੋਤਰਾ ਆ ਕੇ ਕਈ ਦਿਨ ਉਹਦੇ ਕੰਮ 'ਚ ਹੱਥ ਵਟਾ ਜਾਂਦਾ ਹੈ। ਪਰ ਪਹਿਲਾਂ ਉਹਦਾ ਇਹ ਸੰਸਾਰੀ ਪਰਿਵਾਰ ਬੜਾ ਹਲਕਾ ਉਹਦੇ ਉਦਾਲੇ ਬਣਨ ਲੱਗਾ ਸੀ। ਉਦੋਂ ਉਹਦੀ ਸਾਧਵਤਾ ਦੇ ਹਾਲੇ ਦਾ ਇੱਕ ਬਾਹਰਲਾ ਚੱਕਰ ਪ੍ਰਤੀਤ ਹੁੰਦਾ ਸੀ। ਇਸ ਪਰਿਵਾਰ ਵਿੱਚੋਂ ਸਭ ਤੋਂ ਪਹਿਲਾਂ ਇੱਕ ਬਾਬੇ ਮਥੁਰੇ ਜਿਹਾ ਹੀ, ਭਾਵੇਂ ਉਹ ਤੋਂ ਵਧੇਰੇ ਖੰਡਿਤ ਸਰੀਰ ਵਾਲਾ ਬੁੱਢਾ ਉਸ ਪਾਸ ਆ ਕੇ ਰਹਿਣ ਲੱਗਾ, ਤੇ ਇਉਂ ਪ੍ਰਤੀਤ ਹੁੰਦਾ ਸੀ ਜਿਵੇਂ ਉਹ ਕੋਈ ਉਹਨਾਂ ਆਏ ਗਏ ਮੁਸਾਫਰਾਂ ਵਿੱਚੋਂ ਇੱਕ ਸੀ, ਜਿਨ੍ਹਾਂ ਪਾਸ ਬਾਬੇ ਮਥੁਰੇ ਦੇ ਹੋਟਲ ਤੋਂ ਬਿਨਾਂ ਕੁਝ ਦਿੱਤੇ ਭੋਜਨ ਪਾਨ ਕਰਨ ਦਾ ਜਾਣੋ ਹੱਕ ਸੀ। ਉਹਨਾਂ ਲਈ ਉਚਿਤ ਸੀ ਕਿ ਉਹ ਭੋਜਨ ਪਾਨ ਬਦਲੇ ਬਾਬੇ ਮਥੁਰੇ ਦੇ ਕੰਮ 'ਚ ਥੋੜ੍ਹਾ ਬਹੁਤ ਹੱਥ ਵਟਾ ਦਿਆ ਕਰਨ। ਪ੍ਰਤੀਤ ਹੁੰਦਾ ਸੀ ਕਿ ਬੁੱਢਾ ਜੀ ਦੀਆਂ ਲੱਤਾਂ ਲਹੂ ਦੇ ਗੇੜ ਦੇ ਮੱਧਮ ਪੈ ਜਾਣ ਕਰਕੇ ਕੁਝ ਮੋਟੀਆਂ ਜਿਹੀਆਂ ਸੁੱਜੀਆਂ ਜਿਹੀਆਂ ਦਿਸਦੀਆਂ ਸਨ, ਤੇ ਗੋਡਿਆਂ ਦੀ ਲਚਕ ਘਟ ਗਈ ਦਿਸਦੀ ਸੀ, ਜਿਹਨੂੰ ਇਸ ਕਾਰਨ ਸ਼ਾਇਦ ਉਹਦੇ ਪੁੱਤਰਾਂ ਪੋਤਰਿਆਂ ਦੇ ਸੰਸਾਰ ਨੇ ਫੋਕ ਬਣਾ ਕੇ ਸੁੱਟਤਾ ਹੋਏਗਾ। ਬਾਬੇ ਮਥੁਰੇ ਦੇ ਹੋਟਲ ਦੀ ਓਟ 'ਚ ਆ ਗਿਆ ਸੀ। ਹਮ ਉਮਰ ਹੋਣ ਕਰਕੇ ਉਹ ਬੁੱਢਾ ਬਾਬੇ ਮਥੁਰੇ ਦਾ ਜੀ ਖੂਬ ਲਾਉਂਦਾ ਸੀ। ਦੋਹਾਂ ਦਾ ਇੱਕ ਵੱਡਾ ਮਖੌਲ ਸੀ, ਇਹਨਾਂ ਦਾ ਆਪਸ ਵਿਚਲਾ ਰਿਸ਼ਤਾ। ਬਾਬਾ ਮਥੁਰਾ ਕਹਿੰਦਾ ਸੀ ਕਿ ਇਸ ਨਾਲ ਉਹਦੀ ਸਾਧਵਤਾ ਨੂੰ ਵੱਟਾ ਨਹੀਂ ਲੱਗਣਾ ਚਾਹੀਦਾ, ਕਿ ਉਹ ਬੁੱਢਾ ਉਹਦਾ ਸਾਲਾ ਸੀ, ਪਰ ਉਹ ਬੁੱਢਾ ਆਖਦਾ ਸੀ ਕਿ ਬਾਬਾ ਮਥੁਰਾ ਉਹਦਾ ਸਾਲਾ ਸੀ। ਉਹਨਾਂ ਵਿੱਚੋਂ ਕੋਈ ਇੱਕ ਦੂਜੇ ਦਾ ਸਾਲਾ ਬਣਨ ਨੂੰ ਇੰਨਾ ਤਿਆਰ ਸੀ। ਇਹਦਾ ਕਾਰਨ ਭਾਵੇਂ ਅਸੀਂ ਕਦੇ ਸੋਚਿਆ ਨਾ ਹੋਵੇ, ਸੋਚਣ ਯੋਗ ਹੋਣਾ ਚਾਹੀਦਾ ਹੈ। ਪਰ ਉਹਨਾਂ ਵਿਚਾਲੇ ਰਿਸ਼ਤੇ ਦੇ ਇਸ ਤਰ੍ਹਾਂ ਅਨਿਸ਼ਚਿਤ ਹੋਣ ਦਾ ਇੱਕ ਲਾਭ ਇਹ ਸੀ ਕਿ ਇਸ ਤਰ੍ਹਾਂ ਬਾਬੇ ਮਥੁਰੇ ਦੀ ਸਾਧਵਤਾ ਦੇ ਹਾਲੇ ਵੀ ਕੋਈ ਹਾਨੀ ਨਹੀਂ ਸੀ ਹੁੰਦੀ। ਉਂਝ ਵੀ ਬਾਬੇ ਮਥੁਰੇ ਦੇ ਗਾਹਕਾਂ 'ਚ ਹੌਜ਼ਰੀ ਮਜ਼ਦੂਰਾਂ, ਰਿਕਸ਼ਾ ਮਜ਼ਦੂਰਾਂ ਦੇ ਲਾਗੇ ਬਣ ਰਹੇ ਮਕਾਨਾਂ ਤੇ ਕੰਮ ਕਰਨ ਵਾਲੇ ਮਜ਼ਦੂਰਾਂ ਤੋਂ ਉਪਰੰਤ ਉਸ ਵਰਗੇ ਗਰੀਬ ਬੇਧਿਰੇ ਬੁੱਢੇ ਬਹੁਤ ਹਨ। ਇਹਨਾਂ ਬੁੱਢਿਆਂ 'ਚ ਇੱਕ ਕੋਈ ਲੰਮਾ ਪਤਲਾ ਤੇ 60 ਕੁ ਸਾਲ ਦੀ ਉਮਰ 'ਚ ਵੀ ਸਿੱਧਾ ਸਤੋੜ ਤੇ ਸੁਡੌਲ ਸਰੀਰ ਵਾਲਾ ਬੁੱਢਾ ਹੈ, ਜਿਹਦੇ ਦੰਦਾਂ, ਅੱਖਾਂ ਤੇ ਹੋਰ ਨਕਸ਼ਾਂ ਉੱਤੇ ਸਿਵਾਏ ਉਹਦੇ ਸਿਰ ਦੇ ਵਾਲਾਂ ਤੋਂ ਤੇ ਸਿਰ ਵਿਚਾਲੇ ਖਿਆਲਾਂ ਤੋਂ ਬੁਢਾਪੇ ਨੇ ਕੋਈ ਬਹੁਤਾ ਅਸਰ ਨਹੀਂ ਕੀਤਾ। ਉਹ ਆਮ ਕਰਕੇ ਲਾਲ ਪੱਗ ਬੰਨ੍ਹਦਾ ਹੈ, ਤੇ ਉਹਦੀ ਬੋਲੀ ਤੇ ਪਿੰਨੀਆਂ ਦੇ ਅੱਧ ਤੱਕ ਮਸਾਂ
ਉੱਪਰ ਦੀ ਉੱਚੀ ਜੀ ਧੋਤੀ ਤੋਂ ਉਹਦੇ ਦੁਆਬੀਆ ਜਾਂ ਰਾਜਪੁਰੇ ਪਟਿਆਲੇ ਵੱਲ ਦਾ ਹੋਣ ਦੀ ਗਵਾਹੀ ਮਿਲਦੀ ਹੈ। ਬਾਬਾ ਮਥਰਾ ਉਹਨੂੰ ਹੌਲਦਾਰ ਕਹਿ ਕੇ ਸੱਦਦਾ ਹੈ। ਜਿਸ ਪਦਵੀ ਦਾ ਹੱਕਦਾਰ ਹੋਣ ਦੀ ਗਵਾਹੀ ਵੀ ਉਹਦੀ ਲਾਲ ਪਗੜੀ ਭਲੀ ਭਾਂਤ ਦਿੰਦੀ ਹੈ। ਉਹ ਸ਼ਾਇਦ ਪੁਲਿਸ ਦਾ ਸਿਪਾਹੀ ਰਹਿ ਚੁੱਕਾ ਹੈ। ਉਹਦੀਆਂ ਗੱਲਾਂ ਤੋਂ ਵੀ ਉਹ ਪੁਲਿਸ ਵਿੱਚੋਂ ਹੀ ਪੈਨਸ਼ਨ ਜਾਂ ਪੈਨਸ਼ਨ ਤੋਂ ਬਿਨਾਂ ਰਿਟਾਇਰ ਹੋਇਆ ਜਾਪਦਾ ਹੈ, ਕਿਉਂਕਿ ਇਹਨਾਂ ਗੱਲਾਂ 'ਚ ਅਧਿਆਤਮਕਤਾ ਦਾ ਅੰਸ਼ ਖੂਬ ਰੱਜਵਾ ਹੁੰਦਾ ਹੈ। ਉਸ ਪਾਸ ਦਰਜਨ ਦੇ ਕਰੀਬ ਅਜਿਹੇ ਅਮੀਰਾਂ, ਵੱਡੇ ਅਫਸਰਾਂ, ਕਾਰਖਾਨੇਦਾਰਾਂ ਆਦਿ ਦੀਆਂ ਮਿਸਾਲਾਂ ਹਨ, ਜਿਨ੍ਹਾਂ ਦੇ ਜਵਾਨ ਪੁੱਤਰ ਉਹਨਾਂ ਦੀਆਂ ਅੱਖਾਂ ਸਾਹਮਣੇ ਮਰ ਚੁੱਕੇ ਹਨ, ਜੋ ਉਹਨਾਂ ਦੀ ਅਮੀਰ ਹੋਣ ਦੀ ਸਜ਼ਾ ਹੈ। ਇਸ ਲਈ ਉਹਨੂੰ ਆਪਣੇ ਗਰੀਬ ਨਾਦਾਰ ਹੋਣ ਦਾ ਕੋਈ ਖੇਦ ਨਹੀਂ, ਪਰ ਉਹਦੇ ਇਸ ਤਰ੍ਹਾਂ ਖੇਦ ਰਹਿਤ ਹੋਣ ਦਾ ਕਾਰਨ ਸ਼ਾਇਦ ਉਹਦੀ ਅਧਿਆਤਮਕਤਾ ਤੋਂ ਵਧੇਰੇ ਉਹਦੀ ਚੰਗੀ ਸਿਹਤ ਹੈ ਤੇ ਛੋਟੀ ਜਿਹੀ ਪੈਨਸ਼ਨ ਜੋ ਅੰਗਰੇਜ਼ੀ ਸਾਮਰਾਜ ਉਹਨੂੰ ਜਾਂਦਾ ਜਾਂਦਾ ਦੇ ਗਿਆ ਹੈ ਤੇ ਜਿਹਦਾ ਸਦਕਾ ਉਹਦੇ ਬਸਤਰ, ਉਹਦੀ ਲਾਲ ਪਗੜੀ, ਅੱਧੀਆਂ ਬਾਹਾਂ ਵਾਲੀ ਖੱਦਰ ਦੀ ਝੱਗੀ ਤੇ ਗਿੱਟਿਆਂ ਤੋਂ ਚੁੱਕੀ ਉੱਚੀ ਖੱਦਰ ਦੀ ਧੋਤੀ ਮੈਲ ਤੋਂ ਰਹਿਤ ਧੋਤੇ ਹੋਏ ਹੁੰਦੇ ਹਨ। ਇਹਦੇ ਕਾਰਨ ਉਹ ਅਧਿਆਤਮ ਤੋਂ ਹਟ ਕੇ ਅੰਗਰੇਜ਼ ਦਾ ਵੀ ਚੰਗਾ ਸ਼ਲਾਘਾਕਾਰ ਹੈ। ਇੱਕ ਹੋਰ ਬੁੱਢਾ ਪਰ ਇਸ ਲਾਲ ਪਗੜੀ ਵਾਲੇ ਹੌਲਦਾਰ ਤੋਂ ਵੱਖਰੀ ਭਾਂਤ ਦਾ ਬਾਬੇ ਮਥਰੇ ਦੇ ਹੋਟਲ ਦਾ ਪੱਕਾ ਗਾਹਕ ਹੈ। ਉਹ ਆਪਣੀ ਉਮਰ 70 ਤੋਂ ਉੱਤੇ ਦੱਸਦਾ ਹੈ, ਜੋ ਉਹਦੇ ਅਤ ਖੰਡਿਤ ਸਰੀਰ ਤੋਂ ਸੱਚ ਪ੍ਰਤੀਤ ਹੁੰਦਾ ਹੈ। ਉਹ ਵੀ ਕਿਧਰੇ ਜਵਾਨੀ ਜਾਂ ਧੇੜ ਉਮਰ 'ਚ ਕਿਸੇ ਅੰਗਰੇਜ਼ ਅਫਸਰ ਦਾ ਚਪੜਾਸੀ ਯਾਦ ਰਹਿ ਚੁੱਕਾ ਹੋਣਾ ਹੈ। ਉਸ ਸਮੇਂ ਦੀ ਇੱਕ ਘਟਨਾ ਨੂੰ ਉਹ ਬੜੇ ਫਖਰ ਨਾਲ ਬਿਆਨ ਕਰਦਾ ਹੈ। ਜਦੋਂ ਉਹਦਾ ਅੰਗਰੇਜ਼ ਅਫਸਰ ਪਠਾਨਕੋਟ ਲਾਗੇ ਕਿਧਰੇ ਉਤਰਿਆ ਹੋਇਆ ਸੀ ਤੇ ਉਹ ਇੱਕ ਗੁੱਜਰ ਪੁਲਿਸ ਪਾਸ ਫਰਿਆਦ ਲੈ ਕੇ ਗਿਆ ਸੀ ਤੇ ਪੁਲਿਸ ਦਾ ਥਾਣੇਦਾਰ ਇਹ ਪਤਾ ਕਰਕੇ ਕਿ ਉਹ ਲੇਲਾ ਅੰਗਰੇਜ਼ ਅਫਸਰ ਦੇ ਇਸ ਚਪੜਾਸੀ ਨੇ ਚੁੱਕਿਆ ਸੀ, ਉਹਨੂੰ ਗ੍ਰਿਫਤਾਰ ਕਰਨ ਉਸ ਅਫਸਰ ਦੇ ਡੇਰੇ ਆਇਆ ਸੀ। ਪਰ ਉਸ ਅੰਗਰੇਜ਼ ਅਫਸਰ ਨੇ ਉਸ ਥਾਣੇਦਾਰ ਨੂੰ ਘੂਰ ਕੇ ਵਾਪਸ ਤੋਰ ਦਿੱਤਾ। ਪਤਾ ਨਹੀਂ ਉਹ ਲਾਲ ਪਗੜੀ ਵਾਲਾ ਰਿਟਾਇਰਡ ਪੁਲਿਸੀਆ ਹਵਾਲਦਾਰ ਨਹੀਂ ਤਾਂ ਸਿਪਾਹੀ ਸੀ, ਕਿਉਂ ਇਸ ਗੱਲ ਨੂੰ ਸ਼ਾਂਤੀ ਨਾਲ ਸਹਾਰ ਜਾਂਦਾ ਹੈ। ਸ਼ਾਇਦ ਉਹਦੇ ਅੰਤःਕਰਨ ਨੇ ਵੀ ਅੰਗਰੇਜ਼ ਅਫਸਰ ਨੂੰ ਤੇ ਉਹਦੇ ਚਪੜਾਸੀ ਨੂੰ ਇੱਕ ਦੇਸੀ ਥਾਣੇਦਾਰ ਤੇ ਉਹਦੇ ਸਿਪਾਹੀਆਂ ਨਾਲੋਂ ਉਚੇਰੀ ਪਦਵੀ ਦੇ ਅਧਿਕਾਰੀ ਸਵੀਕਾਰ ਕਰ ਲਿਆ ਹੋਇਆ, ਜਾਂ ਸ਼ਾਇਦ ਇਹ ਦੂਜਾ ਬੁੱਢਾ ਉਹ ਤੋਂ ਵਡੇਰੀ ਉਮਰ ਦਾ ਮਸਾਂ ਹੀ ਆਪਣੇ ਬਿਰਧ ਸਰੀਰ ਨੂੰ ਚੁੱਕੀ ਫਿਰਦਾ ਹੈ। ਉਹਨੂੰ ਇੱਕ ਅਜਿਹਾ ਪਿਤਾਮਾ ਪ੍ਰਤੀਤ ਹੁੰਦਾ ਜਿਹਦੀ ਗੱਲ ਟੋਕਣੀ ਉਹਦੇ ਸਦਾਚਾਰ ਅਨੁਸਾਰ ਯੋਗ ਨਹੀਂ। ਪਰ ਭਾਵੇਂ ਇਸ ਬੁੱਢੇ ਦਾ ਅੰਗਰੇਜ਼ ਅਫਸਰ ਕਿੰਨਾ ਵੀ ਵੱਡਾ ਤੇ ਪ੍ਰਭਾਵਸ਼ਾਲੀ ਸੀ, ਉਹ ਇਸ ਨੂੰ ਬੁੱਢੀ ਉਮਰ ਦਾ ਸਹਾਰਾ ਕੋਈ ਪੈਨਸ਼ਨ ਆਦਿ ਨਹੀਂ ਦੇ ਦਵਾ ਸਕਿਆ। ਬਾਬੇ ਮਥਰੇ ਨੇ ਇਸ ਬੁੱਢੇ ਨੂੰ ਇੱਕ ਦੋ ਵਾਰੀ ਚਾਹ ਪਿਆ ਕੇ ਪੈਸੇ ਨਾ ਦੇਣ ਲਈ ਵੀ ਆਖਿਆ, ਪਰ ਇਹਨੇ ਪੈਸੇ ਦੇ ਦਿੱਤੇ, ਕਿਉਂਕਿ ਇਹਨੇ ਚਾਹ ਪਾਣੀ ਇਸ ਹੋਟਲ ਤੇ ਰੋਜ਼ ਹੀ ਪੀਣਾ। ਇੱਕ ਦਿਨ ਜਦੋਂ ਰੋਟੀ ਖਾ ਕੇ ਤੇ ਚਾਹ ਪੀ ਕੇ ਇਹਨੇ ਬਾਬੇ ਮਥਰੇ ਨੂੰ ਪੈਸੇ ਦਿੱਤੇ ਤਾਂ ਇੱਕ ਸਫੈਦਪੋਸ਼ ਨੂੰ ਕੁਝ ਹੈਰਾਨੀ ਜੀ ਹੋਈ। ਬਾਬਾ ਜੀ, ਤੁਸੀਂ ਬਹੁਤ ਬਿਰਧ ਹੋ ਗਏ ਹੋ, ਕੀ ਆਯੂ ਹੋਏਗੀ ਤੁਹਾਡੀ? ਉਹਨੇ ਬੁੱਢੇ ਪਾਸੋਂ ਪੁੱਛਿਆ। ਇਹੀ ਕੋਈ 80 ਕੁ ਵਰ੍ਹੇ ਦੀ, ਉਸ ਬੁੱਢੇ ਨੇ 5-4 ਸਾਲ ਦੀ ਅੱਤ ਕਥਨੀ ਕਰਕੇ ਉੱਤਰ ਦਿੱਤਾ। ਕੁਟੰਬ ਪਰਿਵਾਰ ਦਾ ਕੀ ਸਮਾਚਾਰ ਹੈ? ਸਫੈਦਪੋਸ਼ ਨੇ ਫਿਰ ਪੁੱਛਿਆ। ਕੋਈ ਪੁੱਤਰ ਧੀ ਨਹੀਂ, ਇਸ ਬੁੱਢੇ ਬਾਰੇ ਤੁਹਾਡੀ ਸੇਵਾ ਕਰਨ ਜੋਗਾ। ਹਾਂ, ਮੇਰਾ ਪੁੱਤਰ ਹੈ ਜੋ ਮੈਨੂੰ ਹਰ ਮਹੀਨੇ ਮੇਰੇ ਗੁਜ਼ਾਰੇ ਲਈ ਰੁਪਏ ਭੇਜਦਾ। ਉਸ ਬੁੱਢੇ ਨੇ ਬੜੇ ਮਾਣ ਨਾਲ ਆਖਿਆ। ਕੀ ਕਰਦਾ ਉਹ ਪੁੱਤਰ ਤੇ ਕਿੱਥੇ ਹੈ? ਮੇਰਾ ਪੁੱਤਰ ਜਵਾਹਰ ਲਾਲ ਹੈ, ਉਹ ਦਿੱਲੀ 'ਚ ਹੈ ਤੇ ਮੈਨੂੰ ਹਰ ਮਹੀਨੇ ਮੇਰੇ ਗੁਜ਼ਾਰੇ ਜੋਗੇ ਰੁਪਏ ਉਸ ਵੱਲੋਂ ਮਿਲ ਜਾਂਦੇ ਹਨ। ਸਫੈਦਪੋਸ਼ ਨੇ ਉਸ ਬੁੱਢੇ ਪਾਸੋਂ ਹੋਰ ਕੁਝ ਨਾ ਪੁੱਛਿਆ। ਉਹਦੀ ਬੋਲੀ ਤੇ ਅੰਗਰੇਜ਼ ਅਫਸਰ ਵਾਲੀ ਕਹਾਣੀ ਤੋਂ ਉਹਨੂੰ ਪਤਾ ਲੱਗ ਚੁੱਕਾ ਸੀ ਕਿ ਉਹ ਪੱਛਮੀ ਪੰਜਾਬ 'ਚੋਂ ਆਇਆ ਹੋਇਆ ਇੱਕ ਸ਼ਰਨਾਰਥੀ ਸੀ। ਉਹ ਇਸ ਬੁੱਢੇ ਦੇ ਗੁਜ਼ਾਰੇ ਬਾਰੇ ਰੁਪਇਆਂ ਆਦਿ ਦਾ ਵਿਸਥਾਰ ਪੁੱਛ ਕੇ ਆਪਣੇ ਸਵਾਦ ਨੂੰ ਫਿੱਕਾ ਨਹੀਂ ਪਾਉਣਾ ਚਾਹੁੰਦਾ। ਉਹਨੇ ਆਪ ਵੀ ਜਵਾਹਰ ਲਾਲ ਨੂੰ ਕਦੀ ਬੁੱਢਾ ਨਹੀਂ ਸੀ ਸਮਝਿਆ। ਜਵਾਹਰ ਲਾਲ ਉਹਨੂੰ ਸਦਾ 40 ਸਾਲ ਦਾ ਹੀ ਲੱਗਾ ਸੀ। ਜਿਸ ਉਮਰ 'ਚ ਉਹ 1929 'ਚ ਹੋਏ ਕਾਂਗਰਸ ਦੇ ਵਾਰਸ਼ਿਕ ਸਮਾਗਮ ਦਾ ਪ੍ਰਧਾਨ ਬਣ ਕੇ ਲਾਹੌਰ ਆਇਆ ਸੀ ਤੇ ਜਦੋਂ ਉਹਨੇ ਚਿੱਟੇ ਘੋੜੇ ਤੇ ਚੜ੍ਹ ਕੇ ਜਲੂਸ ਦੀ ਅਗਵਾਈ ਕੀਤੀ ਸੀ। ਪਰ ਹੁਣ ਜਦੋਂ ਇਸ ਬੁੱਢੇ ਨੇ ਜਵਾਹਰ ਲਾਲ ਮੇਰਾ ਪੁੱਤਰ ਕਹਿ ਕੇ ਉਹਨੂੰ ਯਾਦ ਕੀਤਾ ਤਾਂ ਉਸ ਸਫੈਦਪੋਸ਼ ਨੂੰ ਜਵਾਹਰ ਲਾਲ ਉਦੋਂ ਨਾਲੋਂ ਵੀ 5-10 ਸਾਲ ਛੁਟੇਰਾ ਇੱਕ 30-35 ਸਾਲ ਦਾ ਗੱਭਰੂ ਪ੍ਰਤੀਤ ਹੋਇਆ। ਪਰ ਉਹਨੂੰ ਪਤਾ ਸੀ ਜਵਾਹਰ ਲਾਲ ਪਾਸੋਂ ਅੰਗਰੇਜ਼ ਦੇ ਚਪੜਾਸੀਆਂ ਨੂੰ ਹੀ ਨਹੀਂ, ਉਹਦੇ ਚਾਟੜਿਆਂ ਤੇ ਹੇਜੜਿਆਂ, ਰਾਜਿਆਂ ਮਹਾਰਾਜਿਆਂ, ਜਗੀਰਦਾਰਾਂ ਨੂੰ ਵੀ ਪੈਨਸ਼ਨਾਂ ਮਿਲੀਆਂ ਹੋਈਆਂ ਸਨ। ਧੰਨਵਾਦ। ਅਗਲੀ ਕਹਾਣੀ ਹੈ ਖੋਖਿਆਂ ਦਾ ਚੌਂਕ। ਲੁਧਿਆਣਾ ਫਿਰੋਜ਼ਪੁਰ ਰੋਡ ਤੇ ਭਾਈ ਬਾਲੇ ਵਾਲੀ ਸੜਕ ਦੇ ਮੋੜ ਉੱਤੇ ਵੰਡ ਤੋਂ ਪਹਿਲਾਂ ਚੁੰਗੀ ਦੀ ਚੌਂਕੀ ਹੁੰਦੀ ਸੀ। ਹੁਣ ਉੱਥੇ ਉਹ ਚੌਂਕੀ ਨਹੀਂ ਰਹੀ। ਸ਼ਹਿਰ ਦੇ ਵੱਧ ਜਾਣ ਨਾਲ ਇਹ ਚੌਂਕੀ ਕੋਈ ਮੀਲ ਕੁ ਪੰਧ ਹੋਰ ਫਿਰੋਜ਼ਪੁਰ ਵੱਲ ਚਲੀ ਗਈ ਹੈ। ਭਾਈ ਬਾਲੇ ਵਾਲੀ ਚੁੰਗੀ ਦਾ ਥਾਂ ਉੱਥੇ ਹੁਣ ਕੋਈ 10-15 ਖੋਖੇ ਖੜੇ ਹਨ, ਜਿਨ੍ਹਾਂ ਨੇ ਉਸ ਚੌਂਕ ਨੂੰ ਚੁੰਗੀ ਦੀ ਚੌਂਕੀ ਵਾਲੇ ਸਮੇਂ ਤੋਂ ਵੀ ਵਧੇਰੇ ਰੌਣਕਦਾਰ ਬਣਾ ਦਿੱਤਾ ਹੈ।
1947 ਦੇ ਭਿਆਨਕ ਕਤਲਾਂ ਤੇ ਉਜਾੜਿਆਂ ਵਿੱਚ ਜਿਹੜੇ ਲੋਕ ਪੱਛਮੀ ਪੰਜਾਬ 'ਚੋਂ ਉੱਜੜ ਕੇ ਆਏ, ਉਹਨਾਂ ਨੇ ਆ ਕੇ ਭਾਰਤੀ ਪੰਜਾਬ ਦੇ ਨਹੀਂ ਉੱਤਰੀ ਭਾਰਤ ਦੇ ਹੋਰ ਪ੍ਰਾਂਤਾਂ ਦੇ ਸ਼ਹਿਰਾਂ ਨੂੰ ਵੀ ਰੌਣਕ ਭਰੇ ਬਣਾ ਦਿੱਤਾ। ਤੇ ਇਸ ਰੌਣਕ ਦਾ ਇੱਕ ਭਾਗ ਇਹ ਖੋਖੇ ਵੀ ਹਨ। ਉੱਤਰੀ ਭਾਰਤ ਤੇ ਭਾਰਤੀ ਪੰਜਾਬ ਦੇ ਇਹਨਾਂ ਰੌਣਕੀ ਖੋਖਿਆਂ ਵਿੱਚੋਂ ਭਾਈ ਬਾਲੇ ਦੀ ਚੌਂਕੀ ਵਾਲੇ ਮੋੜ ਤੇ ਇਹਨਾਂ 10-15 ਖੋਖਿਆਂ ਦੀ ਤਾਂ ਇੱਕ ਚੰਗੀ ਰੌਣਕਦਾਰ ਮਾਰਕੀਟ ਬਣ ਗਈ ਹੈ। ਕੁਮਾਰ ਮੰਡੀ, ਮਾਡਲ ਗ੍ਰਾਮ, ਗੁਰਦੇਵ ਨਗਰ ਆਦਿ ਬਸਤੀਆਂ ਦੇ ਲੋਕ ਹੁਣ ਇਸ ਚੌਂਕ ਨੂੰ ਠੱਠੇ ਨਾਲ ਚਾਂਦਨੀ ਚੌਂਕ ਵੀ ਆਖਣ ਲੱਗ ਪਏ ਹਨ। ਖੋਖਿਆਂ ਦੇ ਇਸ ਚੌਂਕ 'ਚ 3 ਖੋਖੇ ਸਾਈਕਲ ਮੁਰੰਮਤ ਕਰਨ ਵਾਲਿਆਂ ਦੇ ਹਨ, 2 ਦੁਕਾਨਾਂ ਲੂਣ ਤੇਲ ਦੀਆਂ ਹਨ, ਇੱਕ ਮਥਰੇ ਬਾਬੇ ਦਾ ਹੋਟਲ ਵੀ ਹੈ ਜੋ ਆਪਣੇ ਆਪ 'ਚ ਇੱਕ ਕਹਾਣੀ ਹੈ। ਪਰ ਇਹਨਾਂ ਖੋਖਿਆਂ 'ਚ ਸਭ ਤੋਂ ਘੱਟ ਰੌਣਕਦਾਰ ਇਹ 3 ਸਾਈਕਲਾਂ ਦੀ ਮੁਰੰਮਤ ਕਰਨ ਵਾਲਿਆਂ ਦੇ ਖੋਖੇ ਹਨ, ਜਿੱਥੇ ਟੁੱਟੇ ਭੱਜੇ ਜਾਂ ਚੰਗੇ ਵੀ ਸਾਈਕਲ ਤਾਂ 1-1, 2-2, 4-4 ਵੀ ਖੜੇ ਰਹਿੰਦੇ ਹੈ, ਪਰ ਉਹਨਾਂ ਸਾਈਕਲਾਂ ਦੇ ਮਾਲਕਾਂ ਤੋਂ ਬਿਨਾਂ ਕੋਈ ਹੋਰ ਆਇਆ ਗਿਆ ਬੈਠਦਾ ਨਹੀਂ। ਉਂਝ ਇਹਨਾਂ ਖੋਖਿਆਂ ਵਾਲਿਆਂ ਵਿੱਚੋਂ ਕਮਰ ਚੰਦ ਇੱਕ ਚੰਗਾ ਕਾਰੀਗਰ ਦੱਸਿਆ ਜਾਂਦਾ। ਉਹਦਾ ਗੁਆਂਢੀ ਗਿਰਧਾਰੀ ਲਾਲ ਲੂਣ ਤੇਲ ਦੇ ਖੋਖੇ ਦਾ ਮਾਲਕ ਉਹਦੀ ਇਸ ਕਾਰੀਗਰੀ ਦੀ ਸ਼ਾਦੀ ਭਰਦਾ ਹੈ। ਗਿਰਧਾਰੀ ਲਾਲ ਆਖਦਾ ਜੇ ਕਮਰ ਚੰਦ ਨੂੰ ਕੋਈ ਮੂੜੀ ਵਾਲਾ ਮਿਲ ਜਾਏ ਤਾਂ ਬਾਈਸਾਈਕਲ ਬਣਾ ਸਕਦਾ ਹੈ, ਤੇ ਜੋ ਜੈ ਹਿੰਦ, ਪ੍ਰਭਾਤ, ਰੱਜ, ਰੈਲੀ ਆਦਿ ਬਾਈਸਾਈਕਲ ਨੂੰ ਮਾਤ ਪਾ ਸਕਦਾ ਹੈ। ਵੇਲੇ ਕੁ ਵੇਲੇ ਮੁਰੰਮਤ ਕਰਾਉਣ ਵਾਲੇ ਵੀ ਕੰਵਰ ਚੰਦ ਨੂੰ ਚੰਗਾ ਕਾਰੀਗਰ ਮੰਨਦੇ ਹਨ, ਪਰ ਇਸ ਵਾਹਵਾ ਨੇ ਕੰਵਰ ਚੰਦ ਦਾ ਦਿਮਾਗ ਉੱਚਾ ਨਹੀਂ ਕਰ ਛੱਡਿਆ। ਉਹਦੇ ਸਬੰਧ ਦੂਜੇ 2 ਸਾਈਕਲ ਮੁਰੰਮਤ ਕਰਨ ਵਾਲਿਆਂ ਨਾਲ ਵੀ ਚੰਗੇ ਗੁਆਂਢੀਆਂ ਵਾਲੇ ਹਨ। ਆਪਣੇ ਗੁਆਂਢੀ ਗਿਰਧਾਰੀ ਲਾਲ ਨਾਲ ਤਾਂ ਉਹਦੀ ਚੰਗੀ ਖਾਸੀ ਮਿੱਤਰਤਾ ਬਣੀ ਹੋਈ ਹੈ। ਕੰਵਰ ਚੰਦ ਜਦੋਂ 1 ਵਜੇ ਦੁਪਹਿਰ ਨੂੰ ਘਰ ਰੋਟੀ ਖਾਣ ਜਾਂਦਾ ਹੈ ਤੇ ਗਿਰਧਾਰੀ ਲਾਲ ਉਹਦੀ ਦੁਕਾਨ ਤੇ ਨਜ਼ਰ ਰੱਖਦਾ ਹੈ। ਆਪ ਗਿਰਧਾਰੀ ਲਾਲ ਨੂੰ ਦੁਕਾਨ ਤੇ ਬੈਠ ਕੇ ਕਿਧਰੇ ਜਾਂਦਾ ਕਿਸੇ ਨੇ ਵੇਖਿਆ। ਰੋਟੀ ਆਪਣੀ ਉਹ ਆਪ ਹੀ ਬਣਾ ਲੈਂਦਾ ਆਪਣੇ ਖੋਖੇ ਦੇ ਅੱਗੇ। ਇੰਨੇ ਕੰਮ ਲਈ ਵੀ ਉਹ ਬਾਬੇ ਮਥਰੇ ਦਾ ਰਿਣੀ ਨਹੀਂ ਹੁੰਦਾ ਜਾਂ ਉਹਨੂੰ ਕੁਝ ਖਟਾਉਣਾ ਨਹੀਂ ਚਾਹੁੰਦਾ। ਗਿਰਧਾਰੀ ਲਾਲ ਤੇ ਕੰਵਰ ਚੰਦ ਦੋਵੇਂ ਪਾਕਿਸਤਾਨ ਦੇ ਜ਼ਿਲ੍ਹੇ ਮੁਲਤਾਨ 'ਚੋਂ ਆਏ ਹੋਏ ਸ਼ਰਨਾਰਥੀ ਹਨ। ਕੰਵਰ ਚੰਦ ਦੀ ਉੱਧਰ ਵੀ ਸਾਈਕਲ ਮੁਰੰਮਤ ਦੀ ਦੁਕਾਨ ਸੀ ਕਿਧਰੇ, ਪਰ ਗਿਰਧਾਰੀ ਲਾਲ ਬਾਰੇ ਕਿਸੇ ਨੂੰ ਕੋਈ ਪੱਕਾ ਪਤਾ ਨਹੀਂ। ਜੇ ਕੰਵਰ ਚੰਦ ਨੂੰ ਹੈ ਤਾਂ ਉਹ ਕਿਸੇ ਨੂੰ ਦੱਸਦਾ ਨਹੀਂ। ਗਿਰਧਾਰੀ ਲਾਲ ਜਿਹੇ ਹੋਰ ਵੰਡ ਦੇ ਉਖੜੇ ਹੋਏ ਸ਼ਰਨਾਰਥੀਆਂ ਵਾਂਗ ਉਸ ਬਾਰੇ ਵੀ ਇਹੀ ਫਰਜ਼ ਕਰ ਲੈਣਾ ਯੋਗ ਹੈ ਕਿ ਉਹਦੀ ਉੱਧਰ ਵੀ ਦੁਕਾਨ ਸੀ, ਜੋ ਹੁਣ ਨਾਲੋਂ ਚੰਗੀ ਚੱਲਦੀ। ਸ਼ਾਇਦ ਉਹਦਾ ਉੱਧਰ ਚੋਖਾ ਕਾਰ ਵਿਹਾਰ ਸੀ, ਪਰ ਤੁਸੀਂ ਪੁੱਛੋਗੇ ਗਿਰਧਾਰੀ ਦੀ ਉਮਰ ਜੋ 45 ਸਾਲ ਤੋਂ ਉੱਪਰ ਹੈ ਦੇ ਕਾਰੀ ਵਿਹਾਰੀ ਆਦਮੀ ਦਾ ਕੋਈ ਆਲ ਪਰਿਵਾਰ ਵੀ ਹੋਏਗਾ, ਉਹ ਕਿੱਧਰ ਗਿਆ? ਤੇ ਤੁਸੀਂ ਸ਼ਾਇਦ ਇਹ ਮੰਨ ਲੈਣ ਲਈ ਤਿਆਰ ਹੋ ਕਿ ਉਸ ਵਿਚਾਰੇ ਦੇ ਬਾਲ ਬੱਚੇ ਪਾਕਿਸਤਾਨ 'ਚ ਮਾਰੇ ਹਥਿਆਏ ਗਏ ਹੋਣਗੇ, ਪਰ ਨਹੀਂ। ਕਦੀ ਕਦੀ ਉਹਨੂੰ ਦਿੱਲੀ ਵਾਲੇ ਪਾਸਿਓਂ ਇੱਕ ਚਿੱਠੀ ਆਉਂਦੀ ਹੈ ਜੋ ਉਹਦੇ ਪੁੱਤਰ ਵੱਲੋਂ ਹੁੰਦੀ ਹੈ, ਤੇ ਉਹਦੀਆਂ 2 ਧੀਆਂ ਤੇ ਜਵਾਈ ਵੀ ਕਿਧਰੇ ਗੁੜਗਾਵਾਂ, ਰੋਹਤਕ ਜਾਂ ਉਹ ਤੋਂ ਵੀ ਪਰੇ ਵਸੇ ਹੋਏ ਹੈ। ਪਤਨੀ ਉਹਦੀ ਜੇ ਜਿਉਂਦੀ ਹੈ ਤਾਂ ਆਪਣੇ ਪੁੱਤਰ ਪਾਸ ਰਹਿੰਦੀ ਹੈ। ਪੁੱਤਰ ਉਹਦਾ ਉੱਧਰ ਕਿਧਰੇ ਨੌਕਰ ਹੈ। ਕਿਹੜੀ ਨੌਕਰੀ ਉੱਤੇ ਕੰਵਰ ਚੰਦ ਉਹਦੇ ਨਿੱਕੀ ਮਿੱਤਰ ਨੂੰ ਵੀ ਪਤਾ ਨਹੀਂ। ਗਿਰਧਾਰੀ ਲਾਲ, ਤੂੰ ਵੀ ਕਿਧਰੇ ਮੈਨੂੰ ਮੂੜੀ ਦੇਵੇਂ ਤਾਂ ਦੇਵੇਂ ਬਾਈਸਾਈਕਲ ਬਣਾਉਣ ਦਾ ਕਾਰਖਾਨਾ ਖੋਲ੍ਹਣ ਲਈ। ਕਈ ਵਾਰ ਕੰਵਰ ਚੰਦ ਉਹਨੂੰ ਹੱਸ ਕੇ ਆਖ ਛੱਡਦਾ। ਕੰਵਰ ਚੰਦ ਨੂੰ ਯਕੀਨ ਨਹੀਂ ਕਿ ਉਹਦੀ ਕਿਸਮਤ 'ਚ ਕਦੇ ਸਾਈਕਲ ਬਣਾਉਣ ਵਾਲੇ ਕਾਰਖਾਨੇ ਦਾ ਮਾਲਕ ਜਾਂ ਪ੍ਰਬੰਧਕ ਹੋਣਾ ਲਿਖਿਆ ਹੈ। ਉਹਨੂੰ ਸ਼ਾਇਦ ਇਹ ਵੀ ਯਕੀਨ ਨਹੀਂ ਕਿ ਗਿਰਧਾਰੀ ਲਾਲ ਕਦੀ ਇੰਨੀ ਮੂੜੀ ਵਾਲਾ ਹੋ ਜਾਏਗਾ ਕਿ ਉਹਨੂੰ ਜਾਂ ਕਿਸੇ ਹੋਰ ਨੂੰ ਆਪਣੇ ਪੁੱਤਰ ਨੂੰ ਹੀ ਸਹੀ ਕਾਰਖਾਨਾ ਖੋਲ੍ਹਣ ਲਈ ਸਹਾਇਤਾ ਦੇ ਸਕੇ। ਫਿਰ ਉਹ ਆਪ ਹੀ ਇਹ ਵੀ ਕਹਿ ਦਿੰਦਾ ਹੈ, ਤੁਹਾਥੋਂ ਲਾਲਿਆਂ ਤੋਂ ਕੁਝ ਅਲੋਕਾਰ ਨਹੀਂ, ਤੁਸੀਂ ਘੁੰਗਣੀਆਂ ਵੇਚਦੇ ਲੱਖਪਤੀ। ਇਹ ਉਹਦਾ ਮੰਨਣ ਨੂੰ ਜੀ ਨਹੀਂ ਕਰਦਾ। ਦੁਨੀਆ 'ਚ ਕਰਾਮਾਤਾਂ ਹੁੰਦੀਆਂ ਹਨ, ਅਲੋਕਾਰ ਗੱਲਾਂ ਹੁੰਦੀਆਂ ਹਨ, ਹੋਰ ਨਹੀਂ ਤਾਂ ਲੋਕਾਂ ਦੀਆਂ ਲਾਟਰੀਆਂ ਹਜ਼ਾਰਾਂ ਲੱਖਾਂ ਦੀਆਂ ਨਿਕਲ ਆਉਂਦੀਆਂ, ਪਰ ਕੰਵਰ ਚੰਦ ਦੇ ਜੀਵਨ ਦੇ ਘੇਰੇ 'ਚ ਕਦੀ ਕੋਈ ਅਜਿਹੀ ਗੱਲ ਹੋਣ 'ਚ ਨਹੀਂ ਆਈ। ਲਾਟਰੀਆਂ ਨਿਕਲਦੀਆਂ ਹਨ, ਦਾ ਲੱਗਦੇ ਹਨ, ਪਰ ਸਾਡੇ ਜਿਹਿਆਂ ਦੇ ਮਿੱਤਰਾਂ ਦੇ ਨਹੀਂ। ਕੰਵਰ ਚੰਦ ਆਖ ਛੱਡਦਾ, ਜੇ ਲੱਖਪਤੀ ਬਣਨਾ ਹੀ ਹੈ ਤੇ ਗਿਰਧਾਰੀ ਲਾਲ ਤੈਨੂੰ ਆਪਣਾ ਖੋਖਾ ਮੇਰੇ ਕੋਲੋਂ ਚੁੱਕ ਕੇ ਲੈ ਜਾਣਾ ਚਾਹੀਦਾ। ਛੋੜ ਯਾਰ, ਗਿਰਧਾਰੀ ਲਾਲ ਆਖ ਛੱਡਦਾ, ਕਿਉਂ ਐਵੇਂ ਠੱਠੇ ਕਰਦਾ? ਤਾਂ ਵੀ ਗਿਰਧਾਰੀ ਲਾਲ, ਤੇਰੇ ਕੋਲ ਡਾਕਖਾਨੇ 'ਚ ਕੁਝ ਨਾ ਕੁਝ ਤਾਂ ਜਮ੍ਹਾਂ ਹੈ ਹੀ। ਕੰਵਰ ਚੰਦ ਜਵਾਬ ਕਰ ਦਿੰਦਾ, ਸਾਡੇ ਕੋਲ ਤੇ ਜੇ 2 ਦਿਨ ਬਿਮਾਰ ਪੈ ਜਾਈਏ ਬੱਚਿਆਂ ਨੂੰ ਖਵਾਉਣ ਜੋਗਾ ਆਟਾ ਨਹੀਂ ਹੈ। ਰੱਬ ਰੱਬ ਕਰੋ ਭਰਾਵਾ, ਤੂੰ ਕਿਉਂ ਬਿਮਾਰ ਪਵੇਂ? ਗਿਰਧਾਰੀ ਲਾਲ ਸੱਚੀ ਹਮਦਰਦੀ ਨਾਲ ਬੋਲ ਉੱਠਦਾ, ਭੈੜੀ ਕਿਸਮਤ ਨੂੰ ਅਜਿਹੇ ਸੁਝਾਅ ਨਾ ਦਿਆ ਕਰ। ਗੱਲ ਇਹ ਹੈ ਕਿ ਕੰਵਰ ਚੰਦ ਨੂੰ ਇਹ ਯਕੀਨ ਨਹੀਂ ਕਿ ਜੇ ਉਹ ਕਦੀ 2-4 ਦਿਨ ਲਈ ਬਿਮਾਰ ਪੈ ਜਾਏ ਤਾਂ ਉਹਦਾ ਪੁੱਤਰ ਗਿਰਧਾਰੀ ਲਾਲ ਉਹਦੀ ਕੋਈ ਸਹਾਇਤਾ ਕਰ ਸਕੇਗਾ। ਅਸੀਂ ਆਪਣੇ ਮਿੱਤਰਾਂ ਦੀ ਡੂੰਘ ਪਿੱਤਲ ਨੂੰ ਜਾਣਦੇ ਹੁੰਦੇ ਹਾਂ, ਤੇ ਉਂਝ ਵੀ ਗਿਰਧਾਰੀ ਲਾਲ ਇਹ ਆਖਦਾ ਚੰਗਾ ਲੱਗਦਾ ਹੈ ਕਿ ਜੇ ਕੰਵਰ ਚੰਦ ਨੂੰ ਅਜਿਹੀ ਕੋਈ ਭੀੜ ਆ ਪਵੇ ਤਾਂ ਉਹਦੀ ਸਹਾਇਤਾ ਕਰੇਗਾ।
ਅੱਜ ਦੇ ਸਮੇਂ 'ਚ ਕਿਹਦੀ ਹਿੰਮਤ ਹੈ ਅਜਿਹੀ ਦਿਲਾਸੇ ਦੇਣ ਦੀ। ਆਪਣੇ ਗੂੜੇ ਨਿਕਟੀ ਮਿੱਤਰਾਂ ਨੂੰ ਵੀ ਅਜਿਹੀਆਂ ਦੋਸਤੀਆਂ ਹੁੰਦੀਆਂ ਹੋਣਗੀਆਂ ਕਿਸੇ ਸਮੇਂ, ਜਦੋਂ ਸਮਾਜ ਦੀ ਸ਼੍ਰੇਣੀ ਵੰਡ ਕੁਝ ਵਧੇਰੇ ਪੱਕੀ ਸੀ। ਜਦੋਂ ਜੇ ਕੰਵਰ ਚੰਦ ਨੇ ਕਦੀ ਬਾਈਸਾਈਕਲਾਂ ਦੇ ਕਾਰਖਾਨੇ ਦਾ ਮਾਲਕ ਨਹੀਂ ਸੀ ਬਣਨਾ, ਤਾਂ ਗਿਰਧਾਰੀ ਲਾਲ ਨੇ ਵੀ ਲੱਖਪਤੀ ਨਹੀਂ ਸੀ ਬਣ ਸਕਣਾ। ਅੱਜ ਦੇ ਸਮੇਂ 'ਚ ਬੰਦਾ ਲੂਣ ਤੇਲ ਵੇਚ ਕੇ ਪਲੀ ਪਲੀ ਇਕੱਠੀ ਕਰਕੇ ਲੱਖਪਤੀ ਬਣਨ ਦੇ ਸੁਪਨੇ ਲਵੇ ਕਿ ਦੋਸਤਾਂ ਮਿੱਤਰਾਂ ਦਾ ਅੰਗ ਪਾਲਣ ਦੇ ਸੰਕਲਪ ਬਣਾਵੇ। ਉਂਝ ਇਹ ਠੀਕ ਹੈ ਕਿ ਗਿਰਧਾਰੀ ਲਾਲ ਪਾਸ ਡਾਕਖਾਨੇ ਦੀ ਕਾਪੀ ਹੈ, ਜੋ ਹਰ ਮਹੀਨੇ ਡਾਕਖਾਨੇ ਆਉਂਦੀ ਜਾਂਦੀ ਰਹਿੰਦੀ ਹੈ, ਪਰ ਗਿਰਧਾਰੀ ਲਾਲ ਕਿਸੇ ਨੂੰ ਇਹ ਕਾਪੀ ਵੇਖਣ ਨਹੀਂ ਦਿੰਦਾ। ਕੰਵਰ ਚੰਦ ਥੋੜਾ ਬਹੁਤ ਪੜ੍ਹ ਲਿਖ ਸਕਦਾ ਹੈ, ਸ਼ਾਇਦ ਉਹ ਡਾਕਖਾਨੇ ਦੀ ਕਾਪੀ ਵੀ ਪੜ੍ਹ ਸਕਦਾ ਹੋਵੇ, ਇਸ ਲਈ ਗਿਰਧਾਰੀ ਲਾਲ ਉਹਦਾ ਵੀ ਵਸਾ ਨਹੀਂ ਕਰਦਾ। ਗਿਰਧਾਰੀ ਲਾਲ ਦੀ ਡਾਕਖਾਨੇ ਦੀ ਕਾਪੀ ਵੀ ਉਹਦੇ ਜੀਵਨ ਦੀ ਕਿਤਾਬ ਦੇ ਕਈ ਹੋਰ ਖੰਡਾਂ ਵਾਂਗ ਕੰਵਰ ਚੰਦ ਲਈ ਇੱਕ ਬੰਦ ਕਿਤਾਬ ਹੈ। ਪਰ ਜੇ ਕੰਵਰ ਚੰਦ ਦੇ ਹੱਥ ਕਾਰੀਗਰ ਹਨ, ਤਾਂ ਉਹਦੀ ਸੋਚ ਵੀ ਕੋਈ ਲੁੰਡੀ ਬੁੱਚੀ ਨਹੀਂ। ਉਹ ਆਪਣੇ ਤੇ ਗਿਰਧਾਰੀ ਲਾਲ ਦੇ ਜੀਵਨ ਵਿਹਾਰ ਦੇ ਭੇਦ ਬਾਰੇ ਅਣਜਾਣ ਨਹੀਂ। ਉਹ ਇਸ ਭੇਦ ਬਾਰੇ ਆਪਣੇ ਵਿਚਾਰ ਨਿਰਝੱਕ ਭਾਵੇਂ ਹਾਸੇ ਹਾਸੇ 'ਚ ਹੀ ਪ੍ਰਗਟ ਕਰ ਦਿੰਦਾ ਹੈ, ਤੇ ਗਿਰਧਾਰੀ ਲਾਲ ਵੀ ਹੱਸ ਕੇ ਸੁਣ ਲੈਂਦਾ, ਜਿਵੇਂ ਇੱਕ ਕਾਰਖਾਨੇਦਾਰ ਲੇਖਾਂ ਕਿਤਾਬੜੀਆਂ ਆਦਿ ਵਿੱਚ ਆਪਣੀ ਲੁੱਟ ਖਸੁੱਟ ਦੀਆਂ ਕਹਾਣੀਆਂ ਪੜ੍ਹ ਲੈਂਦਾ ਤੇ ਐਵੇਂ ਖਫਾ ਖੁੱਟ ਨਹੀਂ ਹੁੰਦਾ ਫਿਰਦਾ। ਕਦੀ ਕਦੀ ਗਿਰਧਾਰੀ ਲਾਲ ਨੂੰ ਦੁਕਾਨ ਤੋਂ ਉੱਠਣਾ ਪੈ ਹੀ ਜਾਂਦਾ ਆਪਣੀ ਸਰੀਰਕ ਹਾਜਤ ਪੂਰੀ ਕਰਨ ਲਈ, ਤੇ ਜੇ ਉਸ ਸਮੇਂ ਕੋਈ ਗਾਹਕ ਆ ਜਾਂਦਾ ਤਾਂ ਕੰਵਰ ਚੰਦ ਇੱਕ ਮਨ ਪਰਚਾਵੇ ਵਾਂਗ ਆਨੇ ਦੁਆਨੇ ਦੀਆਂ ਗੋਲੀਆਂ ਦੀਆਂ ਦੀਆ ਸਲਾਈ ਮਿਰਚ ਹਲਦੀ ਤੇਲ ਚੁੱਕ ਕੇ ਦੇ ਦਿੰਦਾ ਤੇ ਵੱਟਕ ਇੱਕ ਪਾਸੇ ਗਿਰਧਾਰੀ ਲਾਲ ਦੀ ਸੰਭਾਲ ਲਈ ਰੱਖ ਦਿੰਦਾ। ਸ਼ਾਇਦ ਇਸ ਗੱਲੋਂ ਹੀ ਉਹਨੂੰ ਕਈ ਵਾਰ ਗਿਰਧਾਰੀ ਲਾਲ ਨਾਲ ਇਉਂ ਤਰਕ ਕਰਨ ਦੀ ਸੁੱਝ ਪੈਂਦੀ ਹੈ। ਗਿਰਧਾਰੀ ਲਾਲ, ਤੂੰ ਭਾਵੇਂ ਆਪਣੇ ਪੁੱਤਰ ਨੂੰ ਮਿਲਿਆ, ਤੇਰੀ ਹੱਟੀ ਪਿੱਛੋਂ ਮੈਂ ਚੱਲਦੀ ਰੱਖੂ, ਤੇ ਉੱਥੇ ਖਬਰੇ ਤੇਰੀ ਬੁੱਢੀ ਵੀ ਤੈਨੂੰ ਉਡੀਕਦੀ ਹੋਵੇ। ਭਾਵੇਂ ਤੂੰ ਦੱਸਦਾ ਨਹੀਂ ਕੁਛ, ਉਸ ਬਾਰੇ ਮੈਨੂੰ ਉਹ ਟਕੋਰ ਕਰਦਾ। ਇਵੇਂ ਆਖੀਦਾ, ਗਿਰਧਾਰੀ ਲਾਲ ਜਵਾਬ ਦਿੰਦਾ, ਕਿਸੇ ਦਾ ਕੰਮ ਐਵੇਂ ਹੀ ਸੌਖਾ ਲੱਗਦਾ ਹੁੰਦਾ। ਮੇਰਾ ਕੰਮ ਵੀ ਤੈਨੂੰ ਸੌਖਾ ਲੱਗਦਾ? ਕੰਵਰ ਚੰਦ ਮੋੜ ਕਰਦਾ। ਗਿਰਧਾਰੀ ਲਾਲ ਖਾਸ ਪਾਸ ਇਹਦਾ ਕੋਈ ਉੱਤਰ ਨਹੀਂ, ਪਰ ਫਿਰ ਵੀ ਉਹ ਆਖ ਛੱਡਦਾ, ਓਏ ਜੇ ਲੋੜ ਪੈ ਜਾਂਦੀ ਤਾਂ ਸਾਨੂੰ ਕਿਹੜਾ ਇਹ ਕੰਮ ਨਹੀਂ ਸੀ ਆਉਣਾ। ਪਰ ਤੈਨੂੰ ਇਹ ਲੋੜ ਪੈਂਦੀ ਕਿਉਂ? ਜਦੋਂ ਹਿੰਗ ਲੱਗੇ ਨਾ ਫਟਕੜੀ ਤੇ ਪੈਸੇ ਬਣਦੇ ਜਾਣ। ਗਿਰਧਾਰੀ ਲਾਲ, ਸੁਆਹ ਬਣਦੇ ਨੇ ਪੈਸੇ, ਖੇ ਬਗਾਨੀ ਮਾਇਆ ਤੇ ਆਪਣੀ ਅਕਲ ਹਰ ਇੱਕ ਨੂੰ ਬਹੁਤ ਲੱਗਦੀ ਹੈ, ਤੇ ਹੁੰਦੀ ਵੀ ਹੈ। ਗਿਰਧਾਰੀ ਲਾਲ, ਕੰਵਰ ਚੰਦ ਹੱਸ ਕੇ ਆਖ ਦਿੰਦਾ, ਤੇਰੀ ਮਾਇਆ ਬੜੀ ਤੇ ਮੇਰੀ ਅਕਲ। ਚਲੋ ਐਵੇਂ ਹੁੱਸੀ। ਗਿਰਧਾਰੀ ਲਾਲ ਕਿਸੇ ਗੱਲ 'ਚ ਬਹੁਤ ਡੂੰਘਾ ਜਾਣ ਦਾ ਆਦੀ ਨਹੀਂ, ਇਸ ਵਿੱਚ ਉਹਨੂੰ ਕੋਈ ਲਾਭ ਨਹੀਂ ਦਿਸਦਾ। ਐਵੇਂ ਨਹੀਂ, ਮੈਂ ਸੱਚੀ ਆਖਣਾ ਗਿਰਧਾਰੀ ਲਾਲ, ਗੁੱਸਾ ਨਾ ਕਰੀ। ਮੈਂ ਐਡਾ ਕਾਰੀਗਰ ਹਾਂ ਵੀ ਜੇ ਤੂੰ ਮੂੜੀ ਦੇਵੇਂ ਤਾਂ ਬਾਈਸਾਈਕਲ ਬਣਾ ਦਿਆਂ ਨਵਾਂ, ਪਰ ਮੂੜੀ ਨਹੀਂ ਬਣਾ ਸਕਦਾ। ਤੇ ਫਿਰ ਗਿਰਧਾਰੀ ਲਾਲ ਹੁੰਗਾਰਾ ਭਰ ਦਿੰਦਾ, ਤੇ ਤੈਨੂੰ ਇੱਲ ਦਾ ਥਾਂ ਕੋਕੋ ਨਹੀਂ ਆਉਂਦੀ, ਸਿਵਾਏ ਤੋਂ ਕਿ ਦੁਆਨੀ ਦੀ ਸ਼ਹਿ 2.5 ਆਨੇ ਤੂੰ ਵੇਚ ਛੱਡੀ। ਤੈਨੂੰ ਕੋਈ ਦਿੱਕਤ ਨਹੀਂ, ਹਲ ਤੂੰ ਨਹੀਂ ਵਾਹ ਸਕਦਾ, ਘੋੜਾ ਤੂੰ ਨਹੀਂ ਹੱਕ ਸਕਦਾ, ਬਾਈਸਾਈਕਲ ਦੀ ਤੈਨੂੰ ਪਤਾ ਨਹੀਂ ਅਗਲੀ ਬ੍ਰੇਕ ਕਿਹੜੀ ਹੁੰਦੀ ਹੈ ਤੇ ਪਿਛਲੀ ਕਿਹੜੀ। ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਬ੍ਰੇਕ ਹੁੰਦੀ ਕੀ ਬਲਾ ਹੈ। ਗਿਰਧਾਰੀ ਹੱਸ ਕੇ ਜਾਣੋ ਕੰਵਰ ਚੰਦ ਨੂੰ ਚੁੱਪ ਕਰਾਉਣ ਲਈ ਲੋੜਦਾ, ਪਰ ਤੇਰੇ ਪਾਸ 2 ਨਹੀਂ 4 ਸਾਲਾਂ ਨੂੰ ਲੱਖਾਂ ਨਹੀਂ ਤਾਂ ਹਜ਼ਾਰਾਂ ਹੋ ਜਾਣਗੇ, ਤੇ ਮੇਰੇ ਪਾਸ ਇਹੋ ਠੂਠਾ ਹੱਥ ਕਨਾਲੀ। ਅੱਗੇ ਬਿਮਾਰ ਪੈ ਜਾਵਾਂ, 2 ਦਿਨ ਦਾ ਜਾਤਕਾਂ ਨੂੰ ਖਵਾਉਣ ਜੋਗਾ ਆਟਾ ਨਹੀਂ ਇਕੱਠਾ ਹੋਣ ਲੱਗਾ। ਇਹ ਯੁੱਗ ਕਾਰੀਗਰਾਂ ਦਾ ਨਹੀਂ ਕੰਵਰ ਚੰਦਾ। ਗਿਰਧਾਰੀ ਲਾਲ ਇੱਕ ਪਤੇ ਦੀ ਗੱਲ ਆਖ ਜਾਂਦਾ, ਇਹ ਵਪਾਰ ਦਾ ਯੁੱਗ ਹੈ, ਪਰ ਇਹ ਯੁੱਗ ਹੁਣ ਬਦਲ ਜਾਏਗਾ ਲਾਲ ਜੀ। ਇੱਕ ਮਜ਼ਦੂਰ ਹੌਜ਼ਰੀ ਦੇ ਕਾਰਖਾਨੇ 'ਚੋਂ ਬਾਹਰ ਆਉਂਦਾ ਆਖਦਾ। ਗਿਰਧਾਰੀ ਲਾਲ ਇਸ ਗੱਲ ਦਾ ਉੱਤਰ ਦੇਣ 'ਚ ਕੋਈ ਲਾਭ ਨਹੀਂ ਸਮਝਦਾ। ਧੰਨਵਾਦ। ਅਗਲੀ ਕਹਾਣੀ ਹੈ ਟੱਪਰੀਵਾਸ ਮੁੰਡਾ। ਲਾਰੀ ਅੱਡੇ 'ਚ ਆ ਕੇ ਖਲੋਤੀ ਤਾਂ ਕੋਈ ਦਰਜਨ ਦੇ ਕਰੀਬ ਮੁਸਾਫਰ ਛੇਤੀ ਛੇਤੀ ਹੇਠਾਂ ਉਤਰ ਗਏ। ਇੱਕ ਮੁਸਾਫਰ ਨੇ ਆਪਣਾ ਸਮਾਨ, ਇੱਕ ਸੂਟਕੇਸ, ਇੱਕ ਗਠੜੀ ਤੇ ਇੱਕ ਬਾਲਟੀ, ਜਿਸ 'ਚ ਕੁਝ ਨਿੱਕ ਸੁੱਕ ਪਾਇਆ ਸੀ, ਆਪ ਹੀ ਉਤਾਰ ਲਿਆ। ਉਹ ਇਸੇ ਬਾਜ਼ਾਰ ਦਾ ਇੱਕ ਦੁਕਾਨਦਾਰ ਸੀ। ਉਹਨੂੰ ਆਪਣੀ ਦੁਕਾਨ ਤੱਕ ਇਹ ਸਮਾਨ ਮਜ਼ਦੂਰ ਪਾਸੋਂ, ਜਿਹਨੂੰ ਪੈਸੇ ਦੇਣੇ ਪੈਣ, ਚੁਕਵਾ ਕੇ ਲੈ ਜਾਣ ਦੀ ਮਜਬੂਰੀ ਨਹੀਂ ਸੀ। ਪਰ ਟੱਪਰੀਵਾਸ ਬਾਜੀਗਰਾਂ ਦਾ ਮੁੰਡਾ 5-6 ਵਿੱਚੋਂ ਇੱਕ, ਜੋ ਇਸ ਅੱਡੇ ਉੱਤੇ ਆਮ ਕਰਕੇ ਮੁਸਾਫਰਾਂ ਦਾ ਸਮਾਨ ਚੁੱਕ ਕੇ ਕੁਝ ਪੈਸੇ ਘਰ ਲਈ ਕਮਾ ਲੈ ਜਾਂਦੇ ਹਨ, ਜੋ ਦੁਕਾਨਦਾਰ ਨੂੰ ਜਾਣਦਾ ਸੀ ਤੇ ਜਿਹਨੂੰ ਉਹ ਦੁਕਾਨਦਾਰ ਵੀ ਜਾਣਦਾ ਸੀ, ਇੱਕਦਮ ਸਮਾਨ ਚੁੱਕਣ ਲਈ ਲੱਪਕਿਆ। ਨਹੀਂ ਓਏ ਨਹੀਂ, ਦੁਕਾਨਦਾਰ ਨੇ ਸਰਸਰੀ ਜੇ ਮੁੰਡੇ ਨੂੰ ਆਪਣਾ ਸਮਾਨ ਚੁੱਕਣ ਤੋਂ ਮਨਾ ਕੀਤਾ, ਪਰ ਮੁੰਡੇ ਨੂੰ ਉਸ ਨਾਲ ਆਪਣੀ ਵਾਕਫੀਅਤ ਦਾ ਕੁਝ ਮਾਣ ਸੀ। ਨਾਲੇ ਉਹ ਸੋਚਿਆ ਹੋਏਗਾ ਵੀ ਜੇ ਊਠ ਉਡਾਉਂਦੇ ਹੀ ਲੱਦੀ ਦੇ ਨੇ, ਤੇ ਕਈ ਆਦਮੀ ਅਣ ਲੱਦੀ ਦੇ ਵੀ ਉਡਾਉਂਦੇ ਹੀ ਹਨ।
ਅਰਥਾਤ ਉਹ ਇਸ ਮੁਸਾਫਰ ਦਾ ਨਾ ਕਰਦੇ ਦਾ ਸਮਾਨ ਚੁੱਕ ਕੇ ਆਪਣੇ ਟਕਾ ਲੈਣ ਦਾ ਹੱਕਦਾਰ ਹੋ ਜਾਏਗਾ। 10 ਕੁ ਸਾਲ ਦਾ ਮੁੰਡਾ ਚੰਗੇ ਮੁਹਾਂਦਰੇ ਵਾਲਾ ਸੀ, ਕਣਕ ਵੰਨੇ ਤੋਂ ਜ਼ਰਾ ਸਾਂਵਲੇ ਰੰਗ 'ਚ। ਉਹਦਾ ਪਤਲਾ ਨੱਕ, ਮੋਟੀਆਂ ਅੱਖਾਂ, ਉਹਦੇ ਕੁਝ ਮੈਲੇ ਜੇ ਲੋੜ ਤੋਂ ਥੋੜੇ ਕੱਪੜਿਆਂ 'ਚੋਂ ਇੱਕ ਚੋਖਾ ਮਨੋਹਰ ਜਿਹਾ ਪ੍ਰਭਾਵ ਪਾਉਂਦੇ ਸਨ। ਉਹ ਕੁਝ ਇਸ ਕਿਸਮ ਦਾ ਬਾਲਕ ਸੀ ਜਿਹਦੀ ਚਾਵੜ ਜਾਂ ਵਧੀਕੀ ਵੀ ਜਰ ਲੈਣਾ ਔਖਾ ਨਹੀਂ ਹੁੰਦਾ, ਭਾਵੇਂ ਉਹ ਗਰੀਬ ਦਾ ਪੁੱਤਰ ਹੀ ਕਿਉਂ ਨਾ ਹੋਵੇ। ਉਹ ਸ਼ਾਇਦ ਇਸ ਤਰ੍ਹਾਂ ਦੀ ਵਧੀਕੀ ਕਰ ਲੈਣ ਦਾ ਆਦੀ ਸੀ। ਪਰ ਦੁਕਾਨਦਾਰ ਸ਼ਾਇਦ 15-20 ਮੀਲਾਂ ਦੇ ਸਫ਼ਰ ਵਿੱਚੋਂ ਕੁਝ ਅੱਕਿਆ ਤੇ ਥੱਕਿਆ ਸੀ। ਉਹਦੀਆਂ ਅੱਖਾਂ ਆਪਣੀ ਦੁਕਾਨ ਵੱਲ ਸਨ ਤੇ ਕੇਵਲ ਹੱਥ ਹੀ ਉਹਦੇ ਸਮਾਨ ਨੂੰ ਸਾਂਭਣ ਦਾ ਯਤਨ ਕਰ ਰਹੇ ਸਨ, ਜਾਂ ਸ਼ਾਇਦ ਉਹਨੂੰ ਆਪਣੀ ਦੁਕਾਨ ਤੋਂ ਕਿਸੇ ਬੰਦੇ ਦੇ ਆ ਕੇ ਉਹਦਾ ਸਮਾਨ ਚੁਕਾ ਕੇ ਲੈ ਜਾਣ ਦੀ ਆਸ ਸੀ। ਸੋ ਉਹਨੇ ਮੁੰਡੇ ਨੂੰ ਥੋੜਾ ਜਿਹਾ ਖਿੱਚ ਕੇ ਆਖਿਆ, ਵੀ ਨਾ ਛੇੜ ਅਸਬਾਬ ਨੂੰ, ਮੈਂ ਆਪੇ ਲੈ ਜਾਊਂ। ਪਰ ਮੁੰਡੇ ਨੇ ਇੰਨਾ ਖਿੱਚ ਭਰੇ ਸ਼ਬਦਾਂ ਨੂੰ ਵੀ ਨਾ ਗੌਲਿਆ ਤੇ ਦੁਕਾਨਦਾਰ ਦਾ ਸੂਟਕੇਸ ਚੁੱਕ ਕੇ ਤੇ ਬਾਲਟੀ ਵੱਲ ਹੱਥ ਵਧਾਇਆ। ਇਸ ਉੱਤੇ ਦੁਕਾਨਦਾਰ ਕੁਝ ਵਧੇਰੇ ਖਿੱਚ ਗਿਆ। ਉਹਨੇ ਮੁੰਡੇ ਤੋਂ ਸੂਟਕੇਸ ਖੋਹ ਕੇ ਉਹਦੀ ਗੱਲ ਉੱਤੇ ਹੌਲੀ ਜਿਹੀ ਚਪੇੜ ਮਾਰਤੀ। ਫੇਰ ਕੀ ਸੀ, ਮੁੰਡਾ ਅਸਬਾਬ ਨੂੰ ਛੱਡ ਕੇ ਕੋਲ ਖਲੋਤੇ ਪਿੱਪਲ ਦੇ ਤਣੇ ਨਾਲ ਲੱਗ ਕੇ ਫੁੱਟ ਰੋਣ ਲੱਗ ਪਿਆ। ਹੁਣ ਦੁਕਾਨਦਾਰ ਨੂੰ ਖਿਆਲ ਆਇਆ ਕਿ ਇਹ ਤੋਂ ਬੇਧਿਆਨੀ ਵਿੱਚ ਕੀ ਅਨਰਥ ਹੋ ਗਿਆ। ਉਹਨੇ ਆਵਾਜ਼ ਮਾਰ ਕੇ ਮੁੰਡੇ ਨੂੰ ਆਖਿਆ, ਆ ਜਾ ਓਏ, ਚੁੱਕ ਲੈ ਸਮਾਨ। ਪਰ ਮੁੰਡਾ ਮੁੜ ਕੇ ਉਹਦੇ ਸਮਾਨ ਪਾਸ ਨਾ ਆਇਆ। ਇੱਕ ਪਲ ਵਿੱਚ ਉਹਦੇ ਕੋਲ ਉਹਦੇ 2-3 ਸਾਥੀ ਹੋਰ ਆ ਗਏ, ਜਿਹੜੇ ਸ਼ਾਇਦ ਉਸ ਨਾਲ ਹਮਦਰਦੀ ਕਰਨ ਨਾਲੋਂ ਵਧੇਰੇ ਉਹਦੀ ਹੋਈ ਹੱਤਕ ਉੱਤੇ ਅੰਦਰੋਂ ਅੰਦਰ ਖੁਸ਼ ਹੋ ਰਹੇ ਸਨ। ਦੁਕਾਨਦਾਰ ਨੇ ਉੱਥੇ ਖਲੋਤੀ ਉਹਨੂੰ ਇੱਕ ਹੋਰ ਆਵਾਜ਼ ਦਿੱਤੀ ਕਿ ਉਹ ਆ ਕੇ ਸਮਾਨ ਚੁੱਕ ਲਵੇ ਤੇ ਰੋਵੇ ਨਾ, ਜੋ ਦੁਕਾਨਦਾਰ ਦੀ ਸੁਹਿਰਦਤਾ ਦਾ ਇੱਕ ਸਬੂਤ ਸੀ। ਆਖਰ ਉਹ ਉਸ ਮੁੰਡੇ ਨੂੰ ਜਾਣਦਾ ਸੀ ਜਿਨ੍ਹਾਂ ਦਾ ਮੁੰਡਾ ਸੀ, ਤੇ ਜੋ ਸ਼ਾਇਦ ਬਾਜੀਗਰਾਂ ਦਾ ਵੀ ਵਾਕਫ ਸੀ, ਤੇ ਜੋ ਸ਼ਾਇਦ ਉਹਦੇ ਗਾਹਕ ਵੀ ਸਨ। ਇਸ ਜਹਾਨ ਉੱਤੇ ਆਦਮੀ ਇੱਕ ਦੂਜੇ ਨਾਲ ਕਈ ਸੰਗਲੀਆਂ ਨਾਲ ਬੱਝੇ ਹੋਏ ਹੁੰਦੇ ਹਨ, ਪਰ ਉਹਦੀ ਇਸ ਦੂਜੀ ਆਵਾਜ਼ ਉੱਤੇ ਵੀ ਮੁੰਡਾ ਆਪਣੇ ਥਾਂ ਤੋਂ ਨਾ ਹਿੱਲਿਆ ਤੇ ਨਾ ਹੀ ਰੋਣ ਤੋਂ ਹਟਿਆ। ਇੰਨੇ 'ਚ ਉਹਨੂੰ ਇੱਕ 30 ਕੁ ਸਾਲ ਦੀ ਤੀਵੀਂ ਨੇ ਆ ਕੇ ਆਪਣੀ ਸੱਜੀ ਬਾਂਹ 'ਚ ਲੈ ਕੇ ਇੱਕ ਮੂਕ ਪਿਆਰ ਨਾਲ ਆਪਣੇ ਤਨ ਨਾਲ ਲਾ ਲਿਆ, ਜਿਵੇਂ ਮਾਂ ਆਪਣੇ ਪੁੱਤਰ ਨੂੰ ਆਪਣੇ ਤਨ ਨਾਲ ਲਾਉਂਦੀ ਹੈ। ਉਹ ਤੀਵੀਂ ਉਸ ਮੁੰਡੇ ਦੀ ਮਾਂ ਹੀ ਸੀ, ਉਹੀ ਕਣਕ ਵੰਨਾ ਜਿਹਾ ਰੰਗ, ਘੁੰਡ ਗੋਲ ਚਿਹਰੇ ਉੱਤੇ, ਜਿਹਦਾ ਮੱਥਾ ਕੁਝ ਮਾਪ ਨਾਲੋਂ ਵਧੇਰਾ ਚੌੜਾ ਸੀ, ਜਾਂ ਉਹਦੀਆਂ ਗੱਲਾਂ ਉੱਤੇ ਅਲਪ ਆਹਾਰ ਦੇ ਕਾਰਨ ਥੋੜਾ ਮਾਸ ਹੋਣ ਕਰਕੇ ਵਧੇਰੇ ਚੌੜਾ ਲੱਗ ਰਿਹਾ ਸੀ। ਪਤਲਾ ਨੱਕ, ਮੋਟੀਆਂ ਅੱਖਾਂ ਤੇ ਲਾਲ ਪਤਲੇ ਹੋਣ ਤੇ ਸਭ ਕੁਝ ਉੱਤੇ ਢਲਦੀ ਜਵਾਨੀ ਵਾਲੀ ਮਤਾਨਤ। ਉਹਦੀ ਖੱਬੀ ਢਾਕ ਉੱਤੇ ਇੱਕ ਹੋਰ ਸਾਲ ਦਾ ਜਵਾਕ ਚੱਕਿਆ ਸੀ, ਜੋ ਉਹਦੀ ਧਨਹੀਣ ਮਾਨਵਤਾ ਦਾ ਜਾਣੋ ਕੋਈ ਖੱਪਾ ਭਰ ਰਿਹਾ ਸੀ। ਉਹ ਆਪਣੇ ਪੁੱਤਰ ਨੂੰ ਕਹਿ ਕੁਝ ਨਹੀਂ ਸੀ ਰਹੀ, ਜਿਵੇਂ ਉਹਨੂੰ ਪਤਾ ਹੋਵੇ ਕਿ ਉਹਦੇ ਤਨ ਦੇ ਨਿੱਘ ਨਾਲ ਹੀ ਉਹਦੇ ਪੁੱਤਰ ਨੂੰ ਉਹ ਤਸਕੀਨ ਮਿਲ ਜਾਏਗੀ ਜਿਹਦੀ ਇਸ ਵੇਲੇ ਲੋੜ ਸੀ। ਤੇ ਮਾਂ ਤੇ ਉਹਦੇ 2 ਬਾਲਕ ਕੇਵਲ ਇੱਕ ਜਿਉਂਦਾ ਜਾਗਦਾ ਬੁੱਤ ਬਣਾਈ ਖੜੇ ਸਨ। ਦੁਕਾਨਦਾਰ ਦਾ ਸਮਾਨ ਚੁੱਕਣ ਨੂੰ ਇੰਨੇ 'ਚ ਉਹਦਾ ਆਪਣਾ ਪੁੱਤਰ ਤੇ ਛੋਟਾ ਭਰਾ ਆ ਗਏ, ਪਰ ਉਸ ਮੁੰਡੇ ਨੂੰ ਰਵਾਉਣ ਉੱਤੇ ਕੁਝ ਪਛਤਾਉਂਦਾ ਜਿਹਾ ਉਸ ਬੁੱਤ ਟੱਬਰ ਪਾਸ ਜਾ ਕੇ ਆਪਣੀ ਸੁਹਿਰਦਤਾ ਤੇ ਮਿੱਤਰਤਾ ਦੱਸਣ ਤੇ ਮਜਬੂਰ ਹੋ ਗਿਆ। ਮੈਂ ਇਹਨੂੰ ਗੁੱਸੇ ਨਾਲ ਨਹੀਂ ਮਾਰਿਆ, ਮੈਂ ਤਾਂ ਐਵੇਂ ਹੌਲੀ ਜਿਹੀ ਇਹਨੂੰ ਹਟਾਇਆ ਸੀ। ਉਹਨੇ ਮੁੰਡੇ ਦੀ ਮਾਂ ਪਾਸੋਂ ਜਾਣੋ ਖਿਮਾ ਮੰਗੀ ਤੇ ਫਿਰ ਉਹਨੇ ਮੁੰਡੇ ਨੂੰ ਬੜੇ ਪਿਆਰ ਨਾਲ ਆਖਿਆ, ਬੱਚੂ ਮੈਂ ਤੈਨੂੰ ਗੁੱਸੇ ਨਾਲ ਤਾਂ ਨਹੀਂ ਸੀ ਹਟਾਇਆ, ਤੇ ਜੇਬ ਚੋਂ ਕੱਢ ਕੇ ਰਿਓੜੀਆਂ ਪੇਸ਼ ਕੀਤੀਆਂ, ਜਿਨ੍ਹਾਂ ਨੂੰ ਇਸ ਵੇਲੇ ਉਸ ਮੁੰਡੇ ਨੇ ਨਾ ਫੜਿਆ। ਕੋਈ ਨਹੀਂ, ਚੁੱਪ ਕਰ ਜਾਊ, ਬਾਜੀਗਰਨੀ ਨੇ ਸਥਾਨਕ ਪੰਜਾਬੀ ਉਚਾਰਨ 'ਚ ਆਖਿਆ। ਰਿਓੜੀਆਂ ਵੀ ਉਹਨੇ ਨਾ ਫੜੀਆਂ। ਦੁਕਾਨਦਾਰ ਕੋਈ ਚਾਰਾ ਨਾ ਵੇਖ ਕੇ ਆਪਣੀ ਦੁਕਾਨ ਵੱਲ ਨੂੰ ਚਲਾ ਗਿਆ, ਪਰ ਉਸ ਮੁੰਡੇ ਦਾ ਰੋਣ ਨਹੀਂ ਸੀ ਥੰਮਦਾ। ਇਉਂ ਜਾਪਦਾ ਸੀ ਜਿਵੇਂ ਉਹਨੂੰ ਘਰ 'ਚ ਕਿਸੇ ਨੇ ਬਹੁਤ ਘੱਟ ਹੀ ਘੂਰਿਆ ਹੋਵੇ। ਉਹ ਇਸ ਤਰ੍ਹਾਂ ਹੌਕੇ ਭਰ ਕੇ ਰੋ ਰਿਹਾ ਸੀ, ਜਿਵੇਂ ਕਿਸੇ ਭਲੇ ਚੰਗੇ ਘਰ ਦਾ ਲਾਡਲਾ ਹੁੰਦਾ ਤੇ ਕਿਸੇ ਦੀ ਘੂਰ ਬਰਦਾਸ਼ਤ ਨਹੀਂ ਸੀ ਕਰ ਸਕਦਾ ਹੁੰਦਾ। ਉਹਦੇ ਇਸ ਰੋਣ ਤੇ ਹੌਕਿਆਂ ਨੇ ਲਾਰੀ ਪਾਸ ਖੜੇ ਮੁਸਾਫਰਾਂ ਦਾ ਧਿਆਨ ਵੀ ਖਿੱਚ ਲਿਆ। ਮੁੰਡਾ ਇਉਂ ਰੋਂਦਾ ਜਿਵੇਂ ਚਾਚੇ ਨੇ ਮਾਰਿਆ ਹੋਵੇ, ਇੱਕ ਨੇ ਕੁਝ ਸ਼ਰਾਰਤ ਨਾਲ ਆਖਿਆ। ਦੂਜੇ ਨੇ ਇਸ ਗੱਲ ਨੂੰ ਅੱਗੇ ਨਾ ਚੱਲਣ ਦਿੱਤਾ। ਮਾਂ ਕੋਲ ਤਾਂ ਭਾਈ ਗਰੀਬ ਤੋਂ ਗਰੀਬ ਦੀ ਫਰਿਆਦ ਹੋ ਜਾਂਦੀ ਹੈ। ਉਹਨੂੰ ਗੁੱਸਾ ਤੇ ਇਸ ਗੱਲ ਦਾ ਹੈ ਕਿ ਮੇਰੀ ਮਾਂ ਚੁੱਪ ਕਿਉਂ ਖੜੀ ਹੈ, ਉਸ ਬਾਣੀਏ ਨਾਲ ਕੁਪੱਤ ਕਿਉਂ ਨਹੀਂ ਕਰਦੀ। ਇਹ ਵੀ ਠੀਕ ਹੈ, ਪਹਿਲੇ ਨੇ ਮੰਨ ਲਿਆ। ਇਹ ਬਾਜੀਗਰਨੀ ਕੁਝ ਵਧੇਰੀ ਸਾਊ ਲੱਗਦੀ ਹੈ। ਆਪਣੇ ਪਿੰਡਾਂ ਵਿੱਚ ਤੁਸੀਂ ਕਿਸੇ ਦਲਿਤ ਦੇ ਪੁੱਤ ਨੂੰ ਉਹਦੇ ਸਾਹਮਣੇ ਹੱਥ ਲਾ ਕੇ ਤਾਂ ਦੇਖੋ ਜੇ ਨੌਂਦਰਾਂ ਨਾਲ ਢਿੱਡ ਨਾ ਪਾੜਦੇ। ਗੱਲ ਠੀਕ ਸੀ, ਤੇ ਹੈਰਾਨੀ ਦੀ ਗੱਲ ਉਹ ਬਾਜੀਗਰਨੀ ਸ਼ਾਂਤੀ ਦਾ ਪੁੰਜ ਬਣੀ ਖੜੀ ਸੀ। ਆਪਣੀ ਬੁੱਕਲ 'ਚੋਂ ਇਸ ਮੁੰਡੇ ਨੂੰ ਇਉਂ ਲਈ ਖੜੀ ਸੀ ਜਿਵੇਂ ਮੀਂਹ ਹਨੇਰੀ 'ਚ ਗਊ ਆਪਣੇ ਮੱਛਰੂ ਨੂੰ ਲੈਂਦੀ ਹੈ। ਇਸ ਮੁੰਡੇ ਦਾ ਪਿਓ ਨਹੀਂ ਹੋਣਾ, ਪਹਿਲੇ ਨੇ ਫੇਰ ਆਖਿਆ। ਵਿਚਾਰਾ ਬਹੁਤ ਹੀ ਹੇਰਵਾ ਕਰਦਾ ਹੈ। ਇਸ ਹਮਦਰਦੀ ਨੇ ਜੋਸ਼ 'ਚ ਦੋਵੇਂ ਕੁਝ ਵੱਧ ਕੇ ਉਸ ਬਾਜੀਗਰਨੀ ਤੇ ਮੁੰਡੇ ਦੇ ਜ਼ਰਾ ਨੇੜੇ ਚਲੇ ਗਏ। ਕੀ ਗੱਲ ਹੈ, ਮੁੰਡਾ ਕਿਉਂ ਰੋਂਦਾ ਇੰਨਾ?
ਉਹਨਾਂ ਵਿੱਚੋਂ ਇੱਕ ਨੇ ਬਾਜੀਗਰਨੀ ਨੂੰ ਭਾਈ ਜਾਂ ਬੀਬੀ ਕਹਿਣ ਤੋਂ ਬਿਨਾਂ ਹੀ ਪੁੱਛਿਆ। ਕੋਈ ਗੱਲ ਨਹੀਂ, ਚੁੱਪ ਕਰ ਜੂ ਹੁਣੇ, ਬਾਜੀਗਰਨੀ ਨੇ ਪਹਿਲਾਂ ਵਾਂਗ ਹੀ ਬੇਦਿਲੀ ਨਾਲ ਉੱਤਰ ਦਿੱਤਾ। ਉਸ ਲਾਲੇ ਦਾ ਇਹਨੇ ਕੀ ਵਿਗਾੜਿਆ ਸੀ? ਦੂਜੇ ਨੇ ਕੁਝ ਲੋੜ ਤੋਂ ਵੱਧ ਹਮਦਰਦੀ ਨਾਲ ਆਖਿਆ। ਭਾਰੀ ਚੱਕਿਆ ਸੀ ਨਾ, ਨਹੀਂ ਚੁਕਾਉਣਾ ਸੀ ਤਾਂ ਨਾ ਸੀ, ਮਾਰਨ ਦਾ ਕੀ ਰਾਹ ਨਿਆਣੇ ਨੂੰ। ਬਾਜੀਗਰਨੀ ਉੱਤੇ ਇਸ ਹਮਦਰਦੀ ਦਾ ਕੋਈ ਅਸਰ ਨਾ ਹੋਇਆ। ਫਿਰ ਉਹਨੇ ਬਾਜੀਗਰਨੀ ਨੂੰ ਸੰਬੋਧਨ ਕਰਕੇ ਪੁੱਛਿਆ, ਤੁਸੀਂ ਆਪਣੇ ਨਿਆਣਿਆਂ ਨੂੰ ਮੰਗਣ ਕਿਉਂ ਭੇਜ ਦਿੰਦੇ ਹੋ ਬਾਹਰ? ਅਸੀਂ ਮੰਗਦੇ ਕਦੋਂ ਆ ਕਿਸੇ ਤੋਂ? ਬਾਜੀਗਰਨੀ ਨੇ ਕੁਝ ਕੌੜ ਮੰਨ ਕੇ ਆਖਿਆ, ਇਸ ਦਾ ਕਾਰ ਮਜ਼ਦੂਰੀ ਕਰਦੇ ਆ। ਆਹੋ, ਦੂਜੇ ਨੇ ਉਹਦਾ ਸਮਰਥਨ ਕਰਦੇ ਕਿਹਾ, ਮੰਗਦੇ ਕਾਹਨੂੰ ਨੇ, ਇਹ ਬੋਝਾ ਚੁੱਕਦੇ ਆ। ਕਿਸੇ ਦਾ ਤਾਂ ਕੋਈ ਆਨਾ ਟਕਾ ਦਿੰਦਾ ਹੈ, ਇਹਨਾਂ ਨੂੰ ਮੰਗਦੇ ਨਹੀਂ ਇਹ ਕਿਸੇ ਕੋਲੋਂ ਕੁਝ, ਮੰਗ ਵੀ ਲੈਂਦੇ ਆ ਨਾਲ ਨਾਲ। ਪਹਿਲੇ ਨੇ ਵਧੇਰੇ ਯਥਾਰਥਵਾਦੀ ਹੋ ਕੇ ਕਿਹਾ। ਬਾਜੀਗਰਨੀ ਨੇ ਕੋਈ ਉੱਤਰ ਨਾ ਦਿੱਤਾ। ਇਸ ਆਰੋਪ ਦਾ ਕੋਈ ਉੱਤਰ ਹੈ ਵੀ ਨਹੀਂ ਸੀ। ਇਹਦਾ ਪਿਓ ਕਿੱਥੇ ਹੈ? ਉਹਨੇ ਫੇਰ ਪੁੱਛਿਆ, ਭਾਵੇਂ ਇਸ ਪੁੱਛ ਦਾ ਕੋਈ ਸਿੱਧਾ ਅਰਥ ਨਹੀਂ ਸੀ। ਇਹ ਵਿਚਾਰਾ ਪਿਓ ਤੋਂ ਬੰਝ ਹੈ, ਉਹਨੂੰ ਮਰੇ ਨੂੰ 5 ਵਰ੍ਹੇ ਹੋ ਗਏ। ਬਾਜੀਗਰਨੀ ਦੇ ਮਨ ਉੱਤੇ ਜਾਣੋ ਹੁਣ ਕੋਈ ਅਸਰ ਹੋ ਚੱਲਿਆ ਸੀ। ਤੁਹਾਡੇ ਜੇ ਕਿਸੇ ਦਾ ਘਰ ਵਾਲਾ ਜਾਂ ਪਿਓ ਮਰ ਜਾਏ ਤਾਂ ਦੂਜੇ ਕੁਝ ਮਦਦ ਵੀ ਕਰਦੇ ਆ ਕਿ ਸਾਡੇ ਵਾਂਗੂ ਅਣਪੁੱਛਿਆ ਹੀ ਛੱਡ ਦਿੰਦੇ ਆ ਆਪਣੀ ਆਪ ਨਿਬੇੜਨ ਨੂੰ? ਬਾਜੀਗਰਨੀ ਨੇ ਇਸ ਗੱਲ ਦਾ ਫੇਰ ਕੋਈ ਉੱਤਰ ਨਾ ਦਿੱਤਾ। ਉਹ ਪਰਦੇਸੀਆਂ ਨਾਲ ਆਪਣੇ ਘਰੋਗੀ ਮਾਮਲੇ ਖੋਲ੍ਹਣ ਨੂੰ ਤਿਆਰ ਨਹੀਂ ਸੀ, ਪਰ ਮੁਸਾਫਰਾਂ ਚੋਂ ਜਿਹੜਾ ਵਧੇਰੇ ਜਾਣਕਾਰ ਸੀ ਉਹਨੇ ਅੱਗੋਂ ਪੁੱਛ ਕਰ ਲਈ, ਤੂੰ ਫਿਰ ਦੂਜਾ ਆਦਮੀ ਨਹੀਂ ਕੀਤਾ? ਹੈ ਮੇਰਾ ਦਿਓਰ, ਬਾਜੀਗਰਨੀ ਨੇ ਜਵਾਬ ਦਿੱਤਾ, ਪਰ ਇਹ ਕਹਿ ਕੇ ਚੁੱਪ ਕਰ ਗਈ। ਓਏ, ਉਹ ਇਸ ਮੁੰਡੇ ਦਾ ਕੀ ਲੱਗਦਾ ਵਿਚਾਰੇ ਦਾ? ਚਾਚਾ ਤਾਇਆ ਹੀ ਨਾ, ਆਖਦੇ ਨਹੀਂ ਕਿ 100 ਤੇਲ ਤੇ 1 ਘਿਓ, 100 ਚਾਚਾ ਤੇ 1 ਪਿਓ। ਇੱਕ ਹੋਰ ਮੁਸਾਫਰ ਜੋ ਇਸ ਗੱਲ 'ਚ ਦਿਲਚਸਪੀ ਲੈਣ ਲੱਗ ਪਿਆ ਸੀ, ਕੋਲੋਂ ਬੋਲ ਉੱਠਿਆ। ਉਹਦੇ ਪਹਿਲੀ ਤੀਵੀਂ ਵੀ ਹੈ। ਬਾਜੀਗਰਨੀ ਨੇ ਹੁਣ ਆਪਣੇ ਮਨ ਦੀ ਇੱਕ ਝੀਲ ਖੋਲ ਦਿੱਤੀ। ਨਾਲੇ ਇਹਨਾਂ ਬਾਜੀਗਰਾਂ ਨੂੰ ਤੀਵੀਆਂ ਦੀ ਕਾਹਦੀ ਕਦਰ ਹੁੰਦੀ ਹੈ? ਇਹਨਾਂ ਨਾਲ ਤਾਂ ਇਹ ਕੰਮ ਕਰਨ ਵਾਲੀਆਂ ਗੁਲਾਮ ਹੁੰਦੀਆਂ ਨੇ, ਜਿਹਦੇ 2 ਹੋਣਗੀਆਂ ਬਹੁਤਾ ਕੰਮ ਕਰਨਗੀਆਂ। ਪਰ ਕਦਰ ਤਾਂ ਤੇਰੀ ਜ਼ਿਆਦਾ ਹੋਣੀ ਹੈ, ਤੀਜੇ ਮੁਸਾਫਰ ਨੇ ਜ਼ਰਾ ਦਲੇਰੀ ਨਾਲ ਬਾਜੀਗਰਨੀ ਨੂੰ ਕਿਹਾ। ਉਹ ਦੂਜੀ ਤੇਰੇ ਵਰਗੀ ਨਹੀਂ ਹੋਣੀ। ਉਸ ਮੁਸਾਫਰ ਦਾ ਇਸ਼ਾਰਾ ਬਾਜੀਗਰਨੀ ਦੀ ਸੂਰਤ ਵੱਲ ਸੀ। ਉਹ ਮੇਰੇ ਨਾਲੋਂ ਸੋਹਣੀ ਹੈ, ਬਾਜੀਗਰਨੀ ਨੇ ਨਿਮਰਤਾ ਨਾਲ ਪਰ ਨਿਰਝੱਕ ਹੋ ਕੇ ਆਖਤਾ। ਤੀਵੀਂ ਦਾ ਕੋਈ ਦੂਜੀ ਨੂੰ ਆਪਣੇ ਨਾਲੋਂ ਸੋਹਣੀ ਮੰਨਦੀ ਨਹੀਂ। ਪਹਿਲੇ 2 ਮੁਸਾਫਰਾਂ ਚੋਂ ਇੱਕ ਨੇ, ਜੋ ਜ਼ਰਾ ਵਧੇਰੇ ਚੇਤੰਨ ਜਿਹਾ ਸੀ, ਆਖਿਆ, ਮੈਂ ਗਰੀਬੜੀ ਦੁਖਿਆਰੀ ਜੋ ਹੋਈ। ਇਹ ਕਹਿੰਦੇ ਹੀ ਬਾਜੀਗਰਨੀ ਦੀਆਂ ਅੱਖਾਂ 'ਚ ਹੰਝੂ ਭਰ ਆਏ। ਤੁਸੀਂ ਮੈਨੂੰ ਹੋਰ ਦੁਖੀ ਨਾ ਕਰੋ, ਉਹਨੇ ਮੁਸਾਫਰਾਂ ਨੂੰ ਬੇਨਤੀ ਵਾਲੇ ਸੁਰ 'ਚ ਆਖਿਆ। ਮੁਸਾਫਰਾਂ ਨੂੰ ਉਸ ਬਾਜੀਗਰਨੀ ਦੇ ਦੁੱਖ ਦਾ ਕੁਝ ਪਤਾ ਨਹੀਂ ਸੀ, ਨਾ ਲੱਗ ਸਕਦਾ ਸੀ। ਇਹ ਠੀਕ ਸੀ ਕਿ ਇਹਦਾ ਪਹਿਲਾ ਪਤੀ ਮਰ ਚੁੱਕਾ ਸੀ ਤੇ ਉਹ ਹੁਣ ਆਪਣੇ ਦਿਓਰ ਦੇ ਘਰ ਵਸਦੀ ਸੀ, ਜਿੱਥੇ ਉਹਦੀ ਦਰਾਣੀ ਉਹਦੀ ਸੌਕਣ ਸੀ, ਪਰ ਉਹ ਸੋਹਣੀ ਸੂਰਤ ਵਾਲੀ ਸੀ, ਸੋਹਣੀ ਸਿਹਤ ਵਾਲੀ। ਉਹਦਾ ਵੱਡਾ ਮੁੰਡਾ ਤੇ ਗੋਦੀ ਚੱਕਿਆ ਬੱਚਾ ਜੋ ਸੋ ਸਪਸ਼ਟ ਸੀ ਉਹਦੇ ਦੂਜੇ ਪਤੀ ਤੋਂ ਸੀ। ਦੋਵੇਂ ਸੋਹਣੇ ਸਨ, ਪਰ ਉਹਨੂੰ ਉਹ ਕਿਹੜਾ ਦੁੱਖ ਹੋ ਸਕਦਾ ਜਿਸ ਕਰਕੇ ਆਪਣੇ ਆਪ ਨੂੰ ਦੁਖਿਆਰੀ ਆਖ ਰਹੀ ਸੀ? ਕੀ ਦੁਖਿਆਰਨ ਸਾਡੇ ਸੱਭਿਅ ਜੀਵਨ, ਜਾਗੀਰਦਾਰੀ ਜਾਂ ਪੂੰਜੀਵਾਦੀ ਜੀਵਨ ਦਾ ਇੱਕ ਲੱਛਣ ਨਹੀਂ? ਤੈਨੂੰ ਕਿਹੜੀ ਚੀਜ਼ ਨੇ ਦੁਖਿਆਰੀ ਬਣਾਇਆ ਹੋਇਆ? ਚੰਦ ਵਰਗੇ ਤੇਰੇ 2 ਪੁੱਤਰ ਨੇ, ਠੀਕ ਹੈ ਤੇਰਾ ਪਹਿਲਾ ਪਤੀ ਮਰ ਚੁੱਕਿਆ, ਪਰ ਹੁਣ ਤੂੰ ਵਿਧਵਾ ਹੀ ਵੀ ਨਹੀਂ। ਸੌਂਕਣ ਦੁਖੀ ਕਰਦੀ ਹੋਊਗੀ। ਦੂਜੇ ਮੁਸਾਫਰ ਨੇ ਉਹਦੇ ਦੁਖਿਆਰੇਪਨ ਦਾ ਕਾਰਨ ਲੱਭਣ ਦਾ ਯਤਨ ਕੀਤਾ। ਸੌਂਕਣ ਨੇ ਕੀ ਇਹਦੇ ਨਾਲ ਕੋਈ ਜਾਇਦਾਦ ਵੰਡਣੀ ਹੈ? ਪਹਿਲੇ ਨੇ ਉਪੇਖਿਆ ਕੀਤੀ। ਭਾਈ ਤੀਵੀਂ ਦੀ ਸਭ ਤੋਂ ਵੱਡੀ ਜਾਇਦਾਦ ਆਦਮੀ ਹੁੰਦਾ ਹੈ। ਇਹਦੇ ਆਦਮੀ ਦਾ ਇਹਦੇ ਵੱਲ ਰੁੱਖ ਘੱਟ ਹੋਊ, ਉਹਦੇ ਵੱਲ ਜ਼ਿਆਦਾ ਹੋਊ, ਹੋਰ ਕੀ? ਨਹੀਂ, ਉਹ ਤਾਂ ਮੇਰੇ ਵੱਲ ਬਥੇਰਾ ਰੁੱਖ ਕਰਦਾ ਹੈ, ਬਾਜੀਗਰਨੀ ਨੇ ਦੱਸਿਆ, ਜਿਵੇਂ ਪਹਿਲੀ ਗੱਲ ਤੇ ਉਹਦੇ ਆਤਮ ਅਭਿਮਾਨ ਤੇ ਕੋਈ ਸੱਟ ਮਾਰੀ ਹੋਵੇ। ਤਾਂ ਫਿਰ ਹੋਰ ਕੀ ਕਾਰਨ ਹੋ ਸਕਦਾ ਤੇਰੇ ਦੁੱਖ ਦਾ? ਤੁਸੀਂ ਕੀ ਲੈਣਾ ਪੁੱਛ ਕੇ? ਤੀਵੀਂ ਨੇ ਵੇਦਨਾ ਦਾ ਤੀਵੀਂ ਨੂੰ ਹੀ ਪਤਾ ਹੁੰਦਾ। ਬਾਜੀਗਰਨੀ ਨੇ ਬੜੀ ਸਿਆਣਪ ਨਾਲ ਆਖਿਆ, ਫਿਰ ਤੂੰ ਹੀ ਦਰਾਣੀ ਨੂੰ ਨਹੀਂ ਜਰਦੀ ਹੋਣੀ? ਇਸ ਇਲਜ਼ਾਮ ਦਾ ਬਾਜੀਗਰਨੀ ਨੇ ਕੋਈ ਉੱਤਰ ਨਾ ਦਿੱਤਾ, ਜਿਸ ਤੋਂ ਅਸੀਂ ਜੋ ਚੀਜ਼ ਚਾਹੇ ਅਨੁਮਾਨ ਲਗਾ ਸਕਦੇ ਹਾਂ। ਇਸ ਗੱਲਬਾਤ ਨੇ ਉਸ ਮੁੰਡੇ ਵੱਲੋਂ ਸਾਰਿਆਂ ਦਾ ਧਿਆਨ ਇਸ ਪੰਥ ਖਿੱਚ ਲਿਆ ਕਿ ਉਹਨੂੰ ਰੋਣ ਤੋਂ ਚੁੱਪ ਕਰਨਾ ਪਿਆ, ਤੇ ਇਹਨਾਂ ਵਿੱਚੋਂ ਕਿਸੇ ਨੂੰ ਪਤਾ ਵੀ ਨਹੀਂ ਲੱਗਾ ਕਿ ਉਹ ਚੁੱਪ ਕਰ ਗਿਆ ਸੀ। ਭਾਈ, ਇਹ ਸੰਸਾਰ ਦੁੱਖਾਂ ਦਾ ਭਰਿਆ ਪਿਆ, ਸਿਆਣੇ ਮੁਸਾਫਰ ਨੇ ਚਿੰਤਕਾਂ ਵਾਂਗ ਆਖਿਆ। ਇਹ ਦੁੱਖ ਕਦੇ ਇਸ ਸੰਸਾਰ ਤੋਂ ਚੱਕੇ ਵੀ ਜਾਣਗੇ? ਦੂਜੇ ਨੇ ਪੁੱਛਿਆ। ਹੁਣ ਤਾਈਂ ਤਾਂ ਅਸੀਂ ਸੰਸਾਰ ਉੱਤੇ ਦੁੱਖ ਨੂੰ ਅਸਵਾਰ ਹੀ ਸਮਝਿਆ, ਪਰ ਹੁਣ ਮਨੁੱਖ ਦੀ ਵਧੇਰੇ ਸਮਝ ਦੇ ਕਾਰਨ ਉਹਦੀ ਆਸ ਵੀ ਵੱਧ ਗਈ ਹੈ। ਹੁਣ ਮਨੁੱਖਾ ਸਮਾਜ ਕਿਸੇ ਚੇਤੰਨ ਯੋਜਨਾ ਉੱਤੇ ਚੱਲੇਗਾ ਤੇ ਚੱਲਣਾ। ਅਸੀਂ ਤਾਂ ਇਸ ਯੋਜਨਾ ਦੇ ਪ੍ਰਬੰਧ ਦੇ ਉਦੋਂ ਕਾਇਲ ਹੋਵਾਂਗੇ ਜਦੋਂ ਇਹਨਾਂ ਬਾਜੀਗਰਾਂ ਨੂੰ ਇਹ ਮੰਗਤਿਆਂ ਵਾਲਾ ਜੀਵਨ ਨਹੀਂ ਜਿਉਣਾ ਪਏਗਾ, ਜਦੋਂ ਇਸ ਉਮਰ ਦੇ ਮੁੰਡੇ ਮੁਸਾਫਰਾਂ ਦਾ ਬੋਝ ਚੁੱਕਣ ਲਈ ਅੱਡਿਆਂ ਉੱਤੇ ਨਹੀਂ ਘੁੰਮਿਆ ਕਰਨਗੇ, ਸਕੂਲੇ ਜਾਇਆ ਕਰਨਗੇ। ਹਾਂ, ਇਹ ਸਭ ਕੁਝ ਹੋ ਜਾਏਗਾ, ਸਿਆਣੇ ਮੁਸਾਫਰ ਨੇ ਉੱਤਰ ਦਿੱਤਾ।
ਇਸ ਗੱਲ ਉੱਤੇ ਜਿਵੇਂ ਬਾਜੀਗਰਨੀ ਨੂੰ ਕੋਈ ਬਿਜਲੀ ਦੀ ਆਸ ਭਰਿਆ ਧੱਕਾ ਲੱਗਾ। ਅੱਛਾ, ਸਾਨੂੰ ਵੀ ਕਦੇ ਰਹਿਣ ਨੂੰ ਘਰ ਮਿਲ ਜਾਣਗੇ ਤੇ ਸਾਡੇ ਨਿਆਣੇ ਵੀ ਕਦੇ ਸਕੂਲਾਂ 'ਚ ਪੜ੍ਹਿਆ ਕਰਨਗੇ? ਉਹਨੇ ਉਤਸੁਕਤਾ ਨਾਲ ਪੁੱਛਿਆ। ਹਾਂ, ਸਭ ਕੁਝ ਹੋ ਜਾਏਗਾ। ਉਹਨੂੰ ਫੇਰ ਆਸ ਭਰਪੂਰ ਉੱਤਰ ਮਿਲਿਆ। ਬੱਸ ਦੇ ਡਰਾਈਵਰ ਨੇ ਹੌਰਨ ਦਿੱਤਾ। 5 ਮਿੰਟ ਦਾ ਸਟਾਪ, ਜਿਹੜਾ ਵੱਧ ਕੇ 7-8 ਮਿੰਟ ਹੋ ਗਿਆ ਸੀ, ਪੂਰਾ ਹੋ ਚੁੱਕਾ ਸੀ ਤੇ ਮੁਸਾਫਰ ਦੌੜ ਕੇ ਆਪਣੀਆਂ ਥਾਵਾਂ ਉੱਤੇ ਜਾ ਬੈਠੇ। ਧੰਨਵਾਦ। ਸੰਤ ਸਿੰਘ ਸੇਖੋਂ ਦੀ ਪੁਸਤਕ ਤੀਜਾ ਪੈਰ ਦੀ ਅਖੀਰਲੀ ਕਹਾਣੀ ਹੈ ਜੱਗ ਤੇ ਜਿਉਣਾ ਕੂੜ ਉਹਨਾਂ ਦਾ। ਜੇ ਉਹ ਸਾਵਣ 'ਚ ਜੰਮਿਆ ਹੁੰਦਾ ਤਾਂ ਭਾਵੇਂ ਉਹ ਬਚਪਨ ਵਿੱਚ ਹੀ ਅੰਨਾ ਹੋ ਗਿਆ ਸੀ। ਉਹਨੂੰ ਇਹ ਜੱਗ ਹਰਾ ਹਰਾ ਹੀ ਦਿਸਦਾ ਰਹਿਣਾ ਸੀ। ਬਹੁਤ ਲੋਕ ਚੰਗੇ ਘਰਾਂ 'ਚ ਜੰਮੇ ਹੋਏ ਅੰਨੇ ਹੋ ਕੇ ਵੀ ਇਸ ਜਹਾਨ ਦੇ ਸੁੱਖਾਂ ਤੋਂ ਮੂਲੋਂ ਵਾਂਝੇ ਨਹੀਂ ਜਾਂਦੇ। ਉਹਨਾਂ ਲਈ ਇਸ ਜੱਗ 'ਚ ਸੁੱਖ ਸੰਪਤ ਬਣਿਆ ਹੀ ਰਹਿੰਦਾ ਹੈ। ਪਰ ਮੱਘਰ ਤਾਂ ਮੱਘਰ 'ਚ ਜੰਮਿਆ ਸੀ, ਪਤਝੜ ਦੀ ਰੁੱਤ 'ਚ, ਜਦੋਂ ਪੰਜਾਬ 'ਚ ਵੀ ਕਈ ਰੁੱਖ ਤੂਤ ਟਾਹਲੀ ਆਦਿ ਪੱਤਿਆਂ ਤੋਂ ਸੱਖਣੇ ਹੋ ਜਾਂਦੇ ਹੈ ਤੇ ਜਹਾਨ ਸੁੰਨਾ ਸੁੰਨਾ ਲੱਗਣ ਲੱਗ ਜਾਂਦਾ ਹੈ। ਕਈ ਜਦੋਂ ਮੱਕੀਆਂ ਵੱਢੀਆਂ ਜਾ ਚੁੱਕੀਆਂ ਹੁੰਦੀਆਂ ਤੇ ਕਣਕਾਂ ਹਾਲੇ ਮਸਾਂ ਧਰਤੀ 'ਚੋਂ ਫੁੱਟਣ ਲੱਗਦੀਆਂ ਜਾਂ ਹਾਲੇ ਧਰਤੀ ਦੇ ਪੇਟ ਵਿੱਚ ਹੀ ਹੁੰਦੀਆਂ। ਇੱਕ ਗਰੀਬ ਕਿਰਸਾਨ ਘਰ 'ਚ ਜੰਮਿਆ ਸੀ, ਜਿਹਦੀ ਭੋਏ ਅੰਗਰੇਜ਼ੀ ਰਾਜ ਦੀ ਬਰਕਤ ਨਾਲ ਉਤਪੰਨ ਹੋਏ ਤੇ ਵਧੇ ਕਰਜ਼ੇ ਦੇ ਭਾਰ ਹੇਠ ਆ ਕੇ ਗਹਿਣੇ ਪੈ ਚੁੱਕੀ ਸੀ। ਤੇ ਫਿਰ ਜਦੋਂ ਕਿਰਸਾਨ ਘਰਾਣਾ ਬੁੱਢਾ ਬੁੱਢੀ ਤੇ ਉਹਨਾਂ ਦੇ 2 ਪੁੱਤਰ ਰੋਜ਼ੀ 10 ਮਣ ਅਨਾਜ ਦੀ ਭਾਲ 'ਚ ਮਾਰੇ ਮਾਲਵਾ ਮਾਝਾ ਦੇਸ਼ ਗਾਹ ਕੇ ਨਵੀਂ ਵਧੀ ਸੰਦਲਬਾਰ 'ਚ ਵਸੇ ਸਨ, ਤਾਂ ਉਹ ਇਹਨਾਂ ਉਜਾੜਿਆਂ ਵਸੇਵਿਆਂ ਵਿੱਚ ਹੀ ਕਿਧਰੇ ਇੱਕ ਅੱਖ ਤੋਂ ਬਿਲਕੁਲ ਵਾਂਝਾ ਹੋ ਚੁੱਕਾ ਸੀ ਤੇ ਦੂਜੀ ਅੱਖ ਦੀ ਲੋਅ ਬਾਰੇ ਵੀ ਬਹੁਤਾ ਆਸ਼ਾਵਾਦੀ ਨਹੀਂ ਰਹਿ ਗਿਆ ਸੀ। ਕਈ ਵਾਰੀ ਜਦੋਂ ਇੱਕ ਅੱਖ ਅੰਨੀ ਹੋ ਜਾਂਦੀ ਹੈ ਤਾਂ ਦੂਜੀ ਅੱਖ ਵੀ ਹਮਦਰਦੀ ਵਜੋਂ ਆਪਣੀ ਲੋਅ ਗੁਆਉਣ ਲੱਗ ਜਾਂਦੀ ਹੈ। ਸੋ ਇਸ ਤਰ੍ਹਾਂ ਉਹਦੀ ਦੂਜੀ ਅੱਖ ਦੀ ਲੋਅ ਵੀ ਦਿਨ ਬ ਦਿਨ ਥੋੜ੍ਹੀ ਹੁੰਦੀ ਜਾ ਰਹੀ ਸੀ ਤੇ ਉਹਦੀ ਉਮਰ 15 ਕੁ ਵਰ੍ਹੇ ਦੀ ਹੋ ਚੱਲੀ ਸੀ। ਉਹਦੇ ਵੱਡੇ ਭਰਾ ਸ਼ਰਮੇ ਦਾ ਵਿਆਹ ਹੋ ਗਿਆ ਸੀ। ਗਰੀਬਾਂ ਦੇ ਕਿਹੜੇ ਵਿਆਹ ਨਹੀਂ ਹੁੰਦੇ। ਭਾਵੇਂ ਆਖਦੀ ਹੈ ਕਿ ਵਿਆਹ ਰੁਜ਼ਗਾਰ ਦੀ ਇੱਕ ਤਰ੍ਹਾਂ ਦੀ ਪ੍ਰੀਖਿਆ ਹੁੰਦਾ ਹੈ। ਉੜਕ ਗਰੀਬਾਂ ਦੇ ਘਰੇ ਵੀ ਧੀਆਂ ਹੁੰਦੀਆਂ ਨੇ ਤੇ ਉਹਨਾਂ ਦੇ ਵਿਆਹ ਗਰੀਬਾਂ ਦੇ ਘਰ ਹੀ ਹੋਣੇ ਹੁੰਦੇ ਨੇ। ਸੋ ਭਾਵੇਂ ਮੱਘਰ ਦਾ ਘਰ ਗਰੀਬ ਭੋਏ ਰਹਿਤ ਰਾਹ ਕਿਰਸਾਨ ਦਾ ਘਰ ਸੀ, ਉਹਦੇ ਵੱਡੇ ਭਰਾ ਦਾ ਵੀ ਵਿਆਹ ਹੋ ਗਿਆ, ਜਿਸ ਨਾਲ ਜਾਣ ਇਸ ਘਰ ਦਾ ਵੀ ਦੇਸ਼ ਦੇ ਜਹਾਨ ਦੇ ਭਵਿੱਖ 'ਚ ਹਿੱਸਾ ਪੈ ਗਿਆ। ਉਂਝ ਤਾਂ ਮੱਘਰ ਦੀ ਇੱਕ ਵੱਡੀ ਭੈਣ ਵੀ ਸੀ, ਜੋ ਪਰਿਵਾਰ ਦੇ ਆਪਣੇ ਭੋਏ ਖੁਆ ਬੈਠਣ ਤੋਂ ਪਹਿਲਾਂ ਇੱਕ ਚੰਗੇ ਚੌਧਰੀ ਘਰ 'ਚ ਵਿਆਹੀ ਜਾ ਚੁੱਕੀ ਸੀ। ਪਰ ਹਾਲੇ ਸਾਡੇ ਸੰਸਾਰ ਵਿੱਚ ਧੀਆਂ ਦੀ ਸੰਤਾਨ ਨਾਲ ਪਰਿਵਾਰ ਦਾ ਉਹ ਸੰਬੰਧ ਨਹੀਂ ਹੁੰਦਾ ਜੋ ਪੁੱਤਰਾਂ ਦੀ ਸੰਤਾਨ ਨਾਲ ਹੁੰਦਾ ਹੈ। ਹਾਲੇ ਤੱਕ ਸਾਡੇ ਪਰਿਵਾਰ ਦਾ ਭਵਿੱਖ ਵਿੱਚ ਭਾਗ ਕੇਵਲ ਪੁੱਤਰਾਂ ਦੀ ਸੰਤਾਨ ਉੱਤੇ ਹੀ ਨਿਰਭਰ ਹੈ। ਖੈਰ ਇਸ ਤਰ੍ਹਾਂ ਵੀ ਇਸ ਗਰੀਬ ਘਰ ਦਾ ਇਸ ਸੰਸਾਰ ਦੇ ਭਵਿੱਖ 'ਚ ਭਾਗ ਪੈ ਚੁੱਕਾ ਸੀ। ਇਸ ਘਰ 'ਚ ਵੀ ਉਹ ਲੱਛਮੀ ਆ ਪ੍ਰਵਿਸ਼ਟ ਹੋਈ, ਜਿਸ ਨਾਲ ਕਿਸੇ ਦਾ ਕਿਸੇ ਵੀ ਕਾਰਜ ਉਦਯੋਗ ਜਾਂ ਪ੍ਰਬੰਧ 'ਚ ਹਿੱਸਾ ਪੈਂਦਾ ਹੈ। ਇਸਤਰੀ ਨੂੰ ਲੱਛਮੀ ਇਸੇ ਕਰਕੇ ਕਿਹਾ ਗਿਆ। ਮੱਘਰ ਦੀ ਭਰਜਾਈ ਵੀ ਇੱਕ ਕੂਲੀ ਜਿਹੀ ਉਮਰ ਦੀ ਤੇ ਕੂਲੇ ਜਿਹੇ ਸਰੀਰ ਦੀ 14-15 ਸਾਲ ਦੀ ਯੁਵਤੀ ਸੀ। ਉਹਦਾ ਸੁਭਾਅ ਵੀ ਹਾਲੇ ਕੂਲਾ ਸੀ। ਭਾਵੇਂ ਆਉਂਦੇ ਸਾਲਾਂ 'ਚ ਉਮਰ ਦੇ ਤੇ ਸਰੀਰ ਦੇ ਸਖਤ ਹੋ ਜਾਣ ਨਾਲ ਇਸ ਸੁਭਾਅ ਨੇ ਵੀ ਸਖਤ ਹੋ ਜਾਣਾ ਸੀ, ਪਰ ਹਾਲੀ ਇਉਂ ਨਹੀਂ ਸੀ ਹੋਇਆ। ਹਾਲੀ ਉਹਦਾ ਸਭ ਕੁਝ ਉਮਰ, ਸਰੀਰ ਤੇ ਸੁਭਾਅ ਕੂਲਾ ਹੀ ਸੀ। ਮੱਘਰ ਦੀ ਮਾਂ ਮਰ ਚੁੱਕੀ ਸੀ, ਜਿਸ ਨਾਲ ਮੱਘਰ ਦੇ ਝੌਲੇ ਜਿਹੇ ਸਰੀਰ 'ਚ ਹਨੇਰਾ ਵੱਧ ਜਾਣ ਦਾ ਡਰ ਹੋ ਸਕਦਾ ਹੈ। ਪਰ ਇਸ ਕੂਲੀ ਜਿਹੀ ਮੁਟਿਆਰ ਨੇ ਕੁਝ ਚਿਰ ਲਈ ਇਸ ਹਨੇਰੇ ਨੂੰ ਵਧਣ ਤੋਂ ਸ਼ਾਇਦ ਰੋਕ ਦਿੱਤਾ ਸੀ। ਪਰ ਨਹੀਂ, ਉਹ ਵੀ ਮੱਘਰ ਦੀ ਰਹਿੰਦੀ ਅੱਖ ਦੀ ਲੋਅ ਦੇ ਘਟਣ ਨੂੰ ਰੋਕ ਨਹੀਂ ਸੀ ਸਕੀ। ਉਹਨੂੰ ਮੱਘਰ ਬਹੁਤ ਚੰਗਾ ਲੱਗਦਾ ਸੀ। ਉਹਨੂੰ ਮੱਘਰ ਉੱਤੇ ਤਰਸ ਆਉਂਦਾ ਸੀ। ਉਹ ਕਹਿ ਨਹੀਂ ਸੀ ਸਕਦੀ ਕਿਉਂ, ਪਰ ਇਹ ਗੱਲ ਜ਼ਰੂਰ ਸੀ ਕਿ ਮੱਘਰ ਉਹਨੂੰ ਚੰਗਾ ਲੱਗਦਾ ਸੀ। ਉਹਦੀ ਮੱਘਰ ਵੱਲ ਸੁਹਿਰਦਤਾ ਨਿਰੀ ਭਰਜਾਈ ਦੀ ਦਿਓਰ ਵੱਲ ਸੁਹਿਰਦਤਾ ਨਹੀਂ ਸੀ। ਮੱਘਰ ਉਹਦੇ ਪਤੀ ਦਾ ਕੋਈ ਵਿਕਲਪ ਰੂਪ ਨਹੀਂ ਸੀ। ਮੱਘਰ ਉਸ ਲਈ ਇੱਕ ਬਿਨਾਂ ਤਨਖਾਹ ਦੇ ਨੌਕਰ ਦਾ ਕੰਮ ਹੋਣ ਜੋਗਾ ਵੀ ਨਹੀਂ ਸੀ। ਪੇਂਡੂ ਰੀਤ ਅਨੁਸਾਰ ਮੱਘਰ ਉਹਦੀ ਬੱਕਰੀ, ਭੇਡ, ਗਊ, ਮੱਝ ਵੀ ਚਰਾ ਨਹੀਂ ਸੀ ਸਕਦਾ। ਉਹ ਖੇਤੀ ਦੇ ਕਾਰ ਵਿਹਾਰ 'ਚ ਉਹਦੇ ਪਤੀ ਦਾ ਬਹੁਤਾ ਸਹਾਈ ਨਹੀਂ ਸੀ ਹੋ ਸਕਦਾ। ਉਹਦੀ ਇੱਕ ਅੱਖ ਦੀ ਲੋਅ ਕੇਵਲ ਇੰਨੀ ਕੁ ਸੀ ਜਿਸ ਨਾਲ ਉਹ ਆਪਣੀ ਸਧਾਰਨ ਸਰੀਰਕ ਕਿਰਿਆ ਸਾਧ ਸਕਦਾ ਸੀ, ਤਾਂ ਵੀ ਉਹਨੂੰ ਮੱਘਰ ਚੰਗਾ ਲੱਗਦਾ ਸੀ। ਛੋਟੇ ਭਰਾ ਜਿਹਾ ਪਿਆਰਾ ਲੱਗਦਾ। ਛੋਟਾ ਭਰਾ ਜੇ ਅੰਨਾ ਕਾਣਾ ਹੋਵੇ ਤਾਂ ਪਿਆਰਾ ਲੱਗਣੋਂ ਤਾਂ ਨਹੀਂ ਹਟ ਜਾਂਦਾ। ਵਿਸ਼ੇਸ਼ ਕਰਕੇ ਇਸਤਰੀਆਂ ਨੂੰ। ਅਸਲ 'ਚ ਮੱਘਰ ਵੱਲ ਉਹਦੀ ਭਰਜਾਈ ਦੀ ਸੁਹਿਰਦਤਾ ਵਿੱਚ ਕੋਈ ਵਿਸ਼ੇਸ਼ਤਾ ਨਹੀਂ ਸੀ। ਉਹ ਕੂਲੀ ਜਿਹੀ ਮੁਟਿਆਰ ਨੂੰ ਹਾਲੇ ਜਹਾਨ ਉੱਪਰਲਾ ਸਭ ਕੁਝ ਚੰਗਾ ਲੱਗਦਾ ਸੀ। ਉਹਨੂੰ ਆਪਣਾ ਪਤੀ ਧਰਮਾ ਪਿਆਰਾ ਲੱਗਦਾ ਤੇ ਉਸ ਨਾਲ ਉਹ ਧਰਤੀ ਜਿਸ ਉੱਤੇ ਉਹ ਤੁਰਦਾ ਫਿਰਦਾ ਸੀ, ਹਲ ਵਾਹੁੰਦਾ, ਪਾਣੀ ਲਗਾਉਂਦਾ, ਉਹ ਕੰਧਾਂ ਜਿਨ੍ਹਾਂ 'ਚੋਂ ਦਿਨੇ ਰਹਿੰਦਾ ਰਾਤੀ ਸੌਂਦਾ ਸੀ, ਉਹ ਸੰਬੰਧੀ ਤੇ ਮਿੱਤਰ ਜਿਨ੍ਹਾਂ 'ਚੋਂ ਬੈਠਦਾ ਤੇ ਉਹ ਮੁਨਾਖਾ ਜਿਹਾ ਮੁੰਡਾ ਜਿਹਨੂੰ ਉਹ ਭਾਈ ਸਮਝਦਾ ਸੀ, ਸਭ ਕੁਝ ਉਹਨੂੰ ਪਿਆਰਾ ਲੱਗਦਾ ਸੀ। ਸੱਸ ਜਿਹਨੇ ਸ਼ਾਇਦ ਉਹਨੂੰ ਪਿਆਰੀ ਨਹੀਂ ਲੱਗਣਾ ਸੀ, ਮਰ ਚੁੱਕੀ ਸੀ
ਤੇ ਸਹੁਰਾ ਕੰਮਕਾਜ 'ਚ ਉਹਦੇ ਪਤੀ ਨਾਲੋਂ ਵੀ ਰਤਾ ਮਾਸਾ ਕੁਝ ਤਕੜਾ ਤੇ ਹਿੰਮਤੀ ਸੀ ਤੇ ਉਹਨੇ ਵੀ ਛੇਤੀ ਲੱਦ ਜਾਣਾ ਸੀ। ਮੱਘਰ ਨੂੰ ਵੀ ਉਹ ਪਿਆਰੀ ਲੱਗਦੀ ਹੋਏਗੀ, ਪਰ ਉਹ ਇਸ ਬਾਰੇ ਕੁਝ ਆਖ ਨਹੀਂ ਸੀ ਸਕਦਾ। ਮੱਘਰ ਉਹਨੂੰ ਮਖੌਲ ਨਹੀਂ ਸੀ ਕਰ ਸਕਦਾ, ਉਹ ਨਾਲ ਚਾਅ ਚੋਚਲੇ ਨਹੀਂ ਸੀ ਕਰ ਸਕਦਾ, ਉਹ ਕਿਸੇ ਨਾਲ ਵੀ ਠੱਠਾ ਮਖੌਲ ਨਹੀਂ ਸੀ ਕਰ ਸਕਦਾ। ਮੱਘਰ ਦੀ ਭਰਜਾਈ ਕਣਕ ਵੰਨੀ ਸੋਹਣੀ ਸੀ, ਪਤਲੀ, ਬੇਰੀ ਦੀ ਲਗਰ ਜਿਹੀ, ਸਿੱਧੀ, ਲਚਕਦਾਰ। ਪਿੰਡ ਦੇ ਮੁੰਡੇ ਮੱਘਰ ਨੂੰ ਉਹਦੀ ਭਰਜਾਈ ਦੀ ਜਵਾਨੀ ਤੇ ਸੁਹੱਪਣ ਉੱਤੇ ਮਖੌਲ ਕਰਦੇ, ਉਹਨੂੰ ਉਸ ਭਰਜਾਈ ਨਾਲ ਕੋਝਾ ਮਖੌਲ ਕਰਨ ਲਈ ਉਭਾਰਦੇ, ਉਹਨੂੰ ਉਸ ਭਰਜਾਈ ਵਿੱਚ ਭਰਾ ਦਾ ਹਿੱਸੇਦਾਰ ਬਣਨ ਲਈ ਵੰਗਾਰਦੇ। ਪਰ ਮੱਘਰ ਉਸ ਉਭਾਰ ਨੂੰ, ਇਸ ਵੰਗਾਰ ਨੂੰ ਕਿਵੇਂ ਪ੍ਰਵਾਨ ਕਰ ਸਕਦਾ ਸੀ? ਠੀਕ ਹੈ, ਉਹਦੀ ਭਰਜਾਈ ਬੜੀ ਚੰਗੀ ਸੀ, ਉਸ ਨਾਲ ਬੜਾ ਦਇਆਮਈ ਵਰਤਾਰਾ ਰੱਖਦੀ ਸੀ, ਪਰ ਮੱਘਰ ਆਪਣੇ ਆਪ ਨੂੰ ਕੀ ਸਮਝ ਸਕਦਾ ਸੀ? ਉਹ ਆਪਣੇ ਆਪ ਨੂੰ ਕਦੀ ਨੌਜਵਾਨ ਕਿਵੇਂ ਆਖ ਸਕਦਾ ਸੀ? ਅੱਖਾਂ ਤੋਂ ਹੀਣਾ ਬੰਦਾ ਵੀ ਆਪਣੇ ਆਪ ਨੂੰ ਕਦੀ ਨੌਜਵਾਨ ਆਖ ਜਾ ਖਵਾ ਸਕਦਾ? ਜਿਸ ਘਰ 'ਚ ਮੱਘਰ ਦਾ ਪਰਿਵਾਰ ਰਹਿੰਦਾ ਸੀ, ਇਹ ਘਰ ਵੀ ਉਹਨਾਂ ਦਾ ਆਪਣਾ ਤਾਂ ਨਹੀਂ ਸੀ, ਕਿਸੇ ਹੋਰ ਭੋਏ ਦੇ ਮਾਲਕ ਜ਼ਿਮੀਂਦਾਰ ਦਾ ਸੀ। ਉਸ ਘਰ ਦੇ ਸਾਹਮਣੇ ਪਿੰਡ ਦੀ ਧਰਮਸ਼ਾਲਾ ਸੀ, ਜਿਸ 'ਚ ਪਿੰਡ ਵਾਲਿਆਂ ਨੂੰ ਗੁਰੂ ਗ੍ਰੰਥ ਸਾਹਿਬ ਲਈ ਕਮਰੇ ਤੋਂ ਉਪਰੰਤ ਆਉਣ ਜਾਣ ਵਾਲੇ ਰਾਹੀ ਮੁਸਾਫਿਰ ਸਾਧ ਸੰਤ ਤੇ ਜੰਝ ਬਰਾਤ ਲਈ 2-3 ਕਮਰੇ ਹੋਰ ਵੀ ਬਣਾ ਦਿੱਤੇ ਸਨ। ਇਸ ਧਰਮਸ਼ਾਲਾ 'ਚ ਪੱਕੇ ਗ੍ਰੰਥੀ ਤੋਂ ਬਿਨਾਂ ਹੋਰ ਵੀ ਬਹੁਤ ਸਾਧ ਸੰਤ ਆਏ ਰਹਿੰਦੇ ਸੀ। ਬਾਰ ਹਾਲੀ ਨਵੀਂ ਆਬਾਦ ਹੋਈ ਸੀ, ਲੋਕਾਂ ਨੂੰ ਕਣਕ ਖਾਣ ਲਈ ਨਹੀਂ, ਖਾਣ ਤੋਂ ਵੱਧ ਵੀ ਕਈ ਪੁਸ਼ਤਾਂ 'ਚ ਪ੍ਰਾਪਤ ਹੋਣ ਲੱਗੀ ਸੀ, ਤੇ ਉਹ ਆਏ ਗਏ ਸਾਧੂ ਨੂੰ ਰੋਟੀ ਨਹੀਂ, ਦੁੱਧ ਮੱਖਣ ਤੱਕ ਦੇਣ ਦਾ ਦਿਲ ਵੀ ਰੱਖਦੇ ਸੀ। ਤੇ ਉਹਨਾਂ ਦੇ ਇਸ ਦਿਲ ਨੂੰ ਰੱਖਣ ਵਾਲੇ ਸਾਧਾਂ ਸੰਤਾਂ ਦਾ ਤੋਟਾ ਕਿਸ ਤਰ੍ਹਾਂ ਹੋ ਸਕਦਾ ਸੀ? ਵਿਹਲੇ ਸਮੇਂ ਪਿੰਡ ਦੇ ਲੋਕ ਵਧੇਰੇ ਕਰਕੇ ਅਧਖੜ ਉਮਰ ਦੇ ਪੁਰਖ ਜਾਂ ਕੋਈ ਬਿਮਾਰ ਠਮਾਰ ਜਵਾਨ ਉਹਨਾਂ ਆਏ ਗਏ ਸਾਧਾਂ ਸੰਤਾਂ ਕੋਲ ਆ ਕੇ ਬੈਠਦੇ, ਉਹਨਾਂ ਪਾਸੋਂ ਰਾਮਾਇਣ, ਮਹਾਂਭਾਰਤ, ਗੁਰੂ ਨਾਨਕ ਦੀ ਜਨਮ ਸਾਖੀ ਜਾਂ ਪੰਥ ਪ੍ਰਕਾਸ਼ ਦੀ ਕਥਾ ਸੁਣਨ ਲਈ। ਮੱਘਰ ਨੂੰ ਇਹ ਸਾਧ ਸੰਤ ਬਹੁਤ ਚੰਗੇ ਲੱਗਦੇ, ਉਹਨੂੰ ਇਹਨਾਂ ਪਾਸ ਬੈਠ ਕੇ ਤਸੱਲੀ ਹੁੰਦੀ, ਕੁਝ ਸਹਾਰਾ ਆਰਾਮ ਜਿਹਾ ਮਿਲਦਾ। ਇਸ ਸੋਚ ਦਾ ਇੱਕ ਉੱਤਰ ਮੱਘਰ ਨੂੰ ਕੁਝ ਚਿਰ ਬਾਅਦ ਮਿਲ ਗਿਆ। ਇੱਕ ਦਿਨ ਧਰਮਸ਼ਾਲਾ 'ਚ ਇੱਕ 50 ਕੁ ਵਰ੍ਹੇ ਦੇ ਨਾਂਗੇ ਜਟਾਧਾਰੀ ਸਾਧੂ ਦੀ ਧੂਣੀ ਉੱਤੇ ਉਸ ਸਾਧੂ ਪਾਸ ਪਿੰਡ ਦਾ ਇੱਕ ਬਜ਼ੁਰਗ ਆਦਮੀ ਜਿਹਾ ਬੈਠਾ ਸੀ ਕਿ ਮੱਘਰ ਵੀ ਉੱਥੇ ਜਾ ਬੈਠਾ। ਉੱਥੇ ਗੱਲਾਂ 'ਚ ਮੱਘਰ ਨੂੰ ਪਤਾ ਲੱਗਾ ਕਿ ਉਸ ਸਾਧੂ ਦਾ ਇੱਕੋ ਇੱਕ ਪੁੱਤਰ ਕੋਈ 25 ਸਾਲ ਦਾ ਹੋ ਕੇ ਮਰ ਗਿਆ ਸੀ। ਉਹ ਆਪਣੇ ਪਿੱਛੋਂ ਇੱਕ ਨਿਰਸੰਤਾਨ ਵਿਧਵਾ ਇਸਤਰੀ ਛੱਡ ਗਿਆ ਸੀ। ਉਹ ਇਸਤਰੀ ਕੁਝ ਚਿਰ ਆਪਣੇ ਸਹੁਰੇ ਘਰ ਰਹੀ ਕਿ ਉਹਦੀ ਸੱਸ ਵੀ ਚਲਾਣਾ ਕਰ ਗਈ। ਫਿਰ ਉਹ ਤੋਂ ਪਿੱਛੋਂ ਕੁਝ ਮਹੀਨੇ ਉਸ ਘਰ 'ਚ ਸਹੁਰਾ ਨੂੰ ਹੀ ਰਹਿੰਦੇ ਰਹੇ, ਪਰ ਅੰਤ ਇੱਕ ਦਿਨ ਉਹ ਨੂੰ ਸਹੁਰੇ ਨੂੰ ਛੱਡ ਕੇ ਕਿਸੇ ਨਾਲ ਨੱਸ ਗਈ ਤੇ ਹੁਣ ਉਹ ਸਹੁਰਾ ਜਟਾਧਾਰੀ ਨਾਂਗਾ ਸਾਧੂ ਬਣਿਆ ਉਸ ਧੂਣੀ ਤੇ ਬੈਠਾ ਸੀ। ਇਸ ਤਰ੍ਹਾਂ 2 ਅੱਖਾਂ, 2 ਹੱਥਾਂ, 2 ਪੈਰਾਂ ਵਾਲਿਆਂ ਨੂੰ ਵੀ ਇਹ ਜਹਾਨ ਤਿਆਗ ਦਿੰਦਾ, ਉਹ ਆਪ ਇਸ ਜਹਾਨ ਨੂੰ ਨਹੀਂ ਤਿਆਗਦੇ। ਉਸ ਸਾਧੂ ਨੇ ਯਥਾਰਥਵਾਦੀ ਬਣ ਕੇ ਉਸ ਬਜ਼ੁਰਗ ਪੇਂਡੂ ਤੇ ਮੱਘਰ ਨੂੰ ਦੱਸਿਆ, ਮੇਰੀ ਭੈਣ ਦਾ ਵੀ ਜਵਾਨ ਪੁੱਤ ਵਿਆਹਿਆ ਵਰਿਆ ਪਿੱਛੇ 20 ਸਾਲ ਦੀ ਜਵਾਨ ਬਹੂ ਛੱਡ ਕੇ ਗੁਜ਼ਰ ਗਿਆ ਸੰਤ ਜੀ। ਮੱਘਰ ਨੇ ਸਧਾਰਨ ਹੀ ਉਹ ਆਪ ਬੀਤੀ ਘਟਨਾ ਉਸ ਸਾਧੂ ਪਾਸ ਸ਼ਾਇਦ ਉਹਦੀ ਹਮਦਰਦੀ ਪ੍ਰਾਪਤ ਕਰਨ ਲਈ ਦੱਸਦੀ। ਉਸ ਕੋਲ ਬੈਠੇ ਬਜ਼ੁਰਗ ਨੂੰ ਫੁਰਨਾ ਭਰਿਆ, ਸੰਤ ਜੀ, ਆਦਮੀ ਤਾਂ ਜਹਾਨ ਤੋਂ ਮਾਰ ਖਾ ਕੇ ਸਾਧ ਹੋ ਜਾਂਦਾ, ਤੀਵੀਂ ਕੀ ਕਰੇ? ਉਹ ਕਿੱਧਰ ਨੂੰ ਜਾਵੇ? ਹੁਣ ਇਸੇ ਮੱਘਰ ਦੀ ਭੈਣ ਨੂੰ ਕਿਹੜਾ ਇਹ ਜਹਾਨ ਮਿੱਠਾ ਲੱਗਦਾ? ਹਾਂ ਭਾਈ ਪੁਰਖਾ, ਇਸਤਰੀ ਲਈ ਸਾਧੂ ਹੋਣਾ ਔਖਾ ਹੈ। ਕੁਝ ਸੰਪਰਦਾਵਾਂ ਤਾਂ ਐਸੀਆਂ ਨੇ ਜਿਹੜੀਆਂ ਇਸਤਰੀ ਲਈ ਗ੍ਰਸਤ ਤੋਂ ਬਾਹਰ ਹੋਰ ਕੋਈ ਜੀਵਨ ਯੋਗ ਹੀ ਨਹੀਂ ਮੰਨਦੀਆਂ, ਪਰ ਦੱਖਣ 'ਚ ਕਿਧਰੇ ਇਸਤਰੀਆਂ ਸਾਧ ਵੀ ਹੋ ਜਾਂਦੀਆਂ ਨੇ, ਪਰ ਇਸਤਰੀਆਂ ਲਈ ਸਾਧ ਹੋਣਾ ਬਹੁਤ ਔਖਾ ਹੈ। ਉਸ ਬਜ਼ੁਰਗ ਨੇ ਆਪਣੇ ਮਨ 'ਚ ਇਸਤਰੀ ਦੇ ਸਾਧੂ ਜੀਵਨ ਦੀ ਕਠਿਨਾਈ ਦੀ ਕਲਪਨਾ ਕਰਕੇ ਕਿਹਾ। ਸਾਧੂ ਨੇ ਇਸ ਉੱਤੇ ਕੁਝ ਖੁੱਲ੍ਹ ਕੇ ਆਖਿਆ, ਨਾਲੇ ਪੁਰਖਾ, ਇਸਤਰੀ ਨੂੰ ਸਾਧ ਹੋਣ ਕੌਣ ਦਿੰਦਾ? ਇਹਨੂੰ ਵਿਚਾਰੀ ਨੂੰ ਨਹੀਂ ਵਿਸ਼ਾ ਤਿਆਗਦਾ, ਸਾਧ ਹੋਈ ਨੂੰ ਵੀ। ਇਹਦੇ ਤਾਂ ਸਮਾਂ ਵਧੇਰੇ ਤਕੜਾ ਹੋ ਕੇ ਮਗਰ ਲੱਗ ਜਾਂਦਾ ਹੈ। ਉਹ ਦੱਖਣ ਦੇ ਮੰਦਰਾਂ ਵਿਚਲੀਆਂ ਸਾਧਣੀਆਂ ਵੀ ਇੱਕ ਭਾਂਦੀਆਂ ਵੇਸ਼ਵਾ ਹੀ ਹੁੰਦੀਆਂ ਨੇ। ਇਸਤਰੀ ਵਿਚਾਰੀ ਨੂੰ ਇਸ ਜਹਾਨ ਨਹੀਂ ਛੱਡਦਾ। ਇਹ ਇੱਕ ਸੱਚਾਈ ਸੀ ਜਿਹਨੂੰ ਉਹ ਤਿੰਨੇ ਸਾਧੂ, ਬਜ਼ੁਰਗ, ਪੇਂਡੂ ਤੇ ਮੱਘਰ ਦੇਖਦੇ ਸਨ, ਪਰ ਸਮਝ ਨਹੀਂ ਸਕਦੇ। ਮੈਨੂੰ ਇਹ ਜਹਾਨ ਛੱਡ ਦਿਓ, ਮੱਘਰ ਨੇ ਸੋਚਿਆ, ਮੇਰੇ ਕੋਲੋਂ ਇਹਨੇ ਕੀ ਲੈਣਾ? ਇੰਨੀ ਕੁ ਤਾਂ ਸੁੱਖ ਹੈ, ਮੈਂ ਤੀਵੀਂ ਨਹੀਂ। ਮੱਘਰ ਦੇ ਗੁਆਂਢ 'ਚ ਇੱਕ ਅੰਨ੍ਹੀ ਬਾਹਮਣੀ ਰਹਿੰਦੀ ਸੀ, ਜਿਹਦੇ 2 ਪੁੱਤਰ ਸੀ। ਉਹ ਰੋਟੀਆਂ ਪਕਾਉਂਦੀ ਸੀ, ਭਾਂਡੇ ਮਾਂਜਦੀ ਸੀ, ਚਰਖਾ ਕੱਤਦੀ ਸੀ। ਆਪਣੇ ਪਤੀ ਪਾਸੋਂ ਨਿੱਤ ਨਹੀਂ ਤਾਂ ਦੂਜੇ ਤੀਜੇ ਦਿਨ ਮਾਰ ਜ਼ਰੂਰ ਖਾਂਦੀ ਸੀ। ਸੁੱਖ ਆ ਮੈਂ ਉਹਨਾਂ ਵਾਂਗੂ ਤੀਵੀਂ ਨਹੀਂ ਜੰਮ ਪਿਆ। ਇਹ ਅੱਖੋਂ ਅੰਨੇ ਤੇ ਦੂਜੀ ਅੱਖ ਦੀ ਲੋਕ ਹੋ ਰਹੇ ਮੱਘਰ ਨੇ ਇੱਕ ਤਰ੍ਹਾਂ ਸੁੱਖ ਦਾ ਸਾਹ ਭਰਿਆ। ਰਾਮਦਾਸ ਦਾ ਸਾਧੂ ਹੋ ਜਾਣ ਕਾਰਨ ਕੋਈ ਐਡੀ ਭੇਤ ਵਾਲੀ ਗੱਲ ਨਹੀਂ ਸੀ ਜਿਹਨੂੰ ਉਹ ਹਰ ਹਾਲਤ 'ਚ ਛੁਪਾ ਕੇ ਰੱਖਦਾ। ਇੱਕ ਪੇਂਡੂ ਕਿਸਾਨ ਪਾਸੋਂ ਤਾਂ ਕਤਲ ਕੀਤਾ ਹੋਇਆ ਵੀ ਲੁਕਾਇਆ ਨਹੀਂ ਜਾ ਸਕਦਾ। ਉਹ ਆਪਣੇ ਸਾਧੂ ਹੋਣ ਦਾ ਕਾਰਨ ਕੋਈ ਖੁੱਲ੍ਹੇ ਜਹਾਨ 'ਚ ਧੁਮਾਉਂਦਾ ਤਾਂ ਨਹੀਂ ਸੀ ਫਿਰਦਾ, ਪਰ ਉਹਨੇ ਮੱਘਰ ਜਿਹੇ ਕੁਝ ਹਮਦਰਦਾਂ ਪਾਸੋਂ ਇਹ ਭੇਤ ਰੱਖਣ ਦਾ ਕੋਈ ਪੱਜ ਵੀ ਨਾ ਕੀਤਾ।
ਉਹਦੇ ਸਾਧੂ ਹੋ ਜਾਣ ਦਾ ਕਾਰਨ ਉਹਦੀ ਭਰਜਾਈ ਸੀ। ਉਹ ਬਹੁਤ ਸੋਹਣੀ ਸੀ ਤੇ ਉਹਦੀ ਛੋਟੀ ਭੈਣ ਉਹ ਤੋਂ ਵੀ ਵਧੇਰੇ ਸੋਹਣੀ ਸੀ। ਉਸ ਛੋਟੀ ਭੈਣ ਦਾ ਸਾਕ ਪਹਿਲਾਂ ਤਾਂ ਉਹਨੇ ਵਡਿਆਈ 'ਚ ਆ ਕੇ ਰਾਮਦਾਸ ਨੂੰ ਲੈ ਆਂਦਾ, ਪਰ ਕੁਝ ਸਾਲਾਂ ਬਾਅਦ ਕਿਸੇ ਕਾਰਨ ਉਹਦੇ ਮਾਪੇ ਉਹ ਸਾਕ ਦੇਣ ਤੋਂ ਮੁੱਕਰ ਗਏ। ਸ਼ਾਇਦ ਉਹਨਾਂ ਉੱਤੇ ਹੋਰ ਕਿਸੇ ਰਿਸ਼ਤੇਦਾਰੀ 'ਚ ਵਧੇਰੇ ਜ਼ੋਰ ਆ ਪਿਆ ਸੀ ਜਾਂ ਕਿਧਰੋਂ ਕੋਈ ਲੋਭ ਮਿਲ ਗਿਆ ਸੀ। ਰਾਮਦਾਸ ਉਸ ਕੁੜੀ ਨੂੰ ਆਪਣੀ ਸਮਝਦਾ ਸੀ। ਉਹਨੇ ਉਹਨੂੰ ਵੇਖਿਆ ਹੋਇਆ ਸੀ ਕਿਸੇ ਵਿਆਹ ਸ਼ਾਦੀ ਸਮੇਂ ਤੇ ਉਹਦੇ ਮਨ 'ਚ ਵਸੀ ਹੋਈ ਸੀ। ਰਾਮਦਾਸ ਨੂੰ ਕਨਸੂਆਂ ਪਹੁੰਚੀਆਂ ਕਿ ਉਹ ਕੁੜੀ ਵੀ ਰਾਮਦਾਸ ਉੱਤੇ ਵਿਕੀ ਪਈ ਸੀ। ਰਾਮਦਾਸ ਜਿਹਾ ਸੋਹਣਾ ਮੁੰਡਾ ਪਿੰਡ ਦਾ ਜਣਾ ਖਣਾ ਥੋੜਾ ਹੁੰਦਾ, ਪਰ ਹੁਣ ਜਦ ਉਹਦੇ ਮਾਪਿਆਂ ਨੇ ਉਹਨੂੰ ਕਿਧਰੇ ਹੋਰ ਵਿਆਹ ਦੇਣ ਦਾ ਫੈਸਲਾ ਕਰ ਲਿਆ ਤਾਂ ਹੀਰ ਆਦਿ ਕਿੱਸਿਆਂ ਦੀਆਂ ਮਸ਼ੂਕਾਂ ਵਾਂਗ ਉਹਨੇ ਬਹੁਤ ਉਜਰ ਨਹੀਂ ਸੀ ਕੀਤਾ ਤੇ ਹੀਰ ਵਾਂਗਰ ਹੀ ਪਰ ਲੜਾਈ ਝਗੜਾ ਕਰਨ ਤੋਂ ਬਿਨਾਂ ਹੀ ਉਹ ਆਪਣੇ ਮਾਪਿਆਂ ਦੇ ਸਹੇੜੇ ਪਤੀ ਨਾਲ ਤੁਰ ਗਈ ਸੀ। ਰਾਮਦਾਸ ਠੀਕ ਰਾਂਝੇ ਵਾਂਗ ਸਾਧੂ ਹੋ ਗਿਆ ਸੀ, ਪਰ ਉਸ ਕੁੜੀ ਨੇ ਉਹਨੂੰ ਸਾਧੂ ਹੋਣ ਲਈ ਨਹੀਂ ਸੀ ਆਖਿਆ। ਜਿੱਥੋਂ ਤੱਕ ਉਸ ਕੁੜੀ ਦਾ ਸੰਬੰਧ ਸੀ, ਉਹਦਾ ਰਾਮਦਾਸ ਨਾਲੋਂ ਸਾਰਾ ਨਾਤਾ ਟੁੱਟ ਚੁੱਕਾ ਸੀ। ਰਾਮਦਾਸ ਦੇ ਮੰਤਵ ਵੀ ਸਾਧੂ ਬਣ ਕੇ ਕੋਈ ਉਸ ਕੁੜੀ ਦੇ ਮਗਰ ਉਹਦੇ ਸਹੁਰੇ ਜਾਣਾ ਨਹੀਂ ਸੀ। ਉੱਥੇ ਤਾਂ ਉਹ ਤਦ ਹੀ ਜਾਂਦਾ ਜੇ ਉਸ ਕੁੜੀ ਨੇ ਬੁਲਾਇਆ ਹੁੰਦਾ, ਤੇ ਰਾਮਦਾਸ ਨੂੰ ਪਤਾ ਸੀ ਸਾਡੇ ਪਿੰਡਾਂ 'ਚ ਨਨਾਣਾ ਸੈਤੀ ਵਰਗੀਆਂ ਆਪਣੀਆਂ ਭਰਜਾਈਆਂ ਦੇ ਆਸ਼ਕਾਂ ਦੀਆਂ ਹਮਦਰਦੀ ਨਹੀਂ ਹੁੰਦੀਆਂ। ਮੱਘਰ ਨੂੰ ਰਾਮਦਾਸ ਦੇ ਇਸ ਕਾਰਨ ਸਾਧੂ ਹੋ ਜਾਣ 'ਚ ਕੋਈ ਬਹੁਤਾ ਯਥਾਰਥ ਨਾ ਦਿਸਿਆ, ਪਰ ਉਹਨੂੰ ਇਸ ਘਟਨਾ 'ਚ ਆਪਣੇ ਲਈ ਇੱਕ ਰਾਹ ਦਿਸ ਪਿਆ। ਉਹਨੂੰ ਆਪਣੀ ਭਰਜਾਈ ਤੋਂ ਨਾ ਕੋਈ ਆਸ ਸੀ, ਨਾ ਇਸ ਕਾਰਨ, ਨਾ ਉਸ ਲਈ ਉਸ ਨਾਲ ਕੋਈ ਰੋਸ। ਪਹਿਲੀ ਗੱਲ ਤਾਂ ਉਹਦੀ ਭਰਜਾਈ ਦੇ ਕੋਈ ਛੋਟੀ ਭੈਣ ਵਧੇਰੇ ਸੋਹਣੀ ਜਾਂ ਥੋੜੀ ਸੋਹਣੀ ਹੈ ਹੀ ਨਹੀਂ ਸੀ। ਦੂਜੇ ਮੱਘਰ ਦੀ ਸਰੀਰਕ ਦਸ਼ਾ ਅਜਿਹੀ ਨਹੀਂ ਸੀ ਕਿ ਉਹ ਕਿਧਰੋਂ ਸਾਕ ਦੀ ਲਾਲਸਾ ਕਰਦਾ। ਉਹ ਆਪਣੇ ਭਾਈ ਭਰਜਾਈ ਦਾ ਵੀ ਕੋਈ ਬਹੁਤਾ ਕੰਮ ਨਹੀਂ ਸੀ ਸਵਾਰ ਸਕਦਾ, ਇਸ ਲਈ ਉਹਨੂੰ ਗ੍ਰਸਤ ਦਾ ਰਸਤਾ ਆਪਣੇ ਲਈ ਕੋਈ ਯੋਗ ਜਾਂ ਜ਼ਰੂਰੀ ਰਾਹ ਨਹੀਂ ਸੀ ਦਿਸਦਾ। ਜੇ ਕਿਸੇ ਨੂੰ ਸਾਧੂ ਹੋਣਾ ਯੋਗ ਸੀ ਤਾਂ ਮੱਘਰ ਨੇ ਸਮਝਿਆ ਉਸ ਨੂੰ ਸੀ। ਮੱਘਰ ਰਾਮਦਾਸ ਦਾ ਮਿੱਤਰ ਬਣ ਗਿਆ। ਉਸ ਪਾਸ ਸਾਰਾ ਦਿਨ ਧਰਮਸ਼ਾਲਾ 'ਚ ਬੈਠਾ ਰਹਿੰਦਾ। ਰੋਟੀ ਉਹ ਹਾਲੀ ਆਪਣੀ ਭਾਈ ਭਰਜਾਈ ਦੇ ਘਰ ਖਾਂਦਾ ਸੀ, ਇਸ ਲਈ ਉਹਨੇ ਕਿਸੇ ਕਿਸਮ ਦੇ ਸਾਧੂ ਦਾ ਬਾਣਾ ਧਾਰਨ ਨਹੀਂ ਸੀ ਕੀਤਾ। ਮੱਘਰ ਦੀ ਭੈਣ ਧਰਮੋਂ ਦਾ ਪਿੰਡ ਵੀ ਨੇੜੇ ਕੋਈ 7 ਕੁ ਮੀਲ ਵਿੱਥ ਤੇ ਸੀ। ਕੁਝ ਦਿਨਾਂ ਬਾਅਦ ਮੱਘਰ ਰਾਮਦਾਸ ਨੂੰ ਲੈ ਕੇ ਉਸ ਭੈਣ ਦੇ ਪਿੰਡ ਚਲਾ ਗਿਆ। ਪਹਿਲਾਂ ਉਹ ਦੋਵੇਂ ਸਿੱਧੇ ਭੈਣ ਦੇ ਘਰ ਹੀ ਗਏ। ਉਹਨਾਂ ਨੂੰ ਵੇਖਦਿਆਂ ਸਾਰ ਭੈਣ ਦਾ ਕਲੇਜਾ ਵਿੰਨਿਆ ਗਿਆ। ਉਹਨੇ ਸਮਝਿਆ ਮੱਘਰ ਵੀ ਸਾਧੂ ਹੋ ਗਿਆ, ਜੋ ਬਹੁਤਾ ਗਲਤ ਵੀ ਨਹੀਂ ਸੀ। ਤਾਂ ਵੀ ਜਦੋਂ ਮੱਘਰ ਨੇ ਉਹਨੂੰ ਦੱਸਿਆ ਕਿ ਹਾਲੀ ਉਹ ਸਾਧੂ ਨਹੀਂ ਹੋਇਆ ਤਾਂ ਉਹਦੇ ਮਨ ਨੂੰ ਢਾਰਸ ਵੱਜੀ। ਉਹਨੇ ਸਾਧੂ ਦਾ ਬਾਣਾ ਵੀ ਨਹੀਂ ਸੀ ਪਾਇਆ ਹੋਇਆ ਜਿਵੇਂ ਰਾਮਦਾਸ ਨੇ ਪਾਇਆ ਸੀ। ਨਾਲੇ ਜੇ ਉਹ ਸਾਧੂ ਹੋਇਆ ਹੁੰਦਾ ਤਾਂ ਉਹਨੂੰ ਭੈਣ ਦੇ ਪਿੰਡ ਆਉਣ ਦੀ ਕਿਹੜੀ ਲੋੜ ਸੀ, ਤੇ ਫਿਰ ਉਹ ਸਿੱਧਾ ਉਹਦੇ ਘਰ ਕਿਉਂ ਆਉਂਦਾ, ਧਰਮਸ਼ਾਲਾ 'ਚ ਨਾ ਰਾਮਦਾਸ ਦਾ ਸੰਗੀ ਹੋ ਕੇ ਡੇਰਾ ਲਾਉਂਦਾ। ਤਾਂ ਵੀ ਧਰਮੋਂ ਆਪਣੇ ਆਪ ਨੂੰ ਪੁੱਛਦੀ ਹੈ, ਇੱਕ ਸਾਧੂ ਨੂੰ ਕਿਉਂ ਨਾਲ ਲੈ ਕੇ ਆਇਆ, ਤੇ ਫਿਰ ਇਹ ਸਾਧੂ ਮੈਨੂੰ ਭੈਣ ਕਹਿ ਕੇ ਕਿਉਂ ਬੁਲਾਉਂਦਾ, ਸਧਾਰਨ ਸਾਧੂਆਂ ਵਾਂਗ ਮਾਤਾ ਕਿਉਂ ਨਹੀਂ ਆਖਦਾ। ਫਿਰ ਇਹ ਮੱਘਰ ਦੀ ਉਮਰ ਦਾ ਹੀ ਹੈ, ਮਸਾਂ 20-22 ਵਰ੍ਹੇ ਦਾ ਜਵਾਨ। ਮੱਘਰ ਦਾ ਇਸ ਨਾਲ ਇੰਨਾ ਮੇਲ ਜੋਲ ਹੋਰ ਕੀ ਅਰਥ ਰੱਖ ਸਕਦਾ, ਸਿਵਾਏ ਇਹਦੇ ਕਿ ਜਾਂ ਤਾਂ ਮੱਘਰ ਸਾਧੂ ਹੋ ਚੁੱਕਿਆ ਜਾਂ ਹੋਣ ਦੀ ਸਲਾਹ ਕਰ ਰਿਹਾ। ਧਰਮੋਂ ਆਪ ਬਹੁਤ ਸਾਧੂ ਸੁਭਾਅ ਵਾਲੀ ਸੀ। ਉਹ ਤੇ ਉਹਦਾ ਪਤੀ ਸਾਧੂ ਸੰਤ ਤੇ ਭਗਤ ਹੀ ਤਾਂ ਸਨ, ਜੋ ਆਏ ਗਏ ਸਾਧੂ ਸੰਤ ਦੀ ਸੇਵਾ ਕਰਨ 'ਚ ਸੁੱਖ ਅਨੁਭਵ ਕਰਦੇ ਸੀ। ਧਰਮੋਂ ਨੇ ਰਾਮਦਾਸ ਨੂੰ ਇਸ ਭਾਵ ਅਧੀਨ ਕੋਈ ਘਿਰਨਾ ਨਾ ਕੀਤੀ। ਉਹ ਮੱਘਰ ਨੂੰ ਸਾਧੂ ਹੋਣ ਲਈ ਅਚੇਤ ਹੀ ਜਾਂ ਜਾਣਬੁੱਝ ਕੇ ਪ੍ਰੇਰਨਾ ਕਰ ਰਿਹਾ ਸੀ। ਕੁਝ ਦਿਨਾਂ ਪਿੱਛੋਂ ਧਰਮੋਂ ਤੇ ਉਹਦੇ ਪਤੀ ਨੇ ਰਾਮਦਾਸ ਨੂੰ ਆਪਣੇ ਖੇਤ 'ਚ ਸਾਧੂ ਬਾਣੇ 'ਚ ਰਹਿਣ ਲਈ ਮਨਾ ਲਿਆ। ਉਹਨਾਂ ਨੇ ਰਾਮਦਾਸ ਨੂੰ ਉੱਥੇ ਇੱਕ ਕੋਠਾ ਪਾ ਦਿੱਤਾ। ਤੂਤਾਂ ਦੇ ਦਰਖਤਾਂ ਦੀ ਛਾਂ 'ਚ ਪਾਣੀ ਦੀ ਇੱਕ ਡਿੱਗੀ ਉੱਤੇ ਪਹਿਲਾਂ ਹੀ ਸੀ। ਰਾਮਦਾਸ ਲਈ ਇੱਕ ਆਦਰਸ਼ਕ ਨਿਵਾਸ ਸਥਾਨ ਸੀ। ਧਰਮੋਂ ਦਾ ਪਤੀ ਲੋੜ ਨਾਲੋਂ ਵਧੇਰੇ ਭੋਏ ਵਾਲਾ ਖਾਂਦਾ ਪੀਂਦਾ ਮਾਲਕ ਕਿਰਸਾਨ ਸੀ, ਉਸ ਲਈ ਰਾਮਦਾਸ ਨੂੰ ਖੇਤ 'ਚ ਰੱਖ ਛੱਡਣਾ ਕੋਈ ਔਖੀ ਗੱਲ ਨਹੀਂ ਸੀ। ਜਿਸ ਸਮੇਂ ਬਾਹਰ ਦੇ ਨਵੇਂ ਵਸੇ ਪਿੰਡਾਂ 'ਚ ਇੱਕ ਸਾਧੂ ਦਾ ਕਿਸੇ ਦੇ ਖੇਤ 'ਚ ਰਹਿਣਾ ਕੇਵਲ ਇੱਕ ਪੁੰਨ ਦਾ ਕੰਮ ਨਹੀਂ ਸੀ, ਅਰਥ ਦਾ ਕੰਮ ਵੀ ਸੀ। ਉਹ ਸਾਧੂ ਇੱਕ ਕਿਸਮ ਦਾ ਰਾਖਾ ਹੁੰਦਾ ਸੀ ਫਸਲ ਦਾ। ਸੋ ਰਾਮਦਾਸ ਨੂੰ ਖੇਤ 'ਚ ਰੱਖ ਕੇ ਧਰਮੋਂ ਦੇ ਪਤੀ ਦੇ ਧਰਮ ਦੇ ਅਰਥ ਦੋਵੇਂ ਸੰਤੁਸ਼ਟ ਹੁੰਦੇ ਸਨ। ਰਾਮਦਾਸ ਦਾ ਖੇਤ 'ਚ ਰਹਿਣਾ ਉਹਨਾਂ ਨੂੰ ਹੋਰ ਵੀ ਸੁਖਾਉਂਦਾ ਸੀ। ਉਹਦੇ ਨਾਲ ਹੀ ਮੱਘਰ ਲਈ ਵੀ ਉੱਥੇ ਰਹਿਣ ਦਾ ਇੱਕ ਬਹਾਨਾ ਬਣ ਗਿਆ। ਉੱਥੇ ਰਹਿੰਦਾ ਹੋਇਆ ਮੱਘਰ ਸਾਧੂ ਵੀ ਸੀ ਤੇ ਨਾ ਵੀ। ਧਰਮੋਂ ਨੂੰ ਉਹਦਾ ਇੱਕ ਸਾਧੂ ਦੇ ਸੇਵਕ ਦੇ ਰੂਪ 'ਚ ਉੱਥੇ ਰਹਿਣਾ ਯੋਗ ਤੇ ਸੁਖਾਵਾਂ ਪ੍ਰਤੀਤ ਹੁੰਦਾ ਸੀ। ਇਸ ਰੂਪ 'ਚ ਧਰਮੋਂ ਨੂੰ ਕਿਸੇ ਭਾਂਤ ਦਾ ਮਿਹਣੇ ਦਾ ਕਾਰਨ ਨਹੀਂ ਸੀ। ਧਰਮੋਂ ਦੀਆਂ ਸ਼ਰੀਕਣੀਆਂ ਇਹ ਨਹੀਂ ਸੀ ਆਖ ਸਕਦੀਆਂ ਕਿ ਧਰਮੋਂ ਦਾ ਭਰਾ ਸਾਧ ਹੋ ਗਿਆ, ਤੇ ਨਾ ਹੀ ਉਹਨੂੰ ਧਰਮੋਂ ਦਾ ਕਾਮਾ ਗੋਲਾ ਕਹਿ ਕੇ ਧਰਮੋਂ ਨੂੰ ਦੁਖਾ ਸਕਦੀਆਂ ਸੀ। ਉਹ ਇੱਕ ਸਾਧੂ ਰੂਪੀ ਪ੍ਰਾਹੁਣਚਾਰੀ 'ਚ ਰਹਿ ਰਿਹਾ ਭਰਾ ਸੀ, ਜੋ ਇੱਕ ਸਾਧੂ ਦੇ ਪ੍ਰੇਮ ਕਰਕੇ ਉੱਥੇ ਟਿਕਿਆ ਹੋਇਆ ਸੀ, ਜੋ ਉਸ ਸਾਧੂ ਦੀ ਸੇਵਾ ਕਰਕੇ ਇੱਕ ਤਰ੍ਹਾਂ ਨਾਲ ਧਰਮੋਂ
ਤੇ ਉਹਦੇ ਪਤੀ ਨਾਲ ਪੁੰਨ ਕਮਾ ਰਿਹਾ ਸੀ। ਪਰ ਇਸ ਦੁਨੀਆ ਤੇ ਉਸ ਦੁਨੀਆ 'ਚ ਸਮਝੌਤਾ ਭਾਵੇਂ ਕਿਸੇ ਉਚੇਚੇ ਪੱਧਰ ਤੇ ਬਹੁਤ ਚਿਰ ਤੋਂ ਬਣਿਆ ਚੱਲਿਆ ਹੁੰਦਾ ਹੈ, ਸਧਾਰਨ ਮੱਧ ਸ਼੍ਰੇਣੀ ਜਾਂ ਕਿਰਸਾਨੀ ਜੀਵਨ 'ਚ ਬਹੁਤਾ ਚਿਰ ਨਹੀਂ ਲੈਂਦਾ। ਮੱਘਰ ਦੇ ਭਰਾ ਵੱਲੋਂ ਸੁਨੇਹੇ ਤੇ ਸੁਨੇਹੇ ਆ ਰਹੇ ਸਨ ਮੱਘਰ ਨੂੰ ਵਾਪਸ ਉਸ ਪਾਸ ਜਾਣ ਲਈ। ਉਹ ਤੇ ਮੱਘਰ ਦੀ ਭਰਜਾਈ ਇੱਕ ਵਾਰ ਆਪ ਆ ਕੇ ਮੱਘਰ ਨੂੰ ਮੁੜ ਆਉਣ ਦੀ ਤਾਕੀਦ ਕਰ ਗਏ ਸੀ। ਧਰਮੋ ਆਪਣੇ ਮਨ ਦੀ ਕਿਸੇ ਕੋਠੜੀ 'ਚ ਚਾਹੁੰਦੀ ਵੀ ਸੀ ਕਿ ਮੱਘਰ ਸਾਧੂ ਹੋ ਜਾਵੇ। ਉਹਨੂੰ ਮੱਘਰ ਦਾ ਗ੍ਰਸਤੀ ਸੰਸਾਰ 'ਚ ਰਹਿਣ ਦਾ ਚਿੱਤਰ ਕਿਵੇਂ ਵੀ ਮਨ ਸੁਖਾਵਾਂ ਨਹੀਂ ਸੀ ਦਿਸਦਾ। ਮੱਘਰ ਨੂੰ ਵਿਆਹੁਣਾ ਕਰੀਬ ਅਸੰਭਵ ਸੀ। ਇੱਕ ਕਾਮੇ ਦੇ ਰੂਪ 'ਚ ਉਹ ਭਰਾ ਭਰਜਾਈ ਦਾ ਯੋਗ ਭਾਨ ਸਹਾਇਕ ਨਹੀਂ ਸੀ ਹੋ ਸਕਦਾ। ਉਹ ਭਰਾ ਭਰਜਾਈ ਉੱਤੇ ਇੱਕ ਬੋਝ ਸੀ। ਉਹ ਕਿੰਨਾ ਚਿਰ ਇਸ ਬੋਝ ਨੂੰ ਖੁਸ਼ੀ ਚੁੱਕੀ ਰੱਖਣਗੇ। ਉਹ ਚਾਹੁੰਦੀ ਸੀ ਮੱਘਰ ਸਾਧੂ ਹੋ ਜਾਏ, ਪਰ ਮਮਤਾ ਜਿਹਾ ਚਾਹੁਣ ਤੋਂ ਉਹਨੂੰ ਰੋਕਦੀ ਸੀ। ਅੰਤ ਸਮਾਚਾਰ ਨੇ ਸਾਰਿਆਂ ਲਈ ਇਸ ਜਟਿਲ ਸਮੱਸਿਆ ਦਾ ਨਿਰਣਾ ਕਰ ਦਿੱਤਾ। ਧਰਮੋਂ ਦੇ ਖੇਤ ਦੇ ਨਾਲ ਇੱਕ ਵਿਧਵਾ ਇਸਤਰੀ ਦਾ ਖੇਤ ਸੀ, ਜਿਹਦੇ ਘਰ ਕੇਵਲ ਇੱਕ ਛੋਟਾ ਜਿਹਾ 2 ਕੁ ਸਾਲ ਦਾ ਪੁੱਤਰ ਸੀ। ਉਹ ਵਿਧਵਾ ਰਾਮਦਾਸ ਦੀ ਭਗਤਣੀ ਬਣ ਗਈ। ਉਹਨੂੰ ਕਾਮੇ ਰਾਹੀਂ ਰੋਟੀ ਲੱਸੀ ਮੱਖਣ ਭੇਜ ਦਿੰਦੀ। ਸਮਾਂ ਪਾ ਕੇ ਉਹ ਆਪ ਵੀ ਰਾਮਦਾਸ ਦੇ ਦਰਸ਼ਨ ਕਦੀ ਕਦਾਈ ਖੇਤ ਬੰਨੇ ਗਈ ਘਰ ਆਉਂਦੀ। ਕੁਝ ਹੋਰ ਚਿਰ ਪਾ ਕੇ ਉਹਦਾ ਖੇਤ ਬੰਨੇ ਜਾਣਾ ਤੇ ਹਾਮਦਾ ਦੇ ਦਰਸ਼ਨ ਕਰਨਾ ਵੱਧ ਹੋ ਗਿਆ ਤੇ ਅੰਤ ਉਹ ਰਾਮਦਾਸ ਦੀ ਕਾਮਨੀ ਬਣ ਗਈ। ਮੱਘਰ ਨੂੰ ਉਹਦੀ ਇਹ ਗੱਲ ਇੱਕ ਅੱਖ ਵੀ ਨਹੀਂ ਸੀ ਪਾਉਂਦੀ। ਉਹ ਰਾਮਦਾਸ ਪਾਸ ਉਸ ਵਿਧਵਾ ਦੇ ਆਉਣ ਦੀ ਆਪ ਚਰਚਾ ਕਰਦਾ, ਉਹਨੂੰ ਬੁਰੇ ਭਲੇ ਸ਼ਬਦ ਕਹਿੰਦਾ, ਜਿਨ੍ਹਾਂ ਨੂੰ ਰਾਮਦਾਸ ਅੱਧੇ ਪਖੰਡ ਨਾਲ ਤੇ ਅੱਧੇ ਭਰਾਤਰੀ ਭਾਵ ਨਾਲ ਜਰ ਜਾਂਦਾ। ਉਹਨੇ ਨਾ ਤਾਂ ਉਸ ਵਿਧਵਾ ਨੂੰ ਆਪਣੀ ਭਗਤੀ ਤੋਂ ਰੋਕਿਆ ਤੇ ਨਾ ਪਿੱਛੋਂ ਜਾ ਕੇ ਕਾਮਨਾ ਤੋਂ। ਰਾਮਦਾਸ ਇੱਕ ਇਸਤਰੀ ਪਿੱਛੇ ਸੰਸਾਰ ਨਾਲ ਰੁੱਸ ਕੇ ਸਾਧੂ ਹੋਇਆ ਸੀ। ਉਹਨੂੰ ਸੰਸਾਰ ਨੇ ਇੱਕ ਹੋਰ ਇਸਤਰੀ ਬਦਲੇ 'ਚ ਦੇ ਦਿੱਤੀ, ਪਰ ਉਹ ਸੰਸਾਰ ਨਾਲ ਇੱਕ ਉਦਾਰਤਾ ਉੱਤੇ ਵੀ ਨਾ ਮੰਨਿਆ। ਇਸ ਨਾਲ ਸੰਸਾਰ ਉਹਦੀ ਅਪ ਚਰਚਾ ਕਰਨ ਲੱਗ ਪਿਆ। ਲੋਕ ਆਖਦੇ, ਭਾਵੇਂ ਉਹਦੀ ਜਵਾਨੀ ਦੇ ਸੁੰਦਰ ਰੂਪ 'ਚ ਉੱਤੇ ਵੀ ਟਿੱਪਣੀ ਕਰਦੇ ਹੋਏ ਯਥਾਰਥ ਭਾਵ ਨਾਲ ਉਸ ਲਈ ਸਾਧੂ ਰਹਿਣ ਦੀ ਕਠਿਨਾਈ ਦਾ ਅਨੁਭਵ ਕਰਦੇ, ਪਰ ਇਸ ਨਾਲ ਉਹਨੂੰ ਮਾਫ ਨਹੀਂ ਕਰ ਸਕਦੇ ਸਨ। ਗ੍ਰਸਤ ਕਰੇ ਤੋ ਧਰਮ ਕਰ, ਨਹੀਂ ਤੋ ਕਰ ਵੈਰਾਗ, ਵੈਰਾਗੀ ਬੰਧਨ ਕਰੇ ਤਾਂ ਕੋ ਵੱਡੇ ਅਪਾਰ। ਉਹ ਆਖਦੇ, ਉਹ ਰਾਮਦਾਸ ਨੂੰ ਪਖੰਡੀ ਨਹੀਂ ਅਭਾਗਾ ਵੀ ਆਖਦੇ। ਧਰਮੋਂ ਤੱਕ ਵੀ ਇਸ ਚਰਚਾ ਦੀ ਸੂਹ ਪਹੁੰਚਣੀ ਜ਼ਰੂਰੀ ਸੀ। ਉਹ ਇੱਕ ਨਿਆਂਕਾਰ ਰੁਚੀਆਂ ਵਾਲੀ ਇਸਤਰੀ ਨਹੀਂ ਸੀ। ਉਹਨੂੰ ਪਹਿਲਾਂ ਰਾਮਦਾਸ ਉੱਤੇ ਇਸ ਲਈ ਤਰਸ ਆਉਂਦਾ ਸੀ ਕਿ ਚੰਦਰਾ ਕਿਵੇਂ ਏਡੀ ਸੋਹਣੀ ਜਵਾਨੀ ਛੱਡ ਕੇ ਸਾਧੂ ਹੋਇਆ ਸੀ। ਹੁਣ ਉਹਨੂੰ ਤਰਸ ਆ ਰਿਹਾ ਸੀ ਚੰਦਰਾ ਕਿਵੇਂ ਸਾਧੂ ਦੀ ਉੱਚ ਪਦਵੀ ਉੱਤੋਂ ਇੱਕ ਵਿਧਵਾ ਇਸਤਰੀ ਦੀ ਮਾਨਤਾ ਦੇ ਅਧੀਨ ਡਿੱਗ ਰਿਹਾ ਸੀ। ਅਸਚਰਜ ਦੀ ਗੱਲ ਇਹ ਸੀ ਕਿ ਵਿਧਵਾ ਕੋਈ ਰੂਪਵਤੀ ਵੀ ਨਹੀਂ ਸੀ। ਘੱਟੋ ਘੱਟ ਉਸ ਪਾਏ ਦੀ ਰੂਪਵਤੀ ਨਹੀਂ ਸੀ ਜਿਸ ਪਾਏ ਦੀ ਰਾਮਦਾਸ ਆਪਣੀ ਭਰਜਾਈ ਤੇ ਉਹਦੀ ਭੈਣ ਆਪਣੀ ਮੰਗੇਤਰ ਨੂੰ ਦੱਸਿਆ ਕਰਦਾ ਸੀ। ਅਪ ਚਰਚਾ ਬਹੁਤ ਵੱਧ ਗਈ ਤਾਂ ਭੈਣ ਭਰਾ ਇਸ ਬਾਰੇ ਸੋਚ ਕਰਨ ਲੱਗੇ। ਅੰਤ ਧਰਮੋਂ ਨੂੰ ਇਹਦੀ ਇੱਕ ਸੁਲਝਾਣੀ ਲੱਭੀ। ਉਹ ਇਹ ਕਿ ਮੱਘਰ ਤੇ ਰਾਮਦਾਸ ਕੁਝ ਚਿਰ ਲਈ ਹਰਿਦੁਆਰ, ਬਨਾਰਸ ਆਦਿ ਤੀਰਥਾਂ ਦੀ ਯਾਤਰਾ ਤੇ ਚਲੇ ਜਾਣ। ਮੱਘਰ 2 ਦਿਨਾਂ ਲਈ ਭਰਾ ਭਰਜਾਈ ਨੂੰ ਮਿਲ ਆਇਆ ਤੇ ਉਹਨਾਂ ਪਾਸੋਂ 12 ਵਰ੍ਹੀਏ ਕੁੰਭ ਉੱਤੇ ਜਾਣ ਦੀ ਆਗਿਆ ਲੈ ਆਇਆ। ਉਹਨਾਂ ਨੂੰ ਇਹ ਗੁਮਾਨ ਨਹੀਂ ਸੀ ਕਿ ਮੱਘਰ ਤੀਰਥਾਂ ਉੱਤੇ ਜਾ ਕੇ ਸਾਧੂ ਬਣਨ ਦਾ ਪੱਕਾ ਫੈਸਲਾ ਕਰ ਲਏਗਾ। ਧਰਮੋਂ ਨੂੰ ਵੀ ਮੱਘਰ ਦੀ ਇਹ ਤੀਰਥ ਯਾਤਰਾ ਕਿਸੇ ਭਾਂਤ ਦੋਹਾਂ ਪਾਸਿਆਂ ਤੋਂ ਲਾਭਕਾਰੀ ਪ੍ਰਤੀਤ ਹੋਈ। ਇੱਕ ਤਾਂ ਇਸ ਨਾਲ ਰਾਮਦਾਸ ਸ਼ਾਇਦ ਸੰਸਾਰ ਦੇ ਉਸ ਉੱਤੇ ਹੋਏ ਧਾਵੇ ਤੋਂ ਬਚ ਨਿਕਲੇਗਾ, ਦੂਜਾ ਮੱਘਰ ਆਪਣੇ ਲਈ ਤੇ ਪਰਿਵਾਰ ਲਈ ਵੱਡਾ ਪੁੰਨ ਖੱਟ ਲਿਆਏਗਾ। ਮੱਘਰ ਦੇ ਤੀਰਥਾਂ ਉੱਤੇ ਜਾ ਕੇ ਸਾਧੂ ਬਣ ਜਾਣ ਦਾ ਫੈਸਲਾ ਕਰ ਲੈਣ ਦਾ ਗੁਮਾਨ ਉਹਨੂੰ ਵੀ ਚੇਤਨ ਰੂਪ 'ਚ ਨਾ ਆਇਆ, ਭਾਵੇਂ ਕਿਸੇ ਅਰਧ ਚੇਤਨ ਭਾਂਤ ਉਹ ਕਦੋਂ ਵੀ ਇਹ ਚਾਹੁੰਦੀ ਸੀ ਕਿ ਮੱਘਰ ਸਾਧੂ ਹੋ ਜਾਏ। ਧਰਮੋਂ ਪਾਸੋਂ ਕਿਰਾਇਆ ਲੈ ਕੇ ਇਸ ਤਰ੍ਹਾਂ ਆਪਣੇ ਪੁੰਨ 'ਚ ਉਹਨੂੰ ਹਿੱਸੇਦਾਰ ਬਣਾ ਕੇ ਰਾਮਦਾਸ ਤੇ ਮੱਘਰ ਤੀਰਥਾਂ ਨੂੰ ਚੱਲ ਪਏ। ਰਾਮਦਾਸ ਉੱਤੇ ਇਸ ਬਾਰੇ ਕੋਈ ਜ਼ੋਰ ਪਾਉਣ ਦੀ ਲੋੜ ਨਹੀਂ ਸੀ ਪਈ। ਉਹ ਕਾਮਨਾ ਅੱਗੇ ਡਾਵਾਂ ਡੋਲ ਭਾਵੇਂ ਹੋ ਗਿਆ ਸੀ, ਪਰ ਭੇਖ ਦਾ ਪ੍ਰਭਾਵ ਵੀ ਉਸ ਉੱਤੇ ਘੱਟ ਨਹੀਂ ਸੀ। ਮੱਘਰ ਤੇ ਰਾਮਦਾਸ ਤੀਰਥਾਂ ਤੇ ਚਲੇ ਗਏ। ਉਹਨਾਂ ਨਾਲ ਕੁਝ ਪਿੰਡ ਦੇ ਗ੍ਰਸਤੀ ਵੀ ਗਏ ਸਨ। ਉਹ 10-15 ਦਿਨਾਂ ਪਿੱਛੋਂ ਮੁੜ ਆਏ। ਰਾਮਦਾਸ ਤੇ ਮੱਘਰ ਉਹਨਾਂ ਨਾਲ ਨਾ ਮੁੜੇ। ਇਸ ਬਾਰੇ ਕਿਸੇ ਨੂੰ ਕੋਈ ਤੌਖਲਾ ਨਾ ਹੋਇਆ। ਰਾਮਦਾਸ ਓੜਕ ਇੱਕ ਸਾਧੂ ਸੀ। ਉਸ ਲਈ ਤੀਰਥੀ ਰਮਣਾ ਕੋਈ ਅਲੌਕਿਕ ਗੱਲ ਨਹੀਂ ਸੀ। ਉਹਦਾ ਬਨਾਰਸ ਤੋਂ ਪਟਨੇ, ਪਟਨੇ ਤੋਂ ਗਿਆ ਜੀ, ਉੱਥੋਂ ਜਗਨਨਾਥਪੁਰੀ, ਭੁਵਨੇਸ਼ਵਰ ਤੇ ਉੱਥੋਂ ਵੀ ਪਰੇ ਕਿਧਰੇ ਦੱਖਣ 'ਚ ਚਲੇ ਜਾਣਾ ਕੋਈ ਅਸੰਭਵ ਜਾਣ ਹੋਣੀ ਗੱਲ ਨਹੀਂ ਸੀ। ਤੇ ਮੱਘਰ ਭਾਵੇਂ ਸਾਧੂ ਨਹੀਂ ਸੀ, ਸਾਧੂ ਅਜਿਹਾ ਤਾਂ ਸੀ। ਉਹਨੂੰ ਪਿਆਰ ਕਰਨ ਵਾਲੇ ਭਾਈ ਭੈਣ ਨੂੰ ਉਹਦੀ ਮੁੜ ਆਉਣ ਦੀ ਉਡੀਕ ਜ਼ਰੂਰ ਸੀ, ਪਰ ਜ਼ਿਮੀਂਦਾਰੀ ਮੱਘਰ ਪਿੱਛੇ ਵੀ ਕੋਈ ਨਹੀਂ ਸੀ। ਉਹ ਜਿੰਨਾ ਚਿਰ ਜੀਉ ਚਾਹੇ ਬਾਹਰ ਤੀਰਥ ਭੰਵਰ ਉੱਤੇ ਲਗਾ ਸਕਦਾ ਸੀ। 6 ਮਹੀਨੇ ਤੱਕ ਰਾਮਦਾਸ ਤੇ ਮੱਘਰ ਨਾ ਮੁੜੇ ਤੇ ਹੁਣ ਧਰਮੋਂ ਤੇ ਉਹਦੇ ਭਰਾ ਨੂੰ ਦਿਲ 'ਚ ਖੋਹਾਂ ਪੈਣ ਲੱਗ ਪਈਆਂ।
ਉਹ ਮੱਘਰ ਦੀ ਅਣਹੋਂਦ ਨੂੰ ਮਹਿਸੂਸ ਕਰਨ ਲੱਗੇ। ਉਹਨਾਂ ਨੂੰ ਡਰ ਪ੍ਰਤੀਤ ਹੋਣ ਲੱਗਾ ਮੱਘਰ ਦੇ ਸਾਧੂ ਹੋ ਜਾਣ ਦਾ। ਮੱਘਰ ਨੇ ਵੀ ਜ਼ਰੂਰ ਸਾਧੂ ਦਾ ਭੇਖ ਕਰ ਲਿਆ ਹੋਏਗਾ, ਉਹ ਸੋਚਣ ਲੱਗੇ। ਚੰਦਰਿਆ, ਜੇ ਤੂੰ ਸਾਧ ਹੀ ਹੋ ਜਾਣਾ ਹੈ ਤੇ ਤੇਰੇ ਲਈ ਇਹ ਘਰ ਵਰਜੀ ਹੋਈ ਤਾਂ ਨਹੀਂ। ਤੂੰ ਸਾਧ ਬਣ ਕੇ ਹੀ ਇੱਧਰ ਗੇੜਾ ਮਾਰ, ਧਰਮੋਂ ਗਿਲਾ ਕਰਦੀ। ਮੱਘਰ ਐਡਾ ਮੂੰਹ ਤੋੜ ਤਾਂ ਹੈ ਨਹੀਂ ਸੀ ਕਿ ਉਹਦਾ ਭਰਾ ਧਰਮਾ ਆਖਦਾ। ਮੱਘਰ ਬਹੁਤ ਨਿੱਘੇ ਸੁਭਾਅ ਦਾ ਸੀ, ਇਸੇ ਲਈ ਤਾਂ ਉਹ ਭਰਜਾਈ ਵੀ ਉਹਨੂੰ ਮੁਹੱਬਤ ਕਰਦੀ ਸੀ। ਉਹ ਆਪਣੀ ਇੱਕੋ ਇੱਕ ਭਤੀਜੀ ਨੂੰ, ਜਿਸ ਨੂੰ ਨੇ ਧਰਮੋਂ ਪਾਸੋਂ ਜਾਂ ਕੁਝ ਦਿਨਾਂ ਲਈ ਹੀ ਵੇਖਿਆ ਸੀ, ਕਿਉਂਕਿ ਉਹਦੇ ਉੱਥੇ ਰਹਿਣ ਸਮੇਂ ਪੈਦਾ ਹੋਈ ਸੀ, ਬਹੁਤ ਪਿਆਰ ਕਰਦਾ ਸੀ। ਉਹ ਧਰਮੋਂ ਦੇ ਨਿਆਣਿਆਂ, ਆਪਣੇ ਭਾਂਜੇ ਭਾਂਜੀਆਂ, 2 ਮੁੰਡਿਆਂ ਤੇ 2 ਕੁੜੀਆਂ ਨੂੰ ਵੀ ਬਹੁਤ ਪਿਆਰ ਕਰਦਾ ਸੀ। ਧਰਮੋਂ ਤੇ ਉਹਦੇ ਭਰਾ ਦਾ ਮਨ ਨਹੀਂ ਮੰਨਦਾ ਸੀ ਕਿ ਇੰਨੇ ਨਿੱਘ ਤੇ ਪਿਆਰ ਦਾ ਭਰਿਆ ਹੋਇਆ ਮੱਘਰ ਇਸ ਨਿੱਘ ਤੇ ਪਿਆਰ ਦੇ ਘੇਰੇ ਚੋਂ ਇੱਕ ਵਾਰੀ ਨਿਕਲ ਕੇ ਮੁੜੇ ਸਚਾ ਕੇ ਕਦੀ ਆਵੇਗਾ ਹੀ ਨਹੀਂ। ਉਹ ਇਹ ਨਹੀਂ ਸੀ ਸਮਝ ਸਕਦੇ ਕਿ ਮੱਘਰ ਇਸ ਸੰਸਾਰ ਨੂੰ ਇਹ ਮਾਸੂਮ ਪਿਆਰ ਇਸ ਲਈ ਕਰਦਾ ਸੀ ਕਿ ਇਹਨੇ ਹੁਣ ਉਹਨੂੰ ਕੁਝ ਹੋਰ ਦੇਣ ਤੋਂ ਸੰਕੋਚ ਕੀਤਾ ਸੀ। ਜਿੰਨਾ ਉਹਨੂੰ ਇਸ ਸੰਸਾਰ ਉੱਤੇ ਅਧਿਕਾਰ ਥੋੜਾ ਸੀ, ਓਨਾ ਹੀ ਚੰਗਾ ਬਣ ਕੇ ਉਹ ਇਸ ਸੰਸਾਰ ਨੂੰ ਜਾਣੋ ਸ਼ਰਮਸਾਰ ਕਰਨਾ ਲੋੜੀਂਦਾ ਸੀ। 9 ਮਹੀਨੇ ਲੰਘ ਗਏ। ਮੱਘਰ ਤੇ ਰਾਮਦਾਸ ਨਾ ਮੁੜੇ। ਵਰ੍ਹਾ ਲੰਘ ਗਿਆ। ਜਾਣੋ ਐਨ ਉਸੇ ਦਿਨ ਜਿਸ ਦਿਨ ਪਹਿਲੇ ਸਾਲ ਧਰਮੋਂ ਤੋਂ ਛੁੱਟੀ ਲੈ ਕੇ ਤੀਰਥਾਂ ਨੂੰ ਚੱਲੇ ਸਨ, ਰਾਮਦਾਸ ਧਰਮੋਂ ਦੇ ਪਿੰਡ ਮੁੜ ਆਇਆ। ਉਹਦੇ ਮਨ ਨੂੰ ਉਹਦੀ ਕਾਮਨੀ ਨੇ ਅੰਤ ਆਪਣੇ ਵੱਲ ਫੇਰ ਇੱਕ ਵਾਰ ਖਿੱਚ ਲਿਆ। ਭਾਵੇਂ ਉਹਨੇ ਆਪਣਾ ਸਾਧੂਆਂ ਵਾਲਾ ਭੇਖ ਨਹੀਂ ਤਿਆਗਿਆ ਸੀ, ਨਾ ਹੀ ਉਹਦਾ ਇਹ ਭੇਸ ਤਿਆਗਣ ਦਾ ਕੋਈ ਇਰਾਦਾ ਸੀ। ਇਸ ਕੁਝ ਦਿਨਾਂ ਦੀ ਲਾਲਸਾ ਦਾ ਖਿੱਚਿਆ ਧਰਮੋਂ ਦੇ ਪਿੰਡ ਆਪਣੀ ਧਰਮ ਭੈਣ ਦੇ ਪਿੰਡ ਆ ਗਿਆ ਸੀ ਤੇ ਉਸ ਵਿਧਵਾ ਆਪਣੀ ਕਾਮਨੀ ਦੇ ਪਿੰਡ। ਹੋ ਸਕਦਾ ਹੈ ਕਿ ਜੇ ਇੱਥੇ ਉਹਦੀ ਕਾਮਨੀ ਦੀ ਖਿੱਚ ਨਾ ਹੁੰਦੀ ਤਾਂ ਵੀ ਰਾਮਦਾਸ ਧਰਮੋਂ ਨੂੰ ਮਿਲਣ ਲਈ ਹੀ ਇਸ ਪਿੰਡ 'ਚ ਕੁਝ ਦਿਨਾਂ ਲਈ ਆ ਜਾਂਦਾ। ਉਹ ਮੱਘਰ ਨੂੰ ਬਹੁਤ ਪਿਆਰ ਕਰਨ ਲੱਗ ਪਿਆ ਸੀ ਤੇ ਇਸ ਪਿਆਰ ਵਿੱਚ ਬੱਧੇ ਨੂੰ ਉਹਨੂੰ ਮੱਘਰ ਦੇ ਭੈਣ ਭਰਾ, ਆਪਣੇ ਭੈਣ ਭਰਾ ਜਾ ਕੇ ਮਿਲਣ ਦੀ ਲਾਲਸਾ ਵੀ ਸੀ। ਪਰ ਮੱਘਰ ਉਸ ਨਾਲ ਨਹੀਂ ਸੀ ਆਇਆ। ਧਰਮੋਂ ਰਾਮਦਾਸ ਨੂੰ ਧਾ ਮਾਰ ਕੇ ਗਲ ਲੱਗ ਕੇ ਮਿਲੀ। ਉਹਨੂੰ ਮੱਘਰ ਜੇ ਨਹੀਂ ਮਿਲ ਰਿਹਾ, ਮੱਘਰ ਦਾ ਇੱਕ ਭਰਾ ਤਾਂ ਮਿਲ ਰਿਹਾ, ਜਿਹੜਾ ਹੁਣੇ ਮੱਘਰ ਪਾਸੋਂ ਆ ਰਿਹਾ ਸੀ, ਜਿਹਦੇ ਸਰੀਰ 'ਚੋਂ ਹਾਲੇ ਮੱਘਰ ਦੇ ਸਪਰਸ਼ ਦੀ ਸੁਗੰਧੀ ਆ ਰਹੀ ਸੀ, ਜਿਹਦੇ ਬੋਲ ਵਿੱਚ ਹਾਲੇ ਮੱਘਰ ਦੇ ਬੋਲ ਤੇ ਸੁਰ ਮਿਲੇ ਹੋਏ ਸੀ, ਜੋ ਮੱਘਰ ਦਾ ਇੱਕ ਸੁੰਦਰ ਜਿਹਾ ਪਰ ਕਿਸੇ ਪੱਖ ਤੋਂ ਅਧੂਰਾ ਜਿਹਾ ਪ੍ਰਤੀਰੂਪ ਸੀ। ਮੱਘਰ ਦਾ ਭਰਾ ਵੀ ਰਾਮਦਾਸ ਨੂੰ ਭਰਾਵਾਂ ਵਾਲੀ ਘੁੱਟਵੀਂ ਜੱਫੀ ਪਾ ਕੇ ਮਿਲਿਆ। ਉਹਨਾਂ ਨੂੰ ਭੁੱਲ ਗਿਆ ਕਿ ਇਸ ਪਿੰਡ 'ਚ ਰਾਮਦਾਸ ਨੇ ਜ਼ਰਾ ਕੁ ਖੁਨਾਮੀ ਕੱਟੀ ਹੋਈ ਸੀ ਕਿ ਸਾਣ ਬਹੁਤਾ ਯੋਗ ਪ੍ਰੇਮ ਤੋਂ ਨਹੀਂ ਡਰਦੇ, ਉਹਦੇ ਹਿੰਸਾਮਈ ਪਰਿਣਾਮਾਂ ਤੋਂ ਡਰਿਆ ਕਰਦੇ ਹਨ। ਰਾਮਦਾਸ ਦੀ ਕਾਮਨੀ ਦਾ ਕੋਈ ਨੇੜੇ ਦਾ ਦਿਓਰ ਜੇਠ ਜਿਹਾ ਸੰਬੰਧੀ ਨਹੀਂ ਸੀ ਜੋ ਉਹਦੇ ਰਾਮਦਾਸ ਨਾਲ ਸੰਬੰਧ ਤੋਂ ਕੌੜ ਖਾ ਕੇ ਧਰਮੋਂ ਤੇ ਉਹਦੇ ਪਤੀ ਲਈ ਵੀ ਕੋਈ ਸਮੱਸਿਆ ਖੜੀ ਕਰਦਾ। ਧਰਮੋਂ ਦਾ ਪਤੀ ਪਿੰਡ ਦਾ ਚੌਧਰੀ ਸੀ। ਉਹਦੀਆਂ ਰੁਚੀਆਂ ਵੀ ਕੁਝ ਵਧੇਰੇ ਸੁੱਚਵਾਦੀ ਸਨ, ਪਰ ਰਾਮਦਾਸ ਉਹਦਾ ਸਾਲਾ ਸੀ ਤੇ ਸਾਲਾ ਸਧਾਰਨ ਪੁਰਖ ਨੂੰ ਧਰਮ ਜਿੰਨਾ ਹੀ ਪਿਆਰਾ ਹੁੰਦਾ ਹੈ। ਉਹਦੇ ਮਨ 'ਚ ਵੀ ਰਾਮਦਾਸ ਲਈ ਪਿਆਰ ਸੀ। ਉਹ ਰਾਮਦਾਸ ਨੂੰ ਉਹਦੇ ਪਤਨ ਉੱਤੇ ਝਾੜਾਂ ਪਾਉਂਦਾ ਸੀ, ਉਹਦੇ ਸਧਾਰਨ ਉੱਤੇ, ਸਾਧੂਪਣੇ ਉੱਤੇ ਫਟਕਾਰਾਂ ਪਾਉਂਦਾ ਸੀ। ਵੇ ਮੱਘਰ ਨੂੰ ਕਿਉਂ ਨਹੀਂ ਨਾਲ ਲਿਆਇਆ? ਧਰਮੋਂ ਨੇ ਗਿਲੇ ਜਿਹੇ ਨਾਲ ਰਾਮਦਾਸ ਨੂੰ ਪੁੱਛਿਆ। ਰਾਮਦਾਸ ਦੇ ਮਨ ਉੱਤੇ ਮੱਘਰ ਦੀ ਸਾਧਵਤਾ, ਉਹਦੀ ਮਹਾਤਮਾਈ ਦਾ ਬਹੁਤ ਪ੍ਰਭਾਵ ਪਿਆ ਸੀ। ਉਹਨੇ ਮੰਨ ਲਿਆ ਸੀ ਕਿ ਉਹ ਸੰਸਾਰ ਜਿਹਦੀਆਂ ਲਾਲਸਾਵਾਂ ਤੋਂ ਆਪ ਛੁਟਕਾਰਾ ਨਹੀਂ ਸੀ ਪਾ ਰਿਹਾ, ਮੱਘਰ ਨੇ ਇੱਕ ਫਟੇ ਪੁਰਾਣੇ ਕੱਪੜੇ ਵਾਂਗ ਆਪਣੇ ਤੋਂ ਲਾਹ ਮਾਰਿਆ ਸੀ। ਧਰਮੋਂ, ਉਹ ਧਰਮੋਂ ਨੂੰ ਮੱਘਰ ਵਾਂਗ ਨਾਂ ਲੈ ਕੇ ਪੁਕਾਰਨ ਲੱਗ ਪਿਆ। ਮੱਘਰ, ਹੁਣ ਇਸ ਭਾਨ ਦਾ ਮੋਹ ਨਾ ਕਰੋ। ਮੱਘਰ ਨੇ ਉਹ ਸਾਧੂ ਪਦਵੀ ਪਾ ਲਈ ਹੈ ਜਿਹਨੂੰ ਅਸੀਂ ਸਾਰੀ ਉਮਰ ਭਟਕਦੇ ਰਹਿ ਕੇ ਵੀ ਨਹੀਂ ਪਾ ਸਕਣਾ। ਵੇ ਵੀਰ, ਇਹ ਕੀ ਆਖਦਾ ਹੈ? ਧਰਮੋਂ ਨੇ ਡਡਿਆ ਕੇ ਪੁੱਛਿਆ। ਮੱਘਰ ਹੁਣ ਕਦੇ ਵੀ ਸਾਡੇ ਕੋਲ ਨਹੀਂ ਆਊ। ਲੱਗਦਾ ਤਾਂ ਐਵੇਂ ਹੀ ਹੈ, ਰਾਮਦਾਸ ਨੇ ਉੱਤਰ ਦਿੱਤਾ। ਉਹ ਕਿਵੇਂ? ਉਹ ਰਿਸ਼ੀਕੇਸ਼ ਤੋਂ ਵੀ ਉੱਤੇ ਜਾ ਬੈਠਾ। ਪਿਛਲੇ 6 ਮਹੀਨੇ ਤਾਂ ਮੈਂ ਮੇਰੇ ਵੱਲ ਰੁਚੀ ਕਰਨ ਦੀ ਆਸ ਨਾਲ ਉਹਦੀ ਸੇਵਾ ਕਰਦਾ ਰਿਹਾ। ਕਈ ਦਿਨ ਮੈਂ ਉੱਥੇ ਉਹਦੇ ਕੋਲ ਬਿਤਾਏ, ਪਰ ਉਹਨੇ ਮੇਰਾ ਵੀ ਮੋਹ ਤਿਆਗ ਦਿੱਤਾ। ਵੀ ਕਿਤੇ ਲੱਦ ਤਾਂ ਨਹੀਂ ਗਿਆ ਇਸ ਜਹਾਨ ਤੋਂ ਮੇਰਾ ਵੀਰ? ਤੇ ਧਰਮੋਂ ਨੇ ਉਹਦੇ ਹੰਝੂਆਂ ਤੋਂ ਕਠੋਰ ਅਨੁਮਾਨ ਲਾ ਕੇ ਪੁੱਛਿਆ। ਨਹੀਂ ਧਰਮੋਂ, ਉਹ ਹੁਣ ਹੋਰ ਦਾ ਹੋਰ ਹੀ ਬਣ ਗਿਆ। ਰਾਮਦਾਸ ਦੀਆਂ ਅੱਖਾਂ ਦੇ ਹੰਝੂ ਸੁੱਕ ਗਏ ਸਨ। ਜਿਉਂਦੇ ਦੀ ਸੋ ਆਉਣੀ ਚਾਹੀਦੀ ਹੈ ਰਾਮਦਾਸ, ਧਰਮੋਂ ਨੇ ਤਸੱਲੀ ਨਾਲ ਆਖਿਆ। ਹੋਰ ਸਾਧੂ ਨੂੰ ਅੱਗੋਂ ਕਿਹੜਾ ਉਹ ਗ੍ਰਸਤੀ ਸੀ, ਇੱਥੇ ਵੀ ਉਹ ਇੱਕ ਸਾਧੂ ਹੀ ਤਾਂ ਸੀ। ਆਹੋ ਧਰਮੋਂ ਜੰਮਿਆ ਹੀ ਸਾਧੂ ਹੋਣ ਲਈ ਸੀ। ਉਹ ਤਾਂ ਇੱਕ ਤਪੀਸਰ ਹੈ, ਤੁਹਾਡੀਆਂ 7 ਕੁਲਾਂ ਧਾਰ ਦੋ। ਨਾਨਕ ਤੇ ਮੁਖ ਉਜਲੇ, ਖੇਤੀ ਛੁੱਟੀ ਨਾਲ ਵਾਲੀ ਗੱਲ ਹੈ ਧਰਮੋਂ। ਵੀ ਅੱਛਾ ਵੀਰ, ਏਡਾ ਮਹਾਤਮਾ ਤਪੀਸਰ ਬਣ ਗਿਆ ਮੱਘਰ? ਧਰਮੋਂ ਨੇ ਹੁਲਾਸ ਨਾਲ ਪੁੱਛਿਆ। ਹਾਂ ਧਰਮੋਂ, 2-2 ਦਿਨ ਸਮਾਧੀ ਨਹੀਂ ਖੋਲ੍ਹਦਾ। ਇਹਨਾਂ 6 ਮਹੀਨਿਆਂ 'ਚ ਹੀ ਸਾਲਾ ਪੁਰਾਣੇ ਸਾਧੂ
ਸਾਲਾਂ ਪੁਰਾਣੇ ਸਾਧੂ ਮਾਤ ਪਾ ਦਿੱਤੇ। ਜਿਹੜਾ ਉਹਦਾ ਗੁਰੂ ਹੈ ਉਹ ਆਖਦਾ ਇਹ ਤਾਂ ਕੋਈ ਬੋਧਿਸਤ ਹੈ। ਧੰਨ ਭਾਗ ਸਾਡੇ ਵੀਰ, ਧਰਮੋਂ ਨੇ ਆਖਿਆ, ਪਰ ਨਾਲ ਹੀ ਉਹਦੀਆਂ ਅੱਖਾਂ ਹੰਝੂਆਂ 'ਚ ਡੁੱਬ ਗਈਆਂ। ਲਗਾਤਾਰ ਰੋਈ ਜਾ ਰਹੀ ਸੀ। ਕਿਉਂ ਰੋਂਦੀ ਸੀ? ਇਹਦਾ ਉਹਨੂੰ ਆਪ ਨੂੰ ਕੋਈ ਸੁਚੇਤ ਗਿਆਨ ਨਹੀਂ ਸੀ। ਉਹ ਆਖ ਚੁੱਕੀ ਸੀ ਮੱਘਰ ਦਾ ਸਾਧ ਹੋ ਜਾਣਾ ਕੋਈ ਫਰਕ ਨਹੀਂ ਸੀ ਪਾਉਂਦਾ। ਉਹਨੂੰ ਉਹ ਜਿਉਂਦਾ ਹੀ ਚਾਹੀਦਾ ਸੀ। ਸਾਧ ਨੂੰ ਅੱਗੇ ਕਿਹੜਾ ਉਹ ਸਾਧਾਂ ਤੋਂ ਵੱਖਰਾ ਕੋਈ ਗ੍ਰਸਤੀ ਸੀ। ਵੇ ਵੀਰ, ਉਹਦਾ ਰੋਟੀ ਟੁੱਕ ਦਾ ਪ੍ਰਬੰਧ ਹੈ? ਕਿਤੇ ਮੇਰੇ ਵੀਰ ਨੂੰ ਕਿਸੇ ਦੇ ਦਰ ਟੁਕੜਾ ਮੰਗਣ ਤਾਂ ਨਹੀਂ ਜਾਣਾ ਪੈਂਦਾ? ਧਰਮੋਂ ਨੇ ਇੱਕ ਗ੍ਰਸਤੀ ਦੇ ਅਭਿਮਾਨ ਨਾਲ ਪੁੱਛਿਆ। ਉਹ ਮੱਘਰ ਦੇ ਸਾਧੂ ਹੋਣ ਉੱਤੇ ਇੰਨੀ ਅਧੀਰ ਨਹੀਂ ਸੀ। ਅਧੀਰਤਾ ਉਹਦਾ ਕਾਰਨ ਉਹ ਹਾਵ ਭਾਵ ਜਿਹਦੇ ਅਧੀਨ ਇੱਕ ਮਨੁੱਖ ਆਪਣੀ ਰੋਟੀ, ਆਪਣਾ ਜੀਵਨ ਸਾਧਨ ਦੂਜੇ ਮਨੁੱਖ ਤੋਂ ਮੰਗਣ ਉੱਤੇ ਮਜਬੂਰ ਹੋ ਜਾਂਦਾ ਹੈ। ਮੰਗਣ ਗਿਆ ਸੋ ਮਰ ਗਿਆ, ਮਰੇ ਸੋ ਮੰਗਣ ਜਾਏ। ਹਰ ਲਾਹਨਤ ਉਸਦੇ ਘਰ ਹੁੰਦੇ ਮੁੱਕਰ ਪਾਏ। ਇਹ ਦੋਹਾ ਉਹਨੇ ਬਹੁਤ ਵਾਰੀ ਦੁਹਰਾਇਆ ਸੀ। ਆਪਣੀ ਉਸ ਰੁਚੀ ਦੀ ਪੁਸ਼ਟੀ ਲਈ ਜਿਹਦੇ ਅਧੀਨ ਉਹ ਕਿਸੇ ਭਿਖਾਰੀ ਨੂੰ ਆਪਣੇ ਘਰੋਂ ਬਿਨਾਂ ਭਿੱਖਿਆ ਪਾਏ ਜਾਣ ਨਹੀਂ ਦਿੰਦੀ ਸੀ। ਧਰਮੋਂ ਨੂੰ ਰੋਟੀ ਮੰਗਣ ਜਾਣ ਦੀ ਕੀ ਲੋੜ ਹੈ? ਰਾਮਦਾਸ ਨੇ ਵੀ ਇੱਕ ਭਾਂਤ ਜਿੱਤ ਭਾਵ ਨਾਲ ਕਿਹਾ। ਉੜਕ ਮੱਘਰ ਉਹਦਾ ਵੀ ਤਾਂ ਭਰਾ ਹੀ ਸੀ। ਕੇਵਲ ਭਰਾ ਹੀ ਨਹੀਂ, ਉਹ ਮੱਘਰ ਦੀ ਸਾਧਵਤਾ ਵਿੱਚ ਆਪਣਾ ਕੋਈ ਹਿੱਸਾ ਵੀ ਵੇਖਦਾ ਸੀ। ਆਖਰ ਉਹਨੇ ਹੀ ਮੱਘਰ ਨੂੰ ਸਾਧਵਤਾ ਦੇ ਰਾਹ ਤੇ ਪਾਇਆ ਸੀ। ਉਹਦੇ ਉਦਾਲੇ ਤਾਂ ਥਾਲਾਂ ਦੇ ਥਾਲ ਪਰੋਸੇ ਪਏ ਰਹਿੰਦੇ ਆ। ਸ਼ਾਹੂਕਾਰਾਂ ਦੇ ਸਦਾ ਵਰਤ ਲਾਏ ਹੁੰਦੇ ਆ ਤੇ ਭਾਵੇਂ ਆਮ ਸਾਧੂ ਉਹਨਾਂ ਸਾਦਾ ਵਰਤਾਂ ਉੱਤੇ ਆਪ ਜਾ ਕੇ ਰੋਟੀ ਖਾਂਦੇ ਆ। ਮੱਘਰ ਅਰਗਿਆਂ ਲਈ ਸ਼ਾਹੂਕਾਰਾਂ ਦੇ ਨੌਕਰ ਉਹਨਾਂ ਦੀਆਂ ਧੂਣੀਆਂ ਉੱਤੇ ਥਾਲ ਲਿਜਾਂਦੇ ਆ ਤੇ ਫਿਰ ਉਹ ਖਾਂਦਾ ਕੀ ਹੈ? ਉਹ ਤਾਂ ਧਰਮੋਂ ਜਾਣੀ ਪੌਣਾ ਹਾਰੀ ਹੋਇਆ ਪਿਆ। ਕਿਤੇ ਦੂਜੇ ਤੀਜੇ 2 ਫੁਲਕੇ ਖਾ ਲਏ ਜਾਂ ਦੁੱਧ ਦਾ ਗਲਾਸ ਪੀ ਲਿਆ ਜਾਂ ਫਲ ਪਾਨ ਕਰ ਲਿਆ। ਧਰਮੋਂ ਦੀਆਂ ਇਹ ਸੁਣ ਕੇ ਬਾਛਾਂ ਖਿੜ ਗਈਆਂ। ਉਹਦਾ ਭਰਾ ਸਾਧੂ ਹੋ ਕੇ ਵੀ ਹਾਰਿਆ ਨਹੀਂ ਸੀ। ਪਰ ਇੱਕ ਹੋਰ ਦਿਨ ਰਾਮਦਾਸ ਨੇ ਧਰਮੋਂ ਨੂੰ ਮੱਘਰ ਦੀ ਹਾਰੀ ਜਿੱਤ ਦੀ ਸੱਚਾਈ ਦੱਸੀ, ਜਿਹਦਾ ਗਿਆਨ ਭਾਵੇਂ ਮੱਘਰ ਨੂੰ ਤਾਂ ਥੋੜਾ ਬਹੁਤ ਸੀ, ਰਾਮਦਾਸ ਨੂੰ ਤੇ ਧਰਮੋਂ ਨੂੰ ਉਹਦੇ ਦੱਸਣ ਕਹਿਣ ਉੱਤੇ ਵੀ ਨਹੀਂ ਸੀ। ਮੈਂ ਉਹਨੂੰ ਬਹੁਤ ਜ਼ੋਰ ਲਾਇਆ ਇੱਥੇ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਮਿਲਣ ਆਉਣ ਲਈ ਧਰਮੋਂ, ਪਰ ਉਹਨੇ ਨਾ ਹੀ ਫੜ ਰੱਖੀ। ਮੈਂ ਕੀ ਕਿਸੇ ਦਾ ਸਵਾਰ ਨਾ ਜਾ ਕੇ ਮਿਲ ਕੇ? ਰਾਮਦਾਸ, ਉਹ ਕਹੀ ਜਾਵੇ, ਮੇਰਾ ਸੰਸਾਰ 'ਚ ਕੀ ਮੁੱਲ ਹੈ? ਮੇਰਾ ਕੀ ਜਿਉਣਾ ਹੈ? ਰਾਮਦਾਸ, ਜੱਗ ਉੱਤੇ ਜਿਉਣਾ ਕੂੜ ਉਹਨਾਂ ਦਾ ਗਈਆਂ ਜਿਨ੍ਹਾਂ ਦੀਆਂ ਅੱਖੀਂ, ਉਹ ਕਹੀ ਜਾਏ। ਇਹ ਸਾਧੂਪਣਾ ਪਖੰਡ ਹੈ ਧਰਮੋਂ। ਰਾਮਦਾਸ ਨੇ ਮੱਘਰ ਦੇ ਸ਼ਬਦ ਦੁਹਰਾਏ। ਅਸੀਂ ਸਾਧਾਂ ਨੇ ਜਗਤ ਨੂੰ ਕੀ ਦੇਣਾ? ਅਸੀਂ ਜਗਤ ਦਾ ਕੀ ਸਵਾਰ ਸਕਦੇ ਹਾਂ? ਜਿਨ੍ਹਾਂ ਤੋਂ ਆਪਣਾ ਆਪ ਹੀ ਨਾ ਸਵਾਰਿਆ, ਹਾਰਿਆ ਹੋਇਆ ਕਿਸੇ ਜਿਤਾ ਕਿਵੇਂ ਦੇਊ? ਵੇ ਨਾ ਵੇ ਵੀਰ, ਇਉਂ ਨਾ ਕਹੋ। ਧਰਮੋਂ ਇਹਨਾਂ ਸ਼ਬਦਾਂ ਦੇ ਅਰਥ ਤੋਂ ਡਰਦੀ ਸੀ। ਇਹ ਪਖੰਡ ਹੈ। ਘਰਿਸਤੀਆਂ ਦੀ ਕਮਾਈ ਖਾਣ ਲਈ ਉਹਨਾਂ ਨੂੰ ਫੋਕੀਆਂ ਗੱਲਾਂ ਨਾਲ ਪਰਚਾਉਣਾ। ਸਾਧੂ ਦੀ ਸੇਵਾ ਤੋਂ ਉੜਕ ਕੋਈ ਕੀ ਮੰਗਦਾ ਹੈ? ਘਰਿਸਤਾ ਤਾਂ ਸੁੱਖ ਸੰਪਤੀ ਹੈ ਨਾ। ਜੇ ਉਹ ਨਾ ਹੋਵੇ ਤਾਂ ਹਰ ਕੋਈ ਸਾਧੂ ਹੀ ਨਾ ਬਣ ਜਾਏ। ਵੇ ਨਾ, ਇਹ ਕੁਫਰ ਦੀਆਂ ਗੱਲਾਂ ਨਾ ਕਰ। ਤੂੰ ਆਪਣੇ ਕੱਚ ਨੂੰ ਲੁਕਾਉਣ ਦਾ ਮਾਰਾ ਇਉਂ ਕਹਿਣਾ? ਧਰਮੋਂ ਬੋਲੀ। ਉਹ ਇੱਕ ਭੈਣ ਦੀ ਨਿਰਝਕਤਾ ਨਾਲ ਰਾਮਦਾਸ ਦੇ ਭੇਖ ਉਤਲੇ ਧੱਕੇ ਬਾਰੇ ਉਹਨੂੰ ਝਾੜ ਆਮ ਪਾ ਦਿਆ ਕਰਦੀ ਸੀ। ਪਰ ਰਾਮਦਾਸ ਇਹ ਗੱਲਾਂ ਆਪਣੇ ਕੋਲੋਂ ਨਹੀਂ ਸੀ ਕਹਿ ਰਿਹਾ। ਇਹ ਬਚਨ ਮੱਘਰ ਦੇ ਹੈ ਧਰਮੋਂ, ਤੇ ਸੱਚੇ ਬਚਨ ਨੇ। ਤੁਹਾਨੂੰ ਗ੍ਰਸਤੀਆਂ ਨੂੰ ਇਹਨਾਂ ਬਚਨਾਂ ਤੋਂ ਡਰ ਆਉਂਦਾ ਹੈ। ਜੇ ਡਰ ਨਾ ਆਏ ਤਾਂ ਤੁਸੀਂ ਸਾਧਾਂ ਦੇ ਪਖੰਡ 'ਚ ਕਿਉਂ ਆਓ? ਅੱਛਾ ਹੋਊ, ਧਰਮੋਂ ਨੇ ਕਹਿ ਦਿੱਤਾ। ਉਹ ਮੱਘਰ ਦੇ ਬਚਨਾਂ ਦਾ ਖੰਡਨ ਨਹੀਂ ਕਰ ਸਕਦੀ ਸੀ, ਭਾਵੇਂ ਉਹ ਇੱਕ ਸਧਾਰਨ ਗ੍ਰਸਤੀ ਦੇ ਰੂਪ 'ਚ ਇਸ ਸੱਚ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ ਸੀ। ਇਸ ਨਾਲ ਗ੍ਰਸਤੀ ਦੇ ਮਨ ਹੇਠੋਂ ਨਮੂਨਾ ਨਿਕਲ ਜਾਂਦਾ ਸੀ, ਜਿਹੜਾ ਉਹਨੂੰ ਭੋਏ ਦੀ ਕਠੋਰਤਾ ਤੋਂ ਕੁਝ ਉਚੇਚਾ ਚੁੱਕੀ ਰੱਖਦਾ ਸੀ। ਇਹ ਸਾਡਾ ਪਖੰਡ ਹੈ। ਜੇ ਅਸੀਂ ਕਹੀਏ ਵੀ ਅਸੀਂ ਅੱਖਾਂ ਮੀਟ ਕੇ ਜਾਂ ਪੋਥੀਆਂ ਪੜ੍ਹਦੇ ਬੈਠੇ ਕਿਸੇ ਸੱਚ ਨੂੰ ਪਾ ਲੈਂਦੇ ਹਾਂ, ਜਿਹੜਾ ਇਹਨਾਂ ਹਾੜ ਸੌਣ ਦੀ ਕੜਕਦੀ ਧੁੱਪ 'ਚ ਹਲ ਵਾਹੁਣ ਵਾਲਿਆਂ ਨੂੰ ਪ੍ਰਾਪਤ ਨਹੀਂ। ਮੱਘਰ ਕਹਿੰਦਾ ਸੀ, ਇਹ ਸਾਈਂ, ਮੈਂ ਤਾਂ ਹੁਣ ਇਹਨਾਂ ਗ੍ਰਸਤੀਆਂ ਦੀ ਦੁਨੀਆ 'ਚ ਜਾਣਾ ਨਹੀਂ। ਉਹਨੇ ਪੱਕੀ ਤਰ੍ਹਾਂ ਕਹਿ ਦਿੱਤਾ। ਰਾਮਦਾਸ ਨੇ ਧਰਮੋਂ ਨੂੰ ਅੱਗੇ ਦੱਸਿਆ। ਚੰਗਾ, ਜਿਵੇਂ ਉਹਦੀ ਮਰਜ਼ੀ। ਧਰਮੋਂ ਨੇ ਕਿਹਾ, ਅਸੀਂ ਤਾਂ ਉਵੇਂ ਰਾਜੀ ਹਾਂ ਜਿਵੇਂ ਉਹ ਰਾਜੀ ਹੈ। ਪਰ ਜੇ ਇੱਥੇ ਆ ਜਾਂਦਾ ਤਾਂ ਬਾਹਰ ਭੋਰੇ 'ਚ ਰਹਿ ਛੱਡਦਾ। ਉਹਨੂੰ ਕਿਸੇ ਦੇ ਘਰੋਂ ਰੋਟੀ ਮੰਗਣ ਦੀ ਕੋਈ ਮਜਬੂਰੀ ਨਾ ਸੀ। ਜੇ ਜਾਣੀਏ ਤਾਂ ਰਾਮਦਾਸ, ਉਹਨੇ ਆਪਣੇ ਹਿੱਸੇ ਦੀ ਜ਼ਮੀਨ ਦਾ ਚਕੋਤਾ ਹੀ ਖਾਣਾ ਸੀ। ਜੇ ਉਹ ਭਾਈ ਕੋਲ ਰਹਿ ਕੇ ਨਹੀਂ ਸੀ ਖਾਣਾ ਚਾਹੁੰਦਾ ਤਾਂ ਮੇਰੇ ਕੋਲ ਇੱਥੇ ਰਹਿੰਦਾ। ਇਹ ਗੱਲ ਵੀ ਉਹਨੇ ਮੇਰੇ ਨਾਲ ਕੀਤੀ। ਧਰਮੋਂ ਕਹਿਣ ਲੱਗਾ, ਰਾਮਦਾਸ, ਜੇ ਮੈਂ ਭਾਈ ਕੋਲ ਰਹਾਂ ਤਾਂ ਉਹ ਸਮਝਣਗੇ ਹਿੱਕ ਦਹਿ ਕੇ ਆਪਣੀ ਜ਼ਮੀਨ ਦੇ ਹਿੱਸੇ ਦੀ ਰੋਟੀ ਖਾਂਦਾ। ਮੇਰਾ ਭਾਈ ਇੰਨਾ ਭਾਰ ਸਹਿਣ ਜੋਗਾ ਨਹੀਂ। ਰਾਮਦਾਸ, ਇਹੀ ਗੱਲ ਹੈ ਰਾਮਦਾਸ, ਮੈਨੂੰ ਤਾਂ ਆਪ ਪਤਾ ਸੀ। ਉਹਨੂੰ ਆਪਣੇ ਭਾਈ ਦੀ ਗਰੀਬੀ ਵੀ ਬਹੁਤ ਚੁਭਦੀ ਸੀ। ਮੇਰੇ 2 ਕੁੜੀਆਂ ਹੋਈਆਂ ਤਾਂ ਉਹਨੇ ਮੁੰਡਿਆਂ ਜਿੰਨੀ ਖੁਸ਼ੀ ਕਰਨੀ। ਕਹਿਣਾ ਵੱਡੀਆਂ ਹੋਣਗੀਆਂ, ਵਿਆਹ ਧਰਾਂਗੇ, ਬਾਜੇ ਵੱਜਣਗੇ, ਜਾਂਜੀਆਂ ਦੇ ਨਾਲ ਗਰੀਬ ਗੁਰਵੇ ਨੂੰ ਵੀ 2 ਦਿਨ ਖਾਣ ਨੂੰ ਮਿਲੂ।
ਆਹੋ, ਤੇ ਜਦੋਂ ਭਤੀਜੀ ਜੰਮੀ ਤਾਂ ਜਿਆਦੀ ਮੂੰਹ ਢਿੱਲਾ ਕਰ ਲਿਆ। ਰਾਮਦਾਸ ਨੇ ਧਰਮੋਂ ਦੇ ਭਾਵ ਦੀ ਪੁਸ਼ਟੀ ਕੀਤੀ। ਆਖੇ ਮੇਰਾ ਭਾਈ ਇੰਨੇ ਜੋਗਾ ਨਹੀਂ, ਇਹਦੀ ਪਹਿਲੀ ਉਮਰ 'ਚ ਮੁੰਡਾ ਹੋ ਜਾਏ ਤਾਂ ਉਹਦੀ ਮਦਦ ਕਰੂ ਖੇਤੀਬਾੜੀ 'ਚ, ਕਿਤੇ ਨੌਕਰੀ ਹੋ ਜੂ ਤੇ ਘਰ ਦੀ ਕੁਛ ਬਾਂਹ ਫੜੂ। ਉਹ ਨਮੋਆ ਨਹੀਂ ਧਰਮੋਂ, ਉਹ ਸਿਆਣਾ ਬਹੁਤ ਹੈ। ਕਹਿਣ ਲੱਗਾ, ਇੱਥੇ ਸਾਨੂੰ ਕੋਈ ਰੋਟੀ ਅਗਾਸੋਂ ਨਹੀਂ ਉਤਰਦੀ, ਇੱਥੇ ਵੀ ਅਸੀਂ ਘਰਿਸਤੀਆਂ ਦੀ ਖਾਂਦੇ ਹਾਂ, ਪਰ ਇਹ ਘਰਿਸਤੀ ਰਾਮਦਾਸ ਹੋਰ ਭਾਂਦੇ ਨੇ। ਇੱਥੇ ਅਸੀਂ ਚੋਰ ਨਹੀਂ ਲੱਗਦੇ, ਚੋਰਾਂ ਨੂੰ ਮੋਰ ਲੱਗਦੇ ਆ। ਇਹ ਸ਼ਾਹੂਕਾਰ ਗਰੀਬਾਂ ਨੂੰ ਲੁੱਟ ਕੇ ਲਿਆਂਦੇ ਆ, ਪਰ ਸਾਨੂੰ ਖੁਲਾਉਣ ਲਈ ਤਾਂ ਨਹੀਂ ਲੁੱਟਦੇ ਨਾ। ਹਾਂ, ਉਸ ਲੁੱਟੇ ਹੋਏ 'ਚ ਸਾਨੂੰ ਭੋਰਾ ਖਾਣ ਨੂੰ ਦਿੰਦੇ ਆ, ਤੇ ਅਸੀਂ ਆਪ ਕਾਹਨੂੰ ਗਰੀਬਾਂ 'ਚ ਜਾ ਕੇ ਉਹਨੂੰ ਲੱਗੀਏ। ਉਹਨੂੰ ਇਹਨਾਂ ਗੱਲਾਂ ਦੀ ਬੜੀ ਝੌਂਪ ਸੀ ਧਰਮੋਂ। ਆਹੋ, ਗੱਲਾਂ ਬੜੀਆਂ ਆਉਂਦੀਆਂ ਸੀ ਉਹਨੂੰ, ਪਰ ਕਰਦਾ ਕਦੇ ਕਦੇ ਹੀ ਸੀ। ਉਹਦੇ 2 ਨੇਤਰ ਤਾਂ ਬੰਦ ਸੀ ਰਾਮਦਾਸ, ਪਰ ਉਹਦੇ ਤੀਜਾ ਨੇਤਰ ਲੱਗਾ ਸੀ। ਆਖੇ ਰਾਮਦਾਸ, ਜੇ ਮੇਰੇ ਨੈਣ ਪ੍ਰਾਣ ਤਕੜੇ ਹੁੰਦੇ ਤਾਂ ਵੀ ਖਬਰਾਂ ਮੈਂ ਘਰਿਸਤੀ ਨਾ ਬਣਦਾ, ਫਿਰ ਮੈਂ ਡਾਕੂ ਬਣਨਾ ਸੀ। ਰਾਮਦਾਸਾ ਜਿਉਣੇ ਮੋੜ ਵਰਗਾ। ਆਹੋ, ਕਈ ਗੱਲਾਂ ਉਹਦੇ 'ਚ ਮੇਰੇ ਪਿਓ ਵਰਗੀਆਂ ਸੀ। ਪਿਓ ਦਾ ਸੁਭਾਅ ਵੀ ਬੜਾ ਅੜਬ ਸੀ। ਉਹ ਡਾਕੂ ਤਾਂ ਨਾ ਬਣਿਆ, ਪਰ ਖੈਬੜ ਪੈਂਦਾ ਸੀ। ਜਿੰਨਾ ਵੀ ਕੋਈ ਤਕੜਾ ਹੋਵੇ ਓਨਾ ਹੀ ਛੇਤੀ ਉਹਦੇ ਨਾਲ। ਸਾਰੇ ਪਿੰਡ ਜੈਲਦਾਰਾਂ ਨਾਲ ਖੈਬੜਦਾ ਹੀ ਰਹਿੰਦਾ ਸੀ। ਸਾਡੇ ਪਿੰਡ ਜੈਲਦਾਰਾਂ ਨਾਲ ਖੈਬੜਦਾ ਹੀ ਰਹਿੰਦਾ ਸੀ। ਸੰਸਕਾਰਾਂ ਦੇ ਅਧੀਨ ਬਣਦਾ ਮਨੁੱਖ ਦਾ ਸੁਭਾਅ ਧਰਮ। ਰਾਮਦਾਸ ਨੇ ਗੱਲ ਕੀਤੀ। 6 ਸਾਲਾਂ ਪਿੱਛੋਂ ਅਰਧ ਕੁੰਭੀ ਆਈ। ਧਰਮੋਂ ਤੇ ਉਹਦਾ ਪਤੀ ਰਾਮਦਾਸ ਦੇ ਪਿੰਡ ਦੇ ਕੁਝ ਲੋਕਾਂ ਦਾ ਸੰਗ ਹਰਿਦੁਆਰ ਇਸ ਤੀਰਥ ਤੇ ਗਏ। ਸਭਨਾਂ ਦੇ ਮਨਾਂ 'ਚ ਆਪਣੀ ਆਪਣੀ ਲੋੜ ਦੂਰੀ ਉੱਤੇ ਮੱਘਰ ਨੂੰ ਮਿਲਣ ਦੀ ਉਨੀ ਲਾਲਸਾ ਸੀ ਜਿੰਨੀ ਕਿਸੇ ਪੁੰਨ ਦੀ ਪ੍ਰਾਪਤੀ ਦੀ। ਪਰ ਧਰਮੋਂ ਦੇ ਭਰਾ ਭਰਜਾਈ ਨਾ ਜਾ ਸਕੇ। ਉਹਨਾਂ ਦਾ ਤਿੰਨੇ ਧੀਆਂ ਪਿੱਛੋਂ ਜੰਮਿਆ 2 ਕੁ ਸਾਲ ਦਾ ਪੁੱਤਰ ਖਸਰੇ ਨਾਲ ਸਖਤ ਬਿਮਾਰ ਸੀ। ਰਾਮਦਾਸ ਧਰਮੋਂ ਤੇ ਉਹਦਾ ਪਤੀ ਰਿਖੀਕੇਸ਼ ਤੋਂ, ਉਹ ਤੋਂ ਵੀ ਅੱਗੇ ਉਸ ਥਾਂ ਜਿੱਥੇ ਮੱਘਰ ਨੂੰ ਰਾਮਦਾਸ 6 ਵਰ੍ਹੇ ਪਹਿਲੇ ਛੱਡ ਗਿਆ ਸੀ, ਪਹੁੰਚੇ ਮੱਘਰ ਨੂੰ ਮਿਲਣ ਦੀ ਆਸ ਲੈ ਕੇ। ਪਰ ਜਿਵੇਂ ਮੱਘਰ ਨੂੰ ਪਤਾ ਹੋਵੇ ਕਿ ਇਸ ਅਰਧ ਕੁੰਭੀ ਤੇ 6 ਸਾਲ ਦੀ ਵਿੱਥ ਪਾ ਕੇ ਉਹਦੀ ਭੈਣ ਉਸ ਨੂੰ ਮਿਲਣ ਆਏਗੀ, ਉੱਥੋਂ ਕਿਤੇ ਹੋਰ ਚਲਾ ਗਿਆ। ਤੀਰਥ ਦੇ 3 ਦਿਨਾਂ 'ਚ ਹੀ ਰਾਮਦਾਸ ਨੂੰ, ਧਰਮੋਂ ਨੂੰ ਜਾਂ ਉਹਦੇ ਪਤੀ ਨੂੰ ਮੱਘਰ ਨਾ ਮਿਲਿਆ। ਉਹ ਸਾਰੇ ਮੁੜ ਆਏ, ਪਰ ਇੱਕ ਹੋਰ ਪੁਰਖ ਸ਼ਾਮਾ, ਜਿਹੜਾ ਧਰਮੋਂ ਦੇ ਪੇਕਿਆਂ ਤੋਂ ਸੀ, ਸਾਧੂ ਬਣਿਆ ਹੋਇਆ ਸੀ, ਪਿੱਛੇ ਰਹਿ ਗਿਆ। ਸਾਲ ਪਿੱਛੋਂ ਜਦੋਂ ਫਿਰਦਾ ਫਰਾਉਂਦਾ ਕਿਤੇ ਧਰਮੋਂ ਦੇ ਪਿੰਡ ਆਇਆ ਤਾਂ ਉਹਨੇ ਧਰਮੋਂ ਨੂੰ ਮੱਘਰ ਦੀ ਖਬਰ ਦਿੱਤੀ, ਸੁੱਖੀ ਸਾਂਦੀ ਜਿਉਂਦੇ ਦੀ। ਤੁਸੀਂ ਜਿਸ ਦਿਨ ਆਉਣਾ ਸੀ ਧਰਮੋਂ, ਉਦਣ ਮੈਨੂੰ ਮੱਘਰ ਅਚਾਨਕ ਹੀ ਬਾਹਰ ਆਸ਼ਰਮ ਵੱਲ ਨੂੰ ਤੁਰਿਆ ਜਾਂਦਾ ਮਿਲ ਪਿਆ। ਮੈਂ ਨੱਠ ਕੇ ਉਹਨੂੰ ਫੜ ਲਿਆ ਤੇ ਜੱਫੀ ਪਾ ਲਈ। ਉਹਨੇ ਵੀ ਮੈਨੂੰ ਸਿਆਣ ਲਿਆ ਤੇ ਤੁਹਾਡਾ ਹਾਲ ਚਾਲ ਪੁੱਛਿਆ। ਮੈਂ ਉਹਨੂੰ ਦੱਸਿਆ ਵੀ ਤੁਸੀਂ ਵੀ ਉੱਥੇ ਹੀ ਸੀ ਤੇ ਉਹਨੂੰ ਤੁਹਾਡੇ ਨਾਲ ਮਿਲਣ ਆਉਣ ਲਈ ਜ਼ੋਰ ਪਾਇਆ, ਪਰ ਉਹ ਮੰਨਿਆ ਨਾ। ਅੱਛਾ, ਹੋਰ ਕੋਈ ਗੱਲ ਉਹਨੇ ਕੀਤੀ? ਧਰਮੋਂ ਨੇ ਕਿਸੇ ਨਿਸ਼ਚਿਤ ਉਤਸੁਕਤਾ ਨਾਲ ਪੁੱਛਿਆ। ਹਾਂ, ਮੈਂ ਉਹਨੂੰ ਦੱਸਿਆ ਵੀ ਧਰਮੇ ਦੇ ਘਰ ਮੁੰਡਾ ਸੀ, ਪਰ ਉਹ ਖਸਰੇ ਨਾਲ ਬਹੁਤ ਬਿਮਾਰ ਸੀ, ਇਸ ਕਰਕੇ ਉਹ ਤੀਰਥ ਤੇ ਆ ਨਹੀਂ ਸਕਿਆ। ਉਹਨੇ ਕਿਹਾ, ਕੋਈ ਨਹੀਂ, ਰਾਜੀ ਹੋ ਜਾਊ ਮੁੰਡਾ, ਤੇ ਮੇਰੇ ਕੋਲੋਂ ਹੱਥ ਛੁਡਾ ਕੇ ਭੀੜ 'ਚ ਜਾ ਵੜਿਆ। ਮੈਂ ਤੁਹਾਡੇ ਵੱਲ ਆਇਆ, ਪਰ ਤੁਸੀਂ ਉੱਥੋਂ ਛਿੜ ਚੁੱਕੇ ਸੀ। ਮੈਂ ਸਟੇਸ਼ਨ ਤੇ ਆਇਆ, ਤੁਹਾਡੀ ਗੱਡੀ ਚਲੀ ਗਈ ਸੀ। ਖਬਰ ਆ ਉਹਦੇ ਬਰ ਨਾਲ ਹੀ ਮੇਰਾ ਭਤੀਜਾ ਰਾਜੀ ਹੋ ਗਿਆ। ਸਾਮਿਆ, ਮੱਘਰ ਵਰਗੇ ਸਾਧੂ ਦਾ ਬਚਨ ਐਵੇਂ ਨਹੀਂ ਆਖਿਆ ਹੁੰਦਾ। ਧਰਮੋਂ ਨੇ ਜਿਵੇਂ ਉਹਦਾ ਸੁਭਾਅ ਸੀ ਮੱਘਰ ਬਾਰੇ ਗਿੱਬ ਕੇ ਆਖਿਆ। ਰਾਮਦਾਸ ਕੁਝ ਸਾਲ ਪਹਿਲਾਂ ਧਰਮੋਂ ਦਾ ਖੇਤ ਛੱਡ ਕੇ ਆਪਣੀ ਸਖੀ ਦੇ ਖੇਤ 'ਚ ਭੋਰਾ ਬਣਾ ਕੇ ਰਹਿਣ ਲੱਗ ਪਿਆ ਸੀ, ਪਰ ਧਰਮੋਂ ਦੇ ਪਰਿਵਾਰ ਨਾਲ ਉਹਦਾ ਮੋਹ ਬਰਕਰਾਰ ਸੀ। ਉਹ ਧਰਮੋਂ ਦੇ ਘਰ ਆਮ ਆਉਂਦਾ ਜਾਂਦਾ। ਧਰਮੋਂ ਦੇ ਨਿਆਣੇ ਉਹਨੂੰ ਮਾਮਾ ਕਹਿੰਦੇ। ਧਰਮੋਂ ਤੇ ਉਹਦਾ ਪਤੀ ਉਹਨੂੰ ਪਿਆਰ ਭਰੀ ਝਾੜ ਪਾਉਂਦੇ। ਕੁਝ ਚਿਰ ਪਿੱਛੋਂ ਉਹਦੀ ਸਖੀ ਦੇ ਕੋਈ ਦੂਰ ਨੇੜੇ ਦਿਓਰ ਜੇਠ ਰਾਮਦਾਸ ਦੇ ਉੱਥੇ ਰਹਿਣ ਦੀ ਜ਼ਿਆਦਾ ਕੌੜ ਮੰਨਣ ਲੱਗ ਪਏ। ਸ਼ਾਇਦ ਉਹਨਾਂ ਦੇ ਘਰਾਂ 'ਚ ਕੋਈ ਮੁੰਡਾ ਜਵਾਨ ਹੋ ਗਿਆ ਸੀ ਜੋ ਦੂਜਿਆਂ ਨਾਲੋਂ ਵਧੇਰੇ ਕੰਡਿਆਲਾ ਸੀ। ਇਹਦੇ ਬਚਾਓ ਲਈ ਉਹ ਸਖੀ ਰਾਮਦਾਸ ਨੂੰ ਲੈ ਕੇ ਸ਼ਹਿਰ ਆ ਵਸਣ ਲੱਗੀ, ਜਿੱਥੇ ਉਹਨੂੰ ਉਹਦੀ ਭੋਏ ਦਾ ਚਕੌਤਾ ਆ ਜਾਂਦਾ। ਰਾਮਦਾਸ ਵੀ ਇੱਕ ਸਾਧੂ ਵੈਦ ਦੇ ਰੂਪ 'ਚ ਉਸ ਪਾਸ ਰਹਿੰਦਾ ਸੀ, ਇੱਕ ਗ੍ਰਹਿ ਦੇਵ ਵਾਕਰ। ਉਹਨੂੰ ਹਮੇਸ਼ਾ ਮਹਾਰਾਜ ਆ ਕੇ ਬੁਲਾਉਂਦੇ, ਉਸੇ ਤਰ੍ਹਾਂ ਉਹਦਾ ਆਦਰ ਕਰਦੇ ਜਿਸ ਤਰ੍ਹਾਂ ਸਾਧੂ ਦਾ ਕਰੀਦਾ। ਧਰਮੋਂ ਤੇ ਉਹਦਾ ਪਤੀ ਭਾਵੇਂ ਮਿਲਣ ਤਾਂ ਉਹਨੂੰ ਸ਼ਾਇਦ ਕਦੀ ਨਾ ਗਏ ਹੁਣ ਉੱਥੇ, ਤੇ ਉਹਨਾਂ ਨੇ ਵੀ ਉਹਨਾਂ ਦੇ ਪਿੰਡ ਜਾਣਾ ਆਉਣਾ ਬਹੁਤ ਘੱਟ ਕਰਤਾ ਸੀ। ਪਰ ਧਰਮੋਂ ਦਾ ਛੋਟਾ ਪੁੱਤਰ, ਧਰਮੇ ਦਾ ਪੁੱਤਰ ਤੇ ਹੋਰ ਵੀ ਧੀ ਧਿਆਣੀ ਆਉਂਦੇ ਜਾਂਦੇ ਰਾਮਦਾਸ ਨੂੰ ਮਿਲਦੇ, ਉਹਨੂੰ ਮਾਮਾ ਚਾਚਾ ਆ ਕੇ ਆਪ ਮੱਘਰ ਦੀ ਯਾਦ ਨੂੰ ਤਾਜ਼ਾ ਕਰਦੇ ਤੇ ਉਸ ਵਿੱਚ ਮੱਘਰ ਦੀ ਹੋਂਦ ਅਨੁਭਵ ਕਰਦੇ। ਧਰਮੋਂ ਤੇ ਧਰਮੋਂ ਦਾ ਪਤੀ ਰਾਮਦਾਸ ਦੀ ਸਾਧੂਤਾ ਤੇ ਨਿਸਫਲ ਅੰਤ ਉੱਤੇ ਸ਼ੋਕ ਕਰਦੇ, ਉਹਨੂੰ ਨਿੰਦਦੇ, ਉਹਦੇ ਟਾਕਰੇ 'ਚ ਮੱਘਰ ਦੀ ਮਹਿਮਾ ਕਰਦੇ। ਪਰ ਉਹਨਾਂ ਦਾ ਰਾਮਦਾਸ 'ਚ ਮੋਹ ਅਟੁੱਟ ਰਿਹਾ। ਉਸ ਵਿੱਚ ਉਹਨਾਂ ਨੂੰ ਮੱਘਰ ਦੀ ਸੁਗੰਧ ਆਉਂਦੀ ਸੀ। ਉਹਦੇ ਬੋਲਾਂ 'ਚ ਮੱਘਰ ਦੇ ਬੋਲ ਸੁਣਾਈ ਦਿੰਦੇ।
ਉਹਦੀ ਤੋਰ 'ਚ ਮੱਘਰ ਦੀ ਤੋਰ ਦਿਖਾਈ ਦਿੰਦੀ। ਸ਼ਾਇਦ ਧਰਮੋ ਇਸ ਗੱਲ ਤੇ ਵੀ ਖੁਸ਼ ਸੀ ਕਿ ਉਹਦਾ ਇਹ ਭਰਾ ਸਾਧੂ ਵੀ ਸੀ ਤੇ ਇੱਕ ਕਾਮਣੀ ਦਾ ਕੰਤ ਵੀ, ਪਰ ਸਭ ਤੋਂ ਵੱਧ ਮੱਘਰ ਦਾ ਇਹ ਪ੍ਰਤੀਰੂਪ ਉਹਨੂੰ ਇਹ ਕਹਿਣ ਦਾ ਆਧਾਰ ਦਿੰਦੇ ਸੀ ਕਿ ਅੱਜ ਕੱਲ੍ਹ ਦੇ ਸਾਧ ਤਾਂ ਬਹੁਤੇ ਰਾਮਦਾਸ ਵਰਗੇ ਹੀ ਆ, ਮੇਰੇ ਵੀਰ ਮੱਘਰ ਵਰਗਾ ਤਾਂ ਕੋਈ ਵਿਰਲਾ ਹੀ ਹੈ ਜਹਾਨ ਵਿੱਚ। ਧੰਨਵਾਦ।